मैं हुंदा मैं ना करता ते मैं तुहानूं हत्थ भी नहीं सी रोना जदों खुदा ने एडी वड्डी गल कही ते हवा एडी मूर्ख उसने क्यों ये काम कीता जो खुदा ने कहता सी की विचारा तुहाडा ये सही है सुन रहे हो बिल्कुल सही गल है गॉड ब्लेस यू भाई तब तुहाडा भी सेम ਉਹੀ ਹਾਲ ਹੋਣਾ ਸੀ ਜਿਹੜਾ ਉੱਥੇ ਹਵਾ ਦਾ ਹੋਇਆ क्योंकि समा सी हो ਤਾਂ ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਜੇ ਮੈਂ ਕਹਿਦਾ ਅੱਜ ਉਹੀ ਬਾਗੇ ਦਾ ਇੱਥੇ ਵੀ ਆ ਸਮਝ ਰਹੇ ਹੋ ਤੁਸੀਂ ਇਸ ਗੱਲ ਨੂੰ ਜੇ ਮੈਂ ਕਹਾਂ ਅੱਜ ਜੀਵਨ ਦਾ ਬਿਰਛ ਤੇ ਮੌਤ ਦਾ ਬਿਰਛ ਵੀ ਸਾਹਮਣੇ ਆ ਸਮਝ ਰਹੇ ਹੋ ਮੈਂ ਕੀ ਕਹਿਣ ਜਾ ਰਿਹਾ ਜੀਵਨ ਦਾ ਬਿਰਛ ਤੇ ਮੌਤ ਦਾ ਬਿਰਛ ਵੀ ਅੱਜ ਸਾਹਮਣੇ ਆ ਤਾਂ ਹੁਣ ਤੁਸੀਂ ਕਿਹੜੇ ਤੋਂ ਛੂਹੋਗੇ ਬੋਲੋ ਮਾੜਾ ਜਿਹਾ ਜੀਵਨ ਦੇ ਬ੍ਰਿਸ਼ ਇਹ ਕਹਿਣ ਨਾਲ ਨਹੀਂ ਛੂਹਿਆ ਜਾਂਦਾ ਕਹਿਣ ਨਾਲ ਤਾਂ ਬਥੇਰੇ ਜਿਹੜੇ ਪਿਛਲੇ ਸਮੇਂ ਤੋਂ ਛੂਹਦੇ ਫਿਰਦੇ ਆ ਕਹਿਣ ਨਾਲ ਹੀ ਨਹੀਂ ਛੂਹਿਆ ਜਾਂਦਾ ਆਜੋ ਫਿਰ ਛੂ ਕੇ ਵੇਖ ਲੈਂਦੇ ਆ ਆਜੋ ਠੀਕ ਆ ਹਾਂਜੀ ਜੇ ਅਸੀਂ ਉੱਥੇ ਹੁੰਦੇ ਤੇ ਅਸੀਂ ਤਾਂ ਛੂਹਣਾ ਸੀ ਕਿਹੜੇ ਨੂੰ ਜੀਵਨ ਦੇ ਬਿਰਛ ਨੂੰ ਬੜਿਆਂ ਦਾ ਸਵਾਲ ਆ ਕਿ ਅਸੀਂ ਜੀਵਨ ਦੇ ਬਿਰਛ ਨੂੰ ਸੁਣਾ ਸੀ ਤਾਂ ਮੇਰਾ ਸਵਾਲ ਇਹ ਆ ਅੱਜ ਉਹੀ ਜੀਵਨ ਦਾ ਬਿਰਛ ਇੱਕ ਆ ਗਿਆ ਹੋਰ ਦੇ ਰਿਹਾ ਹਾਂਜੀ ਉਹੀ ਜੀਵਨ ਦਾ ਬਿਰਛ ਜਿਸ ਨੇ ਉੱਥੇ ਹਵਾ ਨੂੰ ਆਖਿਆ ਸੀ ਕਿ ਤੂੰ ਉਹਨੂੰ ਨਾ ਛੂ ਤੇ ਉਹਨੇ ਨਹੀਂ ਸੀ ਛੂਣਾ ਪਰ ਉਹਨੇ ਛੂ ਲਿਆ ਅੱਜ ਉਹੀ ਜੀਵਨ ਦਾ ਬਿਰਛ ਸਮਝ ਰਹੇ ਹੋ ਜੋ ਕਿ ਸਾਡੇ ਯੁੱਗ ਦਾ ਵਚਨ ਹੈ ਹਾਂਜੀ ਅੱਜ ਜੀਵਨ ਦਾ ਬਿਰਛ ਤੁਹਾਨੂੰ ਵੀ ਤੇ ਮੈਨੂੰ ਵੀ ਕੁਝ ਕਹਿ ਰਿਹਾ ਹੈ ਸਮਝ ਰਹੇ ਹੋ ਤੁਹਾਨੂੰ ਤੇ ਮੈਨੂੰ ਕੁਝ ਕਹਿ ਰਿਹਾ ਹੈ ਔਰ ਜੋ ਉਹ ਕਹਿ ਰਿਹਾ ਹੈ ਤੇ ਉਹ ਬੜਾ ਖਾਸ ਆ ਸੁਣ ਰਹੇ ਹੋ ਤਾਂ ਪਹਿਲਾ ਨੰਬਰ ਇਹ ਆ ਕਿ ਖੁਦਾ ਨੇ ਆਖਿਆ ਤੂੰ ਆਪਦਾ 6 ਦਿਨ ਕੰਮ ਕਰ ਪੂਰਾ ਰੀਜ਼ਨਾ ਹਾਂਜੀ ਸੁਣ ਰਹੇ ਹੋ ਸਾਰੇ ਨੇ ਤੇ 7ਵੇਂ ਦਿਨ ਤੂੰ ਕਿੱਥੇ ਹੋਣਾ ਚਾਹੀਦਾਗਾ ਬੋਲ ਦੋ ਖੁਦਾ ਦੀ ਹਜ਼ੂਰੀ ਦੇ ਵਿੱਚ ਹੋਣਾ ਚਾਹੀਦਾ ਤਾਂ ਹੁਣ ਦੱਸੋ ਹਵਾਲੀ ਗਲਤੀ ਹੁੰਦੀ ਹੈ ਕਿ ਨਹੀਂ ਖੁਦਾ ਨੇ ਤਾਂ ਕਿਹਾ ਵੀ 6 ਦਿਨ ਤੂੰ ਕੰਮ ਕਰ ਪਰ ਸਾਡੇ ਤੋਂ 7ਵਾਂ ਵੀ ਨਹੀਂ ਛੁੱਟਦਾ ਕੀ ਕਰ ਰਹੇ ਹੋ ਸੁਣ ਰਹੇ ਹੋ ਸਾਰੇ ਜਾਣੇ ਬੱਚੇ ਉਹੀ ਕੁਛ ਸੇਮ ਉਹੀ ਗੱਲਾਂ ਹੋ ਰਹੀਆਂ ਨੇ ਖੁਦਾ ਨੇ ਆਗਿਆ ਦਿੱਤੀ ਸੀ ਕਿ ਤੁਸੀਂ ਉਸ ਨੂੰ ਨਾ ਹੱਥ ਲਾਓ ਅਖਿਲੇ ਏਡਾ ਛੋਟਾ ਜਿਹਾ ਕੰਮ ਆਖਿਆ ਸੀ ਇਹ ਵੀ ਨਹੀਂ ਉਹ ਤੁਰਿਆ ਗਿਆ ਇਹ ਵੀ ਆਹੀ ਨਹੀਂ ਸੀ ਹੋਣਾ ਆਪਾਂ ਤਾਂ ਇਹੀ ਕਰਨਾ ਸੀ ਵੀ ਨਹੀਂ ਛੂਣਾ ਨਹੀਂ ਛੂਦੇ ਮੇਰੇ ਭੈਣ ਭਰਾਵੋ ਛੂਣ ਦਾ ਮਤਲਬ ਬੜਾ ਗਹਿਰਾ ਹੈ ਆਮੀਨ ਛੂਣ ਦਾ ਮਤਲਬ ਕੱਲਾ ਕਹਿ ਦੇਣਾ ਹੀ ਨਹੀਂਗਾ ਛੂਣ ਦਾ ਮਤਲਬ ਦੇ ਪਿੱਛੇ ਇੱਕ ਆਗਿਆ ਹੈ ਆਮੀਨ ਖੁਦਾ ਦੀ ਇੱਕ ਆਗਿਆ ਜਿਸ ਨੂੰ ਵਚਨ ਦੇ ਵਿੱਚ ਲਿਖਿਆ ਮੇਰੇ ਕੋਲ ਸੰਦੇਸ਼ ਆ ਨਬੀ ਦਾ ਜਿਸ ਦੇ ਵਿੱਚ ਲਿਖਿਆਗਾ ਖੁਦਾ ਦਾ ਭਗਤੀ ਦੇ ਲਈ ਠਹਿਰਾਇਆ ਹੋਇਆ ਇੱਕ ਸਥਾਨ ਆਮੀਨ ਔਰ ਇਸ ਦੇ ਬਾਰੇ ਵਿੱਚ ਨਬੀ ਦੱਸ ਰਿਹਾ ਕਹਿੰਦਾ ਭਵਿਸ਼ਤਾ ਆਪਣੇ ਆਪ ਵਿੱਚ ਦੋ ਮਤਲਬ ਰੱਖਦੀ ਆ ਭਵਿਸ਼ਤਾ ਸਾਰ ਆਪਣੇ ਆਪ ਵਿੱਚ ਉਸਦੇ ਦੋ ਮਤਲਬ ਆ ਕਿ ਇੱਕ ਤਾਂ ਖੁਦਾ ਦੀ ਆਗਿਆ ਨੂੰ ਮੰਨਣਾ ਤੇ ਜੀਵਨ ਲੈ ਲੈਣਾ ਤੇ ਇੱਕ ਖੁਦਾ ਦੇ ਵਚਨ ਦੀ ਅਨਾਗਿਆਕਾਰੀ ਕਰਨੀ ਮੌਤ ਦੇ ਵਿੱਚ ਚਲੇ ਜਾਣਾ ਸਮਝ ਰਹੇ ਹੋ ਤੁਸੀਂ ਇਸ ਗੱਲ ਨੂੰ ਤਾਂ ਭਵਿਸ਼ਤਾ ਸਾਰ ਆਪਣੇ ਆਪ ਵਿੱਚ ਦੋ ਮਤਲਬ ਰੱਖਦੀ ਆ ਉਸੇ ਤਰੀਕੇ ਨਾਲ ਮੇਰੇ ਭੈਣ ਭਰਾਵੋ ਅੱਜ ਸਾਡੇ ਕੋਲੇ ਵੀ ਕੁਝ ਐਸਾ ਹਿੱਸਾ ਹੈ ਅਸੀਂ ਕਿਹੜੇ ਪਾਸੇ ਨੂੰ ਛੂ ਰਹੇ ਹੋ ਜਿਆਦੇ ਆਮੀਨ ਮੇਰੇ ਭੈਣ ਭਰਾਵੋ ਪ੍ਰਭੂ ਦੇ ਖਾਸ ਲੋਕ ਆ ਜਿਹੜੇ ਉਹ ਪ੍ਰਭੂ ਨੂੰ ਹੀ ਪਹਿਲ ਰੱਖਦੇ ਆ ਪ੍ਰਭੂ ਦੀ ਆਗਿਆ ਹੁਣ ਸੁਣੋ ਮੇਰੀ ਗੱਲ ਧਿਆਨ ਨਾਲ ਮੈਂ ਕੁਝ ਖਾਸ ਗੱਲ ਬੋਲਣ ਜਾ ਰਿਹਾ ਆਓ ਮੇਰੇ ਨਾਲ ਖੁਦਾ ਦੇ ਵਚਨ ਚੋਂ ਪੜੋ ਇੱਕ ਲਿਖਤ ਕੂਚ ਦੀ ਕਿਤਾਬ ਪਹਿਲਾ ਦੇ ਸੌਰੀ ਦੂਸਰਾ ਉਹਦੀ ਪਹਿਲੀ ਐਡ ਪੜੀਏ 2 ਦੀ 1 ਲੇਵੀ ਦੇ ਘਰਾਣੇ ਦੇ ਮੁਖ ਨੇ ਜਾ ਕੇ ਲੇਵੀ ਦੇ ਇੱਕ ਧੀ ਨੂੰ ਵਿਆਹ ਲਿਆ ਲੇਵੀ ਦੇ ਘਰਾਣੇ ਦੇ ਵਿੱਚੋਂ ਇੱਕ ਮਨੁੱਖ ਨੇ ਲੇਵੀ ਦੀ ਹੀ ਇੱਕ ਧੀ ਨੂੰ ਵਿਆਹ ਲਿਆ ਅਤੇ ਉਹ ਧੀ ਵੀ ਗਰਭਵਤੀ ਹੋਈ ਵਚਨ ਵਿੱਚ ਲਿਖਿਆ ਜਦੋਂ ਉਹ ਧੀ ਗਰਭਵਤੀ ਹੋਈ ਔਰ ਪੁੱਤਰ ਜਨੀ ਉਹਨੇ ਕੀ ਕੀਤਾ ਇੱਕ ਪੁੱਤਰ ਨੂੰ ਜਨਮ ਦਿੱਤਾ ਪੜੀਏ ਜਾਂ ਉਸਨੇ ਵੇਖਿਆ ਕਿ ਉਹ ਸੋਹਣਾ ਹੈ ਜਦੋਂ ਉਸਨੇ ਦੇਖਿਆ ਕਿ ਉਹਦਾ ਪੁੱਤਰ ਉਹ ਕੀ ਆ ਬਈ ਸੋਹਣਾ ਹੁਣ ਇਹਦਾ ਮਤਲਬ ਇਹ ਨਹੀਂ ਉਦੋਂ ਪਹਿਲਾਂ ਉਹਦੇ 2 ਪੁੱਤਰ ਹੋਰ ਸੀ ਹਾਂਜੀ ਇੱਕ ਪੁੱਤਰ ਸੀ ਇੱਕ ਧੀ ਸੀ ਹਾਂਜੀ ਬਿਲਕੁਲ 2 ਬੱਚੇ ਹੋਰ ਸੀ ਉਸ ਤੋਂ ਪਹਿਲਾਂ ਸਹੀ ਹੈ ਆਮੀਨ ਹੁਣ ਉਹਨਾਂ ਦੇ ਬਾਰੇ ਵਿੱਚ ਨਹੀਂ ਮੈਨੂੰ ਪਤਾ ਕਿੱਥੇ ਕੀ ਕੁਛ ਆ ਪਰ ਯਾਦ ਰੱਖੋ ਇਹਦੇ ਬਾਰੇ ਵਿੱਚ ਕੁਝ ਖਾਸ ਹਿੱਸਾ ਲਿਖਿਆ ਗਿਆ
ਆਮੇਨ। ਇਹਦੇ ਬਾਰੇ ਵਿੱਚ ਇੱਕ ਖਾਸ ਹਿੱਸਾ ਹੈ ਜੋ ਲਿਖਿਆ ਗਿਆ। ਲਿਖਿਆ ਖਾਸ ਹਿੱਸਾ ਹੈ ਕਿ ਵੀ ਉਹ ਬੜਾ ਸੋਹਣਾ ਸੀਗਾ। ਆਮੇਨ। ਹੁਣ ਸੋਹਣਾ ਕੱਲਾ ਸ਼ਕਲ ਤੋਂ ਨਹੀਂ ਹੁੰਦਾਗਾ। ਹਾਂਜੀ। ਅੱਜ ਕੱਲ੍ਹ ਲੋਕ ਸ਼ਕਲਾਂ ਨੂੰ ਜ਼ਿਆਦਾ ਵੇਖਦੇ ਆ ਵੀ ਸ਼ਕਲ ਤਾਂ ਸੋਹਣੀ ਹੋਣੀ ਚਾਹੀਦੀ ਆ, ਧੀ ਪੁੱਤ ਦੀ ਭਾਈ ਸ਼ਕਲ ਸੋਹਣੀ ਹੋਣੀ ਚਾਹੀਦੀ ਆ, ਬਿਲਕੁਲ। ਅਕਲ ਭਾਵੇਂ ਨਾ ਹੀ ਹੋਵੇ। ਮੇਰੇ ਭੈਣ ਭਰਾ ਨੂੰ ਮਾਫ ਕਰਨਾ ਕੁਛ ਕੋੜੇ ਸ਼ਬਦ ਆ, ਪਰ ਮੈਂ ਗੱਲ ਦੱਸਣੀ ਚਾਹੁੰਦਾ ਬਾਈਬਲ ਦੇ ਵਿੱਚ ਸਾਡੇ ਸਮੇਂ ਦੇ ਨਬੀ ਭਾਈ ਇਬਰਾਹਿਮ ਨੇ ਆਖਿਆਗਾ ਤੁਹਾਡੀ ਸੁੰਦਰਤਾ ਤੁਹਾਡਾ ਚਰਿੱਤਰ ਹੈ। ਹਾਂਜੀ ਆਮੇਨ। ਤੁਹਾਡਾ ਚਰਿੱਤਰ ਕੀ ਬੋਲਦਾ ਤੁਹਾਡਾ? ਆਮੇਨ। ਸਮਝ ਰਹੇ ਤੁਸੀਂ ਬੱਚੋ ਨੂੰ? ਆਮੇਨ। ਕਿਸੇ ਵੀ ਮਨੁੱਖ ਦੀ ਜਾਂ ਕਿਸੇ ਵੀ ਭੈਣ ਦੀ ਜਾਂ ਕਿਸੇ ਵੀ ਭਾਈ ਦੀ ਚਿਹਰੇ ਦੀ ਸੁੰਦਰਤਾ ਨਾ ਦੇਖੋ। ਪਿਛਲੇ ਹਫਤੇ ਆਪਾਂ ਦੇਖ ਰਹੇ ਸੀ ਆਮੇਨ, ਜਿਹਨੂੰ ਮਸਾ ਕਰਨ ਦੀ ਗੱਲ ਹੋਈ ਸੀ ਤੇ ਖੁਦਾ ਨੇ ਵੀ ਆਖਿਆ ਵੀ ਇਹਦੇ ਮੂੰਹ ਵੱਲ ਨਾ ਜਾ, ਇਹਦੇ ਕੱਦ ਕਾਠ ਵੱਲ ਨਾ ਜਾ, ਕਿਉਂਕਿ ਉਹਦਾ ਚਰਿੱਤਰ ਕੀ ਸੀ ਉਹ ਖੁਦਾ ਹੀ ਜਾਣਦਾ ਸੀਗਾ। ਆਮੇਨ। ਕਿਸ ਤਰ੍ਹਾਂ ਦਾ ਸੀ ਉਹ, ਕੀ ਕਰਨ ਜਾ ਰਿਹਾ ਸੀ, ਇਹ ਖੁਦਾ ਜਾਣਦਾਗਾ। ਲੰਬੇ ਕੱਦਾਂ ਦਾ ਕੀ ਫਾਇਦਾ ਜੇ ਮਾਰੀ ਮੁੱਕ ਜਾਣ। ਮੈਨੂੰ ਮਾਫ ਕਰਨਾ, ਮੈਂ ਕਦੇ ਸਿੱਧੀ ਭਾਸ਼ਾ 'ਚ ਮੈਂ ਬੋਲ ਦਿੰਦਾ ਹੁੰਦਾ। ਵੱਡੇ ਕੱਦਾਂ ਦਾ ਕੀ ਫਾਇਦਾ ਜੇ ਲੜਨ ਲੱਗੇ ਡਰਨ। ਇਹੀ ਤਾਂ ਹੋਇਆ ਸੀ ਉੱਥੇ, ਹੋਇਆ ਸੀ ਕਿ ਨਹੀਂ ਦੱਸੋ? ਹੋਇਆ ਸੀ। ਇਹੀ ਹੋਇਆ ਸੀ ਜਦੋਂ ਗੋਲੀ ਸਾਹਿਬ ਚੰਗੇ ਫੌਜ ਦੇ ਵਿੱਚ ਉਹ ਭਰਤੀ ਹੋਏ। ਸਮਝ ਗਏ? ਹਾਂਜੀ। ਫੌਜ ਦੇ ਵਿੱਚ ਭਰਤੀ ਹੋਏ, ਚੰਗੇ ਕੱਦ ਕਾਠਾਂ ਵਾਲੇ। ਖੁਦਾ ਇਹੋ ਜਿਹੇ ਨੂੰ ਚੁਣਦਾ। ਖੁਦਾ ਅੱਗੇ ਦੇਖ ਰਿਹਾ ਸੀ ਵੀ ਕੀ ਕਰਦੇ ਆ। ਖੁਦਾ ਦੇਖਦਾ ਸੀ ਜਦੋਂ ਗੋਲੀਆਂ ਚੱਲਦੀਆਂ। ਮੈਨੂੰ ਮਾਫ ਕਰਨਾ, ਮੈਂ ਦੂਸਰੀ ਭਾਸ਼ਾ ਵਿੱਚ ਗੱਲ ਕਰਦਾ। ਜਦੋਂ ਗੋਲੀਆਂ ਚੱਲਦੀਆਂ ਉਹਨੇ ਹੋ ਕੇ ਬੈਠਣ ਵਾਲਿਆਂ ਚੋਂ ਸੀ। ਵਚਨ ਵਿੱਚ ਲਿਖਿਆ ਜਦੋਂ ਉਹ ਗਾਲਾਂ ਕੱਢ ਰਿਹਾ ਸੀਗਾ, ਇਹ ਡਰ ਕੇ ਲੁਕੇ ਹੋਏ ਸੀਗੇ। ਤੇ ਨਵੇਂ ਨੇਮ ਵਿੱਚ ਤੁਹਾਨੂੰ ਮਿਲੇਗਾ ਉਹ ਮੂੰਹ ਦੇ ਸ਼ਬਦ ਆ ਜਿਹੜੇ ਉਹ ਮਾਰਦੇ ਪੱਥਰਾਂ ਦੀ ਨਹੀਂ। ਸੁਣ ਰਹੇ ਹੋ? ਨਵੇਂ ਨੇਮ ਵਿੱਚ ਤੁਹਾਨੂੰ ਇਹ ਸਾਰਾ ਕੁਝ ਮਿਲੇਗਾ। ਪਰ ਯਾਦ ਰੱਖੋ ਮੇਰੇ ਭੈਣ ਭਰਾਵੋ, ਜਦੋਂ ਉਹ ਤਾਂ ਖੁਦਾ ਨੂੰ ਗਾਲਾਂ ਕੱਢ ਰਹੇ ਸੀ, ਗੋਲੀਅਤ ਖੁਦਾ ਨੂੰ ਗਾਲਾਂ ਕੱਢ ਰਿਹਾ ਸੀ, ਔਰ ਇਹ ਯੋਧੇ ਜਿਹੜੇ ਵੱਡੇ ਵੱਡੇ ਦਿਖਣ 'ਚ ਲੱਗਦੇ ਸੀ, ਚੰਗੇ ਕਦਾਂ ਕਾਠਾਂ ਵਾਲੇ ਸੀ, ਇਹ ਪਾਸੇ ਹੋ ਗਏ ਉੱਥੇ ਬੂਝਾਂ ਦੇ ਓਲੇ ਲੁਕੇ ਬੈਠੇ ਸੀ। ਕਾਹਦੇ ਵਾਸਤੇ? ਵੀ ਜ਼ਰੂਰ ਮਰਨਾ ਇਹਦੇ ਨਾਲ ਲੜ ਕੇ। ਪਰ ਆ ਖਾਸ ਫਰਕ ਸੀ ਮੇਰੇ ਭੈਣ ਭਰਾਵੋ। ਆਮੇਨ। ਫਰਕ ਸੀ ਕੋਈ, ਕਿਉਂਕਿ ਉਹ ਲੋਕ ਡਰਨ ਵਾਲੇ ਸੀ, ਪਰ ਜੋ ਖੁਦਾ ਦਾ ਖਾਸ ਸੀ ਉਹਨੂੰ ਪਤਾ ਸੀ ਕਿ ਜਿੱਥੇ ਮੈਂ ਹਾਂ ਖੁਦਾ ਨੇ ਵਾਅਦਾ ਕੀਤਾ ਮੈਂ ਤੈਨੂੰ ਕਦੇ ਇਕੱਲੇ ਨਹੀਂ ਛੱਡਣਾ। ਆਮੇਨ। ਆਮੇਨ। ਕਈ ਵਾਰ ਹੁੰਦਾ ਕਿ ਮੇਰੇ ਭੈਣ ਭਰਾ ਕਦੇ ਦਵਾਈ ਦੇਣ ਜਾਂਦੇ ਆ, ਸੋਚਦੇ ਆ ਵੀ ਜੇ ਦਵਾ ਕੀਤੀ ਪਤਾ ਨਹੀਂ ਕੰਮ ਹੋਊਗਾ ਕਿ ਨਹੀਂ। ਕੰਮ ਤੁਸੀਂ ਕਰਨਾ ਕਿ ਖੁਦਾ ਨੇ ਕਰਨਾ? ਖੁਦਾ। ਹਾਂਜੀ। ਕੰਮ ਕਿਹਨੇ ਕਰਨਾ ਭਲਾ? ਕੰਮ ਤਾਂ ਖੁਦਾ ਨੇ ਕਰਨਾ। ਤੇ ਤੁਸੀਂ ਆਪਦੀ ਤਾਂ ਕੋਈ ਮਸ਼ਹੂਰੀ ਉੱਥੇ ਕਰਨ ਨਹੀਂ ਗਏ। ਸਮਝ ਰਹੇ ਹੋ ਕਿ ਨਹੀਂ? ਕੰਮ ਖੁਦਾ ਨੇ ਕਰਨਾ। ਤੁਸੀਂ ਦੱਸਣ ਗਏ ਹੋ ਖੁਦਾ ਦੇ ਵਚਨ ਬਾਰੇ ਕਿ ਤੁਸੀਂ ਪ੍ਰਭੂ ਨੂੰ ਆਪਣਾ ਜੀਵਨ ਦਿਓ, ਤੁਸੀਂ ਬਚਾਏ ਜਾਓਗੇ। ਵਚਨ ਵਿੱਚ ਲਿਖਿਆ ਤੂੰ ਵਿਸ਼ਵਾਸ ਕਰ ਤੂੰ ਔਰ ਤੇਰਾ ਘਰਾਣਾ ਬਚਾਏ ਜਾਓਗੇ। ਆਮੇਨ। ਵਿਸ਼ਵਾਸ ਕਰੋ, ਵਿਸ਼ਵਾਸ ਦੇ ਨਾਲ ਤੂੰ ਤੇ ਤੇਰਾ ਘਰਾਣਾ ਬਚਾਇਆ ਜਾਵੇਗਾ। ਸੁਣ ਰਹੇ ਹੋ ਸਾਰੇ? ਤੇ ਗਵਾਹੀ ਜਦੋਂ ਦਿੰਦੇ ਆ, ਹਾਂਜੀ ਉੱਥੇ ਅਸੀਂ ਕੁਝ ਰੱਖਣਾ ਹੁੰਦਾ, ਕੁਝ ਪੁਆਇੰਟ ਰੱਖਣੇ ਹੁੰਦੇ ਆ, ਕੁਝ ਖਾਸ ਗੱਲਾਂ ਖੁਦਾ ਦੀਆਂ ਉਹਨਾਂ ਨੂੰ ਦੱਸਣੀਆਂ ਹੁੰਦੀਆਂ, ਔਰ ਫਿਰ ਉਸ ਤੋਂ ਬਾਅਦ ਵਿੱਚ ਰਿਜ਼ਲਟ ਨਿਕਲਣਾ ਹੁੰਦਾ ਹੈ। ਆਮੇਨ। ਇਸੇ ਤਰੀਕੇ ਨਾਲ ਖੈਰ ਮੈਂ ਅੱਗੇ ਜਾਂਦਾ ਥੋੜਾ ਜਿਹਾ, ਇਹ ਚੀਜ਼ ਨੂੰ ਸ਼ੋਰਟ ਕਰ ਦਾਂਗਾ। ਤਾਂ ਜਦੋਂ ਫਿਰ ਉਹ ਉਸ ਜਗ੍ਹਾ ਦੇ ਵਿੱਚ ਗੋਲੀਅਤ ਆਇਆ ਤਾਂ ਸਾਰੇ ਡਰ ਕੇ ਬੈਠੇ ਹੋਏ ਸੀਗੇ। ਆਮੇਨ। ਸਾਰੇ ਡਰੇ ਬੈਠੇ ਸੀ। ਕੀ ਫਾਇਦਾ ਸੀ ਵੱਡੇ ਕਦਾਂ ਦਾ? ਸਮਝ ਰਹੇ ਹੋ? ਵੱਡੇ ਚੰਗੇ ਚੌੜੇ ਕੱਦ ਕਾਠ ਸੀਗੇ, ਕੀ ਫਾਇਦਾ ਸੀ ਉਹਨਾਂ ਦਾ? ਕੋਈ ਫਾਇਦਾ ਨਹੀਂ ਨਿਕਲਿਆ। ਜਦੋਂ ਅੱਗੇ ਸਾਹਮਣੇ ਯੋਧਾ ਆਇਆ ਤੇ ਉਦੋਂ ਫਿਰ ਉਹ ਡਰਦੇ ਆ। ਆਮੇਨ। ਮੇਰੇ ਭੈਣ ਭਰਾਵੋ, ਇਹ ਚੀਜ਼ਾਂ ਨਹੀਂ, ਅੰਦਰੋਂ ਦਲੇਰੀ ਹੋਣੀ ਚਾਹੀਦੀ ਹੈ। ਸਿਆਣੇ ਬੰਦੇ ਕਹਿੰਦੇ ਹੁੰਦੇ ਆ, ਪਤਾ ਕੀ ਆ, ਜੇ ਛੋਟਾ ਹੋਵੇ ਨਾ, ਛੋਟਾ ਤੇ ਕੋਈ ਵੱਡੇ ਨਾਲ ਲੜਨ ਜਾਂਦਾ ਹੈਗਾ, ਕਹਿੰਦਾ ਜੇ ਉਹਨੇ 5-6 ਮਾਰੀਆਂ ਇੱਕ ਤਾਂ ਮਾਰੂੰਗਾ ਹੀ। ਆਮ ਖਾਸ ਗੱਲਾਂ ਦੇ ਵਿੱਚ ਚੱਲਦਾ ਹੈਗਾ ਵੀ ਜੇ ਉਹਨੇ 5-6 ਮਾਰੀਆਂ ਇੱਕ ਤਾਂ ਬਚੂਗੀ ਮੇਰੇ ਤੋਂ। ਪਰ ਉਹ ਇਹ ਗੱਲ ਨਹੀਂ ਲੈ ਕੇ ਗਿਆ ਸੀ ਵੀ ਜੇ ਉਹਨੇ 5 ਮਾਰੀਆਂ ਤੇ ਇੱਕ ਬਚੂਗੀ। ਉਹ ਪਹਿਲੇ ਲੈ ਕੇ ਗਿਆ ਸੀ, ਪਹਿਲੀ ਤਾਂ ਮੈਂ ਹੀ ਛੱਡਣੀ ਆ। ਆਮੇਨ। ਉਹ ਪਹਿਲੀਆਂ 'ਚ ਇਹ ਗੱਲ ਲੈ ਕੇ ਗਿਆ ਸੀਗਾ। ਉਸਨੇ ਵਾਰ ਕੀਤੇ ਸੀ। ਆਮੇਨ। ਉਹਨੇ ਵਾਰ ਕੀਤੇ ਪਰ ਦਾਊਦ ਬਚਿਆ। ਆਮੇਨ। ਪਰ ਜਦੋਂ ਦਾਊਦ ਨੇ ਵਾਰ ਕੀਤਾ ਫਿਰ ਬਚਣ ਦਾ ਮੌਕਾ ਨਹੀਂ ਮਿਲਿਆ। ਹਾਲੇਲੂਇਆ। ਜਦੋਂ ਤੁਸੀਂ ਕਿਸੇ ਘਰ ਵਿੱਚ ਗਵਾਹੀ ਲੈ ਕੇ ਜਾਂਦੇ ਹੋ ਮੇਰੇ ਭੈਣ ਭਰਾਵੋ, ਦੁਸ਼ਟ ਵੀ ਵਾਰ ਕਰਦਾ ਹੈ ਉਧਰੋਂ। ਆਮੇਨ। ਪਰ ਯਾਦ ਰੱਖੋ ਇੱਕ ਵਾਰ ਤੁਹਾਡਾ ਵੀ ਹੋਣਾ ਚਾਹੀਦਾ ਜਿਹੜਾ ਦੁਸ਼ਟ ਦਾ ਮੂੰਹ ਬੰਦ ਕਰ ਸਕੇ। ਹਾਲੇਲੂਇਆ।
ਖੁਦਾ ਬਹੁਤ ਬਰਕਤ ਦੇਵੇ। ਤੁਸੀਂ ਇੱਕ ਖਾਸ ਪਰਜਾ ਹੋ ਖੁਦਾ ਦੀ। ਪੜ੍ਹੀਏ ਥੋੜ੍ਹਾ ਵਚਨ ਦੇ ਵਿੱਚੋਂ। ਅਸੀਂ ਉਸ ਮੁੰਡੇ ਬਾਰੇ ਪੜ੍ਹ ਰਹੇ ਹਾਂ, ਬੜਾ ਖਾਸ ਸੀਗਾ। ਜਾ ਉਸਨੇ ਵੇਖਿਆ ਕਿ ਉਹ ਸੋਹਣਾ ਹੈ। ਜਦੋਂ ਵੇਖਿਆ ਕਿ ਉਹ ਮੁੰਡਾ ਬੜਾ ਸੋਹਣਾ ਗਾ। ਹੁਣ ਸੋਹਣੇ ਬਾਰੇ ਵਿੱਚ ਤਾਂ ਤੁਸੀਂ ਸੁਣ ਹੀ ਲਿਆ ਗਾ। ਸੋਹਣਾ ਚਿਹਰਾ ਤੋਂ ਨਹੀਂ ਦੇਖਿਆ ਜਾਂਦਾ ਗਾ। ਸੋਹਣੇ ਦਾ ਮਤਲਬ ਹੁੰਦਾ ਗਾ ਅਗਲੇ ਦਾ ਚਰਿੱਤਰ। ਜੇ ਤੁਹਾਡਾ ਚਰਿੱਤਰ ਸਾਫ਼ ਸੁਥਰਾ ਗਾ ਤੇ ਭਾਵੇਂ ਤੁਹਾਡੀ ਸ਼ਕਲ ਜਿਸ ਤਰ੍ਹਾਂ ਦੀ ਮਰਜ਼ੀ ਆ, ਪਰ 10 ਮਨੁੱਖ ਤੁਹਾਡੀ ਗਵਾਹੀ ਦੇਣਗੇ ਕਿ ਭਾਈ ਉਹਦੇ ਵਰਗਾ ਮੁੰਡਾ ਨਹੀਂ ਹੈਗਾ ਕੋਈ, ਉਹਦੇ ਵਰਗੀ ਕੋਈ ਕੁੜੀ ਨਹੀਂ ਹੈਗੀ। ਤੇ ਸੋਹਣੀ ਤਾਂ ਜਿੰਨੀ ਮਰਜ਼ੀ ਕੋਈ ਬਣ ਜੇ, ਭਾਵੇਂ ਭੈਣ ਆ ਤੇ ਭਾਵੇਂ ਕੋਈ ਭਾਈ ਆ। ਸੁਣ ਰਹੇ ਹੋ? ਮੈਨੂੰ ਮਾਫ ਕਰਨਾ, ਪਰ ਸਾਡਾ ਕਰੈਕਟਰ, ਸਾਡਾ ਚਰਿੱਤਰ ਬੋਲੇਗਾ। ਵਚਨ ਦਾ ਚਰਿੱਤਰ ਦਿਖਾਉਂਦਾਗਾ। ਆਮੀਨ। ਔਰ ਜੇ ਸਾਡੇ ਕੋਲੇ ਚਰਿੱਤਰ ਨਹੀਂ ਤਾਂ ਇੱਕ ਦਿਨ ਸਾਨੂੰ ਐਸਾ ਭੱਦਾ ਹੀ ਨਾਲ ਮਿਲਣ ਵਾਲਾ ਹੈ ਖੁਦਾ ਵੱਲੋਂ, ਜਿਹੜਾ ਫਿਰ ਸਾਰੀ ਉਮਰ ਪਛਤਾਉਣਾ ਹੁੰਦਾਗਾ। ਮੈਨੂੰ ਮਾਫ ਕਰਨਾ, ਸੱਚਾਈਆਂ ਹੈ ਵਚਨ ਦੀਆਂ। ਆਮੀਨ। ਇਹ ਅਟਲ ਸੱਚਾਈਆਂ। ਇਹ ਤੋਂ ਚੰਗਾ ਆਪ ਹਿੰਮਤ ਕਰਨ ਨਾਲੋਂ ਚੰਗਾਗਾ ਖੁਦਾ ਦੇ ਉੱਤੇ ਛੱਡ ਦਿਓ। ਆਮੀਨ। ਵਚਨ ਵਿੱਚ ਲਿਖਿਆ ਜੀ ਯਹੋਵਾ ਹੀ ਘਰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੋ ਜਾਂਦੀ ਹੈ। ਆਮੀਨ। ਮੇਰੇ ਭੈਣ ਭਰਾਵੋ, ਵਚਨ ਦੇ ਵਿੱਚ ਲਿਖਿਆ ਹੈਗਾ ਜੇ ਅਸੀਂ ਖੁਦਾ ਨੂੰ ਜਾਣੀਏ। ਆਮੀਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਖੁਦਾ ਨੂੰ ਜਾਣਨਾ ਜ਼ਰੂਰੀ ਆ। ਸਾਰਾ ਸੰਸਾਰ ਚੱਲ ਰਿਹਾ ਹੈਗਾ ਆਪ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਦੀ ਆਪ ਹੀ ਪੂਜਾ ਕਰ ਰਿਹਾ ਹੈਗਾ। ਸੱਚ ਤੋਂ ਬੜੇ ਪਾਸੇ ਹੋ ਚੁੱਕੇ ਆ ਲੋਕ। ਆਮੀਨ। ਪਰ ਸਾਨੂੰ ਖੁਦਾ ਨੇ ਕਿਸੇ ਪੂਜਾ ਵਾਸਤੇ ਨਹੀਂ ਚੁਣਿਆਗਾ। ਕਿ ਪੂਜਾ ਵਾਸਤੇ ਚੁਣਿਆ? ਦੱਸੋ ਮਾੜਾ ਜਿਹਾ। ਪੂਜਾ ਇੱਕ ਅਲੱਗ ਚੀਜ਼ ਆ। ਸਮਝ ਰਹੇ ਹੋ? ਪੂਜਾ ਇੱਕ ਅਲੱਗ ਚੀਜ਼ ਆ। ਔਰ ਸਾਨੂੰ ਪੂਜਾ ਪਾਜਾ ਵਾਸਤੇ ਨਹੀਂ ਚੁਣਿਆਗਾ, ਸਾਨੂੰ ਵਰਸ਼ਿਪ ਵਾਸਤੇ ਚੁਣਿਆ। ਸਿਰਫ ਅਸੀਂ ਮੂੰਹ ਦੇ ਨਾਲ ਉਹਦਾ ਧੰਨਵਾਦ ਕਰੀਏ। ਸਾਨੂੰ ਕੋਈ ਇੱਥੇ ਦੂਜੀਆਂ ਧੂਫਾਂ ਦੀ ਲੋੜ ਨਹੀਂ ਗੀ। ਆ ਜਿਹੜੀਆਂ ਇੱਥੇ ਪਹਿਲਾਂ ਅੱਧਾ ਘੰਟਾ ਹੀ ਪਹਿਲਾਂ ਤਲੀ ਤੇ ਮਲੀ ਜਾਂਦੇ ਹੁੰਦੇ ਸੀਗੇ, ਹੁਣ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਗੀ। ਹੁਣ ਪਤਾ ਲੱਗਦਾ ਹੁਣ ਉਹ ਧੂਫ ਹੈ ਕਿਹੜੀ ਆ। ਪਤਾ ਹੋਣ ਲੱਗਦਾ ਵਚਨ ਚੋਂ ਕਿ ਉਹ ਧੂਫ ਕਿਹੜੀ ਆ। ਵਚਨ ਵਿੱਚ ਲਿਖਿਆ ਜਿਹੜੀਆਂ ਤੁਹਾਡੀਆਂ ਪ੍ਰਾਰਥਨਾਵਾਂ ਨੇ ਉਹੀ ਉਹ ਧੂਫ ਆ। ਆਮੀਨ। ਹਾਲੇਲੂਇਆ। ਤਾਂ ਖੁਦਾ ਬੜੀ ਬਰਕਤ ਦੇ ਭਾਈ ਪੜ੍ਹ ਪੜਿਆ ਤਾਂ ਉਸ ਨੂੰ 3 ਮਹੀਨੇ ਲੁਕਾ ਛੱਡਿਆ। ਉਸ ਬੱਚੇ ਨੂੰ ਹੁਣ ਦੇਖੋ, ਇਹ ਖਾਸ ਸੀ। ਖਾਸ ਚੀਜ਼ ਨੂੰ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰੋਗੇ, ਪਰ ਖਾਸ ਚੀਜ਼ ਪ੍ਰਗਟ ਆਮੀਨ ਆਪਣੇ ਆਪ ਹੀ ਹੋ ਜਾਣਾ। ਹਾਂਜੀ। ਹਾਲੇਲੂਇਆ। ਖਾਸ ਚੀਜ਼ ਪ੍ਰਗਟ ਇਹ ਨਹੀਂ ਵੀ ਕਰੋਗੇ ਤਾਂ ਫੇਰ ਹੋਵੇਗੀ। ਖਾਸ ਚੀਜ਼ ਇਹ ਨਹੀਂ ਕਿ ਜੇ ਅਸੀਂ ਕਰਾਂਗੇ ਤਾਂ ਫੇਰ ਹੋਵੇਗੀ। ਖਾਸ ਚੀਜ਼ ਨੇ ਆਪ ਪ੍ਰਗਟ ਹੋਣਾਗਾ। ਪਰ ਖਾਸ ਚੀਜ਼ ਦੀ ਅਹਿਮੀਅਤ ਸਮਝੇਗੀ ਪਹਿਲਾਂ। ਆਮੀਨ। ਖਾਸ ਚੀਜ਼ ਦੀ ਅਹਿਮੀਅਤ ਸਮਝਣੀ ਬੜੀ ਜ਼ਰੂਰੀ ਆ। ਅੱਜ ਕੱਲ ਹੁੰਦਾ ਕੀ ਆ, ਬਸ ਇੱਕ ਚੀਜ਼ ਯਾਦ ਆ ਵੀ ਹਾਂ ਭਾਈ ਅਸੀਂ ਖੁਦਾ ਦੇ ਆ। ਸਮਝ ਰਹੇ ਹੋ? ਇੱਕ ਚੀਜ਼ ਯਾਦ ਆ ਵੀ ਅਸੀਂ ਬਸ ਖੁਦਾ ਦੇ ਆ। ਪਰ ਬਾਈਬਲ ਕਹਿੰਦੀ ਆ ਖੁਦਾ ਦੇ ਉਨੀ ਦੇਰ ਤੱਕ ਤੁਸੀਂ ਨਹੀਂ ਜਿੰਨੀ ਦੇਰ ਤੱਕ ਖੁਦਾ ਵੱਲੋਂ ਤੁਹਾਡੇ ਕੋਲ ਰਸੀਦ ਨਹੀਂ ਹੈਗੀ। ਤੇ ਸਵਾਲ ਇਹ ਆ ਵੀ ਰਸੀਦ ਦਿਖਾਓ ਬਈ। ਸਹੀ ਗੱਲ। ਸਮਝ ਰਹੇ ਹੋ ਨਾ? ਕਹਿਣ ਨੂੰ ਤਾਂ ਹਰੇਕ ਹੀ ਕਹਿ ਦੂਗਾ। ਇੱਥੇ ਕਿੰਨੇ ਬੈਠੇ ਮੇਰੇ ਭੈਣ ਭਰਾ, ਮੈਂ ਵੀ ਕਹਿ ਦੂੰਗਾ। ਸਮਝ ਰਹੇ ਹੋ? ਮੈਂ ਵੀ ਕਹਿ ਦੂੰਗਾ ਕਿ ਮੈਂ ਵੀ ਖੁਦਾ ਦਾ, ਤੁਸੀਂ ਵੀ ਕਹਿ ਦੋਗੇ ਕਿ ਤੁਸੀਂ ਖੁਦਾ ਦੇ ਆ। ਪਰ ਸਵਾਲ ਇਹ ਆ ਕਿ ਜੇ ਤੁਸੀਂ ਵਾਕਈ ਖੁਦਾ ਦੇ ਆ ਤੇ ਖੁਦਾ ਦੇ ਵੱਲੋਂ ਇੱਕ ਰਸੀਦ ਆ ਤੇ ਉਹ ਰਸੀਦ ਆਪ ਪ੍ਰਮਾਣ ਦਿੰਦੀ ਆ। ਸਮਝ ਰਹੇ ਹੋ ਕਿ ਨਹੀਂ? ਚੁੱਪ ਜੇ ਕਿਉਂ ਬੈਠ ਗਏ ਆ? ਸ਼ਾਂਤੀ ਜੀ ਦਾ ਮਾਹੌਲ ਛਾਇਆ ਪਿਆ ਹੈਗਾ ਕਿ ਵਚਨ ਪੱਲੇ ਨਹੀਂ ਪੈ ਰਿਹਾ? ਬੋਲੋ ਮਾੜਾ ਜਿਹਾ। ਜੇ ਨਹੀਂ ਪੈ ਰਿਹਾ ਤਾਂ ਦੱਸ ਦਿਓ। ਵਚਨ ਦੀ ਸਮਝ ਲੱਗ ਰਹੀ ਆ? ਕੀ ਟੌਪਿਕ ਹੈ ਆਪਣਾ? ਪ੍ਰਭੂ ਦੀ ਖਾਸ ਪਰਜਾ। ਜੇ ਖਾਸ ਪਰਜਾ ਨੂੰ ਆਪ ਨੂੰ ਨਾ ਪਤਾ ਹੋਵੇ ਵੀ ਅਸੀਂ ਖਾਸ ਹਾਂ ਤੇ ਫਿਰ ਉਹ ਖਾਸ ਵੀ ਕੀ ਹੈ? ਖਾਸ ਪਰਜਾ ਨੂੰ ਇਹ ਚੀਜ਼ ਦਾ ਪਤਾ ਤਾਂ ਹੋਣਾ ਚਾਹੀਦਾ ਨਾ ਵੀ ਅਸੀਂ ਖਾਸ ਹਾਂ। ਮੂਸਾ ਇੱਥੇ ਪੈਦਾ ਹੋਇਆ। ਆਮੀਨ। ਮੈਂ ਥੋੜਾ ਖਾਸ ਦੇ ਉੱਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਹੁਣ ਥੋੜੇ ਬਸ 1-2 ਹਵਾਲੇ ਹੋਰ ਲਵਾਂਗਾ। ਖਾਸ ਦੇ ਉੱਤੇ ਮੈਂ ਦੱਸਣਾ ਚਾਹੁੰਦਾ ਮੂਸਾ ਇੱਕ ਖਾਸ ਸੀ। ਉਹਦਾ ਖਾਸ ਤਰੀਕੇ ਨਾਲ ਜਨਮ ਹੋਇਆ। ਕਦੋਂ? ਸਮਝ ਰਹੇ ਹੋ? ਕਦੋਂ ਜਨਮ ਹੋਇਆ ਮੂਸੇ ਦਾ? ਖਾਸ ਸਮੇਂ ਵਿੱਚ। ਇੱਕ ਖਾਸ ਸਮੇਂ ਦੇ ਵਿੱਚ। ਔਰ ਉਹ ਖਾਸ ਸਮਾਂ ਸੀ ਕਿ ਮੇਰੇ ਭੈਣ ਭਰਾਵੋ ਸੁਣ ਰਹੇ ਹੋ? ਖਾਸ ਸਮਾਂ ਸੀ ਕਿ ਉੱਥੇ ਜਿਹੜਾ ਵੀ ਬੱਚਾ ਪੈਦਾ ਹੁੰਦਾ ਸੀ ਨਾਲ ਦੇ ਨਾਲ ਪੈਦਾ ਮਗਰ ਹੁੰਦਾ ਸੀ, ਝੁੱਕ ਕੇ ਕੰਧ ਨਾਲ ਮਾਰਿਆ ਜਾਂਦਾ ਸੀ। ਨਾਲ ਦੇ ਨਾਲ ਉਸਦਾ ਸਿਰ ਤੋੜਿਆ ਜਾਂਦਾ ਸੀ। ਨਾਲ ਦੇ ਨਾਲ ਉਸਨੂੰ ਮਾਰ ਦਿੱਤਾ ਜਾਂਦਾ ਸੀ। ਨੀਲ ਨਦੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ। ਆਮੀਨ। ਇਸੇ ਤਰ੍ਹਾਂ ਹੀ ਇਹ ਵਚਨ ਇਸੇ ਤਰ੍ਹਾਂ ਹੀ ਬੋਲਿਆਗਾ। ਜਿਹੜਾ ਵੀ ਬੱਚਾ ਪੈਦਾ ਹੁੰਦਾ ਸੀ ਇਸਰਾਏਲੀਆਂ ਦੇ ਅੰਦਰ, ਉਸੇ ਨੂੰ ਚੁੱਕਦੇ ਸੀ,
ਵਚਨ ਦੇ ਵਿੱਚੋਂ ਇੱਕ ਖਾਸ ਚੀਜ਼ ਨਿਕਲੀ ਸੀਗੀ ਔਰ ਇਹ ਖਾਸ ਹੁਕਮ ਸੀਗਾ ਉਹ ਇਹ ਸੀਗਾ ਕਿ ਜੇ ਕੋਈ ਮੁੰਡਾ ਨਿਕਲੇ ਤਾਂ ਉਸ ਨੂੰ ਮਾਰੋ। ਸਮਝ ਗਏ? ਜੇ ਕੋਈ ਮੁੰਡਾ ਤਾਂ ਉਸ ਨੂੰ ਮਾਰ ਦੋ ਤੇ ਜੇ ਕੋਈ ਕੁੜੀ ਹੈ ਤਾਂ ਬਚਾਓ, ਕੁੜੀ ਆ ਤਾਂ ਉਸ ਨੂੰ ਰੱਖ ਲਓ। ਇਸੇ ਕਰਕੇ ਤਾਂ ਪਿਛਲੇ ਦਿਨਾਂ ਵਿੱਚ ਬੇਟੀ ਬਚਾਓ ਦਾ ਪ੍ਰਚਾਰ ਚੱਲਿਆ। ਖੈਰ ਖੁਦਾ ਮਾਫ ਕਰੇ ਆਪਾਂ ਕੋਈ ਉਹ ਪ੍ਰਚਾਰ ਨਹੀਂ ਕਰ ਰਹੇਗੇ, ਪਰ ਮੈਂ ਵਚਨ ਨੂੰ ਕੁਝ ਲਿਖਤਾਂ ਦੱਸ ਰਿਹਾਗਾ। ਆਮੀਨ। ਤਾਂ ਹੁਣ ਹੋ ਕੀ ਰਿਹਾਗਾ, ਮੁੰਡਿਆਂ ਨੂੰ ਕਿਉਂ ਮਾਰਿਆ ਜਾ ਰਿਹਾ ਸੀ? ਸਵਾਲ ਇਹ ਆ, ਸੁਣ ਰਹੇ ਹੋ? ਮੁੰਡਿਆਂ ਨੂੰ ਕਿਉਂ ਮਾਰਿਆ ਜਾ ਰਿਹਾ ਸੀਗਾ? ਮੇਰੇ ਜਵਾਨ ਭੈਣ ਭਰਾਵੋ ਥੋੜਾ ਇਸ ਗੱਲ ਦੇ ਉੱਤੇ ਗੌਰ ਕਰੋ ਜੀ। ਮੈਂ ਥੋੜਾ ਜਿਹਾ ਤੁਹਾਡੇ ਨਾਲ ਇਸ ਗੱਲ ਨੂੰ ਲੈਣਾ ਚਾਹਣਾਗਾ। ਮੁੰਡਿਆਂ ਨੂੰ ਕਿਉਂ ਮਾਰਿਆ ਜਾ ਰਿਹਾ ਸੀਗਾ? ਮੁੰਡਿਆਂ ਨੇ ਮਾਰਨ ਦੀ ਵਜ੍ਹਾ ਇਹ ਸੀ ਕਿਉਂਕਿ ਮੁੰਡੇ ਹੋਣੇ ਸੀ ਜਵਾਨ। ਜਦੋਂ ਮੁੰਡੇ ਹੋਣੇ ਸੀ ਜਵਾਨ, ਔਰ ਬਾਈਬਲ ਕਹਿੰਦੀ ਹੈ ਜਿਹੜਾ ਬੀਜ ਹੁੰਦਾਗਾ ਅੰਸ਼ ਗਾਂ ਵਧਾਉਣ ਵਾਲਾ ਉਹ ਹੁੰਦਾਗਾ ਮਰਦ ਵਿੱਚ। ਸਮਝ ਗਏ? ਇਸ ਕਰਕੇ ਉਹ ਕਹਿੰਦੇ ਸੀ ਉਹਨਾਂ ਦਾ ਬੀਜ ਅੱਗੇ ਨਾ ਵਧੇ, ਇਜ਼ਰਾਈਲੀਆਂ ਦਾ, ਇਜ਼ਰਾਈਲੀ ਇੱਥੇ ਹੀ ਮਰਨ, ਕੁੜੀਆਂ ਰਹਿਣ, ਕਦੀਆਂ ਗੁਲਾਮੀ ਦੇ ਵਿੱਚ ਹੀ ਰਹਿਣ, ਕੁੜੀਆਂ ਰਹਿਣ। ਇਸ ਕਰਕੇ ਮੁੰਡਿਆਂ ਨੂੰ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ। ਸਮਝ ਗਏ? ਇਸ ਕਰਕੇ ਮੇਰੇ ਭੈਣ ਭਰਾਵੋ ਅੱਜ ਵੀ ਸ਼ੈਤਾਨ ਦਾ ਕੁਝ ਐਸਾ ਹੀ ਰਵੱਈਆ ਜੋ ਕਿ ਮੋਬਾਈਲਾਂ ਦੇ ਪ੍ਰਤੀ ਆ। ਇਸੇ ਮੋਬਾਈਲ ਦੇ ਵਿੱਚ ਤੁਹਾਨੂੰ ਭਾਈ ਬ੍ਰਾਹਨਮ ਦੇ ਮੈਸੇਜ ਮਿਲਣਗੇ, ਹੋਰ ਬਥੇਰੇ ਮਿਲਣਗੇ ਜਿਹੜੇ ਤੁਸੀਂ ਸੁਣ ਕੇ ਆਪਦੇ ਆਪ ਨੂੰ ਵੇਖ ਸਕਦੇ ਹੋ। ਆਮੀਨ। ਪਰ ਮੋਬਾਈਲ ਵਚਨ ਸੁਣਨ ਵਿੱਚ ਇੰਨਾ ਅਸੀਂ ਵਰਤਿਆ ਨਹੀਂ ਗਾ, ਔਰ ਬੜਾ ਗੰਦ ਪਹਿਲ ਦੇਖਣ ਦੇ ਵਿੱਚ ਬੜਾ ਵਰਤ ਰਹੇ ਹਾਂ। ਤਾਂ ਹੋ ਕੀ ਰਿਹਾਗਾ ਮੇਰੇ ਭੈਣ ਭਰਾਵੋ, ਧਿਆਨ ਨਾਲ ਸੁਣੋ ਇਸ ਗੱਲ ਨੂੰ। ਹੋ ਕੀ ਰਿਹਾਗਾ, ਅੱਜ ਉਹੀ ਸ਼ੈਤਾਨ ਜਿਹੜਾ ਉਸ ਸਮੇਂ ਦੀ ਸਰਕਾਰ ਦੇ ਅੰਦਰ ਸੀ, ਸੁਣ ਰਹੇ ਹੋ? ਉਹੀ ਸ਼ੈਤਾਨ ਜਿਹੜਾ ਮਿਸਰ ਉਸ ਸਮੇਂ ਦੀ ਸਰਕਾਰ ਦੇ ਅੰਦਰ ਸੀ, ਉਹ ਕੀ ਕਰ ਰਿਹਾ ਸੀਗਾ? ਉਹ ਬੱਚਿਆਂ ਨੂੰ ਮਾਰ ਰਿਹਾ ਸੀ। ਔਰ ਅੱਜ ਐਸੀ ਸਰਕਾਰ ਦੇ ਆ ਦਿਨਾਂ ਦੇ ਵਿੱਚ ਹੋਇਆ ਕਿ ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਇੱਕ ਘਰ ਦੇ ਵਿੱਚ ਮੋਬਾਈਲ ਆਖੇ ਬੱਚਿਆਂ ਦੀ ਪੜ੍ਹਾਈ ਹੋਵੇਗੀ ਮੋਬਾਈਲਾਂ ਤੇ। ਜਿਹੜਾ ਕੋਈ ਨਹੀਂ ਵੀ ਰਹਿਣ ਦੀ ਹਾਲਤ ਵਿੱਚ ਸੀ ਉਹਦੇ ਵੀ ਹੱਥ ਵਿੱਚ ਮੋਬਾਈਲ ਫੜਾ ਦਿੱਤਾ। ਕਿਉਂ? ਸਾਰਾ ਦਿਨ ਮੱਥਾ ਮਾਰੀ ਜਾਣ ਮੋਬਾਈਲ ਦੇ ਵਿੱਚ। ਤੇ ਉੱਥੇ ਸ਼ੈਤਾਨ ਕਿਵੇਂ ਮਾਰ ਰਿਹਾ ਸੀ? ਉਹਨਾਂ ਦਾ ਸਿਰ। ਸੁਣ ਰਹੇ ਹੋ? ਸਿਰ ਸੀ, ਸਿਰ ਮਾਰ ਰਿਹਾ ਸੀ ਕੰਧਾਂ ਦੇ ਨਾਲ। ਹੁਣ ਕੰਧ ਤਾਂ ਨਹੀਂ, ਪਰ ਮੋਬਾਈਲ ਹੀ ਇੱਕ ਐਸੀ ਕੰਧ ਆ ਜਿਹਦੇ ਵਿੱਚ ਸਿਰ ਮਾਰੀ ਜਾਂਦੇ ਆ ਲੋਕ, ਮੱਥਾ ਮਾਰੀ ਜਾਂਦੇ ਆ। ਮੈਂ ਕਹਿੰਦਾ ਜੇ 10 ਮਿੰਟ ਵਚਨ ਸੁਣ ਲੱਗ ਗਿਆ ਤਾਂ 2 ਮਿੰਟਾਂ 'ਚ ਨੀਂਦ ਆ ਜਾਊਗੀ। ਤੇ ਜੇ ਕੋਈ ਫਿਲਮ ਜਾਂ ਵਗੈਰਾ ਜੋ ਕੁਝ ਵੀ ਲਾ ਲਓ, ਫੇਸਬੁੱਕ ਲਾ ਲਓ, ਅੱਜ ਕੱਲ੍ਹ ਕੀ ਪਬਜੀ ਚੱਲੀ ਆ, ਤੇ ਮੈਂ ਕਹਿੰਦਾ ਭਾਵੇਂ ਸਾਰੀ ਰਾਤ ਦੱਪੀ ਜਾਓ। ਪਬਜੀ ਦੇ ਵਿੱਚ ਸਾਰੀ ਰਾਤ ਲੰਘ ਜਾਵੇਗੀ, ਤੇ ਵਚਨ ਲਾ ਲਓ 2 ਮਿੰਟ, ਤੇ ਨੀਂਦ ਜੀ ਆਉਂਦੀ ਆ, ਕੇਸਾ ਜੀ ਮਾਰ ਕੇ ਫਿਰ ਪੈ ਜਾਂਦੇ ਆ। ਉਹ ਵੀ ਮਜਬੂਰੀ 'ਚ ਜਦੋਂ ਰਹਿਣਾ ਨਾ 10 ਮਿੰਟਾਂ ਦਾ ਡਾਟਾ, 10 ਮਿੰਟ ਤਾਂ ਬਹੁਤ ਜ਼ਿਆਦਾ ਆ। ਅੱਬਲ ਮੈਂ ਪਹਿਲੇ ਨੰਬਰ ਤੇ ਪਬਜੀ ਵਾਲੇ ਤਾਂ ਸੂਤ ਕੇ ਹੀ ਛੱਡਦੇ ਡਾਟਾ ਡੂਡੇ ਨੂੰ। ਠੀਕ ਆ? ਤੇ ਜੇ ਕੋਈ 1-2% ਰਹਿ ਵੀ ਗਿਆ, ਚੱਲ ਇੱਕ ਦਾ ਗੀਤ ਸੁਣ ਲਗੇ ਹੁਣ। ਕਿਉਂ? ਪਹਿਲਾਂ ਦਾ ਆਤਮਾ ਲੈ ਲਿਆ, ਦੂਸਰਾ ਹੁਣ 10 ਮਿੰਟ ਫਿਰ ਪਵਿੱਤਰ ਵੀ ਹੋ ਜਗੇ ਕਹਿ ਦਿੰਦੇ ਆ। ਮੇਰੇ ਭੈਣ ਭਰਾਵੋ ਇਹ ਉਹ ਚੀਜ਼ਾਂ ਨਹੀਂ। ਜਿਸ ਤਰ੍ਹਾਂ ਮੂਰਤੀ ਪੂਜਕ ਲੋਕ ਕੀ ਕਰਦੇ ਆ, ਸੁਬਾਹ ਦੇ ਟਾਈਮ 'ਚ 10 ਮਿੰਟ ਦਾ ਚੰਗੇ ਜੋਸ਼ 'ਚ ਆ ਕੇ ਉੱਚੀ ਆਵਾਜ਼ ਛੱਡ ਕੇ ਬਾਣੀ ਲਾ ਲੈਂਦੇ ਆ। ਬਸ 5 ਮਿੰਟ ਬਾਣੀ ਚੱਲਦੀ, ਉਸ ਤੋਂ ਬਾਅਦ ਵਿੱਚ ਗਾਂਦੀ ਪੈਂਦਾ। ਇਹੀ ਆ ਗੱਲ, ਇਹੀ ਸੱਚਾਈ ਆ। ਫਿਰ ਮੈਂ ਕਹਿੰਦਾ ਬਕਸੇ ਜਿਹੜੇ ਇੰਨੇ ਤੁਹਾਨੂੰ ਦੁਸ਼ਟ, ਤੁਹਾਨੂੰ ਵਚਨ ਸੁਣਨ ਤੋਂ ਇੰਨਾ ਤੁਹਾਨੂੰ ਡਿਸਟਰਬ ਕਰੇਗਾ। ਗਲੀਆਂ ਦੇ ਵਿੱਚ ਭਾਵੇਂ ਉੱਚੀ ਆਵਾਜ਼ ਕਰਕੇ ਨਾ ਲਾ ਕੇ ਸੌਣ ਭੱਜੇ ਫਿਰਦੇ ਹੋ, ਕਿਸੇ ਨੂੰ ਰੋਕਿਆ ਨਾ ਜਾਵੇਗਾ। ਜਦੋਂ ਤੁਸੀਂ ਵਚਨ ਛੱਡਤਾ ਉਦੋਂ ਕਹਿੰਦੇ ਯਾਰ ਆਵਾਜ਼ ਘੱਟ ਰੱਖ ਯਾਰ ਇਹਦੀ। ਕਿਉਂ? ਕਿਉਂਕਿ ਕੰਨਾਂ ਦੇ ਵਿੱਚੋਂ ਕੀੜੇ ਕੱਢ ਰਿਹਾ ਹੈ। ਇਹ ਵਚਨ ਹੈ ਖੁਦਾ ਦਾ। ਇਹ ਉਹ ਕੀੜੇ ਨੂੰ ਛੱਡਦਾ ਨਹੀਂਗਾ ਜਿਹੜਾ ਜੀਵਨ ਬਰਬਾਦ ਕਰਦਾਗਾ। ਇਸ ਕਰਕੇ ਵਚਨ ਉਸ ਕੀੜਿਆਂ ਨੂੰ ਬਾਹਰ ਕੱਢਦਾਗਾ ਪਹਿਲਾਂ। ਆਮੀਨ। ਇਸ ਕਰਕੇ ਖੈਰ ਮੈਂ ਇੱਥੇ ਹੀ ਨਹੀਂ ਰੁਕਣਾ ਚਾਹੁੰਦਾਗਾ, ਥੋੜਾ ਹੋਰ ਰੁਕੋ, ਥੋੜਾ ਸਮਝੋ ਇਸ ਗੱਲ ਨੂੰ। ਜਵਾਨ ਮੁੰਡੇ ਕੁੜੀਆਂ, ਮੈਨੂੰ ਕੁੜੀਆਂ ਦਾ ਨਹੀਂ ਪਤਾ, ਪਰ ਮੈਂ ਮੁੰਡਿਆਂ ਦੀ ਗੱਲ ਕਰ ਰਿਹਾ। ਆਮੀਨ। ਇਹ ਜਵਾਨ ਪੀੜ੍ਹੀ ਆ ਜਿਹੜੀ, ਕਿਉਂਕਿ ਵਿਸ਼ਾ ਮੁੰਡਿਆਂ ਦਾ ਚੁੱਕਿਆ ਹੋਇਆ ਹੈਗਾ। ਮੂਸਾ ਇੱਕ ਜਵਾਨ ਲੜਕਾ ਸੀ, ਸੋਹਣਾ ਸੀ, ਸੋਹਣਾ ਮੁੰਡਾ ਸੀ। ਆਮੀਨ। ਤਾਂ ਅੱਜ ਕੱਲ੍ਹ ਸੋਹਣੇ ਬਰਬਾਦ ਕਿਵੇਂ ਕੀਤੇ ਜਾਂਦੇ ਆ? ਮੋਬਾਈਲਾਂ ਦੇ ਦੁਆਰਾ। ਮੈਨੂੰ ਮਾਫ ਕਰਨਾ, ਕੁਛ ਸ਼ਬਦ ਇਸ ਤਰ੍ਹਾਂ ਦੇ ਆ, ਜਦੋਂ ਨੂੰ ਵਿਆਹ ਵਾਲੀ ਸਥਿਤੀ ਵਿੱਚ ਆਉਂਦੇ ਆ ਉਦੋਂ ਨੂੰ ਅੱਧੇ ਤਾਂ ਬਿਮਾਰੀਆਂ ਲਾ ਕੇ ਬੈਠ ਜਾਂਦੇ ਆ, ਜਦੋਂ ਵਿਆਹ ਦੀ ਸਥਿਤੀ ਤੱਕ ਪਹੁੰਚਦੇ ਆ। ਸਮਝ ਰਹੇ ਹੋ? ਤੁਸੀਂ ਸਮਝਦਾਰ ਇਹਨਾਂ ਗੱਲਾਂ ਨੂੰ ਸਮਝਣ ਦੇ ਲਈ। ਅੱਧੇ ਤਾਂ ਉਸ ਸਮੇਂ ਤੱਕ ਪੂਰੀ ਬਰਬਾਦੀ ਦੇ ਉੱਤੇ ਖੜੇ ਹੁੰਦੇ ਆ, ਔਰ ਫਿਰ ਵਿਆਹ ਤੋਂ ਪੈਰ ਪਿੱਛੇ ਨੂੰ ਘਿਸਾਉਂਦੇ ਆ। ਕਿਉਂ? ਕਿਉਂਕਿ ਸ਼ੈਤਾਨ ਉਹਨਾਂ ਦਾ ਜੀਵਨ ਬਰਬਾਦ ਕਰ ਚੁੱਕਿਆ ਹੈਗਾ। ਸਮਝ ਰਹੇ ਹੋ? ਅੱਜ ਕੱਲ੍ਹ ਬੜੇ ਚਾਵਾਂ ਨਾਲ ਮੇਰੇ ਬੱਚੇ ਨੇ ਜਿੱਦ ਕੀਤੀ ਜੀ, ਲਿਆਦਾ ਫਿਰ ਐਡਾ ਸਾਰਾ ਮੋਬਾਈਲ ਉਹਨੂੰ ਵੀ ਖੇਡਣ ਦੋ। ਥੋੜੇ ਦਿਨ ਗੇਮ ਖੇਡੇਗਾ, ਜਦੋਂ ਥੋੜੀ ਜਿਹੀ ਸੁਰਤ ਸੰਭਲ ਦੀ ਲੋੜ ਹੀ ਨਹੀਂ, ਸ਼ੈਤਾਨ ਪਹਿਲਾਂ ਹੀ ਸੰਭਾਲ ਦੂਗਾ ਉਹਦੀ ਸੁਰਤ।
ਸਮਝ ਰਹੇ ਹੋ? ਔਰ ਜਦੋਂ ਫਿਰ ਤੁਸੀਂ ਮੋਬਾਈਲ ਨੂੰ ਔਨ ਕਰੋਗੇ ਫਿਰ ਤੁਹਾਨੂੰ ਕੁਛ ਕੱਢਣ ਦੀ ਲੋੜ ਨਹੀਂ ਪੈਣੀ। ਮੈਨੂੰ ਮਾਫ ਕਰਨਾ, ਮੇਰੇ ਕੋਲ ਸਿੱਧੇ ਸਿੱਧੇ ਸ਼ਬਦ ਆ, ਤੁਸੀਂ ਮੇਰੇ ਕੋਈ ਵੈਰੀ ਨਹੀਂ, ਮੇਰੀਆਂ ਭੈਣਾਂ ਬੈਠੀਆਂ, ਮੇਰੇ ਭਾਈ ਬੈਠੇ ਆ, ਪਰ ਮੈਂ ਗੱਲ ਸਿੱਧੀ ਸਿੱਧੀ ਬੋਲ ਰਿਹਾ ਹੈਗਾ। ਆਮੇਨ। ਤਾਂ ਹੁੰਦਾ ਕੀ ਆ, ਕਈ ਵਾਰ ਮੈਂ ਪਿਛਲੇ ਦਿਨਾਂ ਵਿੱਚ ਵੀ ਦੱਸ ਕੇ ਹਟਿਆ, ਚੰਗਾ ਭਲਾ ਜਵਾਕ ਮੋਬਾਈਲ ਦੇਖੀ ਜਾਂਦਾ ਹੁੰਦਾ, ਔਰ ਜਦੋਂ ਅਚਾਨਕ ਕੋਈ ਘਰ ਦਾ ਉਹਦੇ ਉੱਤੇ ਆ ਕੇ ਖੜ ਜੇ, ਨਾਲ ਦੇ ਨਾਲ ਸਾਫ ਸਕਰੀਨ ਕੀ ਹੋ ਗਿਆ, ਨਾਲ ਦੇ ਨਾਲ ਸਕਰੀਨ ਜੀ ਸਾਫ ਕੀਤੀ ਪਈ ਹੁੰਦੀ ਆ। ਕੀ ਕਰਦਾ ਸੀ ਮੈਂ ਤਾਂ ਬਸ ਟਾਈਮ ਜਿਹਾ ਵੇਖਦਾ ਸੀ। ਮੇਰੇ ਭੈਣ ਭਰਾਵੋ, ਜਦੋਂ ਯਕਦਮ ਸਕਰੀਨ ਸਾਫ ਹੋ ਗਈ ਨਾ ਤੇ ਇਹਦਾ ਮਤਲਬ ਉਹਦਾ ਜੀਵਨ ਸਾਫ ਹੋ ਰਿਹਾ ਕਿਸੇ ਪਾਸਿਓਂ। ਸਮਝਣ ਦੀ ਕੋਸ਼ਿਸ਼ ਕਰੋ ਇਸ ਗੱਲ ਨੂੰ। ਆਮੇਨ। ਇਹ ਬਰਬਾਦੀ ਦਾ ਮੋਢਾ ਆ ਬਥੇਰੇ ਅੱਜ ਕੱਲ੍ਹ ਉਹ ਟਿਕਟੋਕ ਵਾਲੇ ਪਤਾ ਨਹੀਂ ਲੈ ਕੇ ਮਗਰੋਂ ਗਏ ਚੱਲੀ ਜਾਂਦੇ ਵਿੱਚ ਹੀ, ਬਥੇਰਿਆਂ ਨੇ ਉਹਨਾਂ ਨੂੰ ਬਰਬਾਦ ਕਰ ਛੱਡਿਆ ਹੈਗਾ। ਆ ਮੂੰਹ ਜੇ ਵਿੰਗੇ ਸਿੱਧੇ ਕਰ ਕਰਕੇ ਹੋਰ ਹੀ ਕੁਝ ਬਣਾਈ ਜਾਂਦੇ ਆ। ਤਾਂ ਹੋ ਕੀ ਰਿਹਾ, ਮੇਰੀ ਗੱਲ ਸੁਣੋ ਧਿਆਨ ਨਾਲ। ਇੱਕ ਵਾਰ ਮੈਂ ਪਾਰਕ ਵਿੱਚ ਚਲਿਆ ਗਿਆ, ਥੋੜੇ ਦਿਨਾਂ ਦੀ ਗੱਲ ਆ। ਪਾਰਕ ਦੇ ਵਿੱਚ ਲੈ ਗਿਆ, ਇੱਕ ਬਿਲਕੁਲ ਇਸ ਕੁੜੀਆਂ ਦੇ ਵਾਂਗੂ, ਇਸੇ ਵਾਂਗੂ ਪਤਲਾ ਜਿਹਾ ਮੂੰਹ ਜਿਹਾ ਸੀ, ਚੰਗੀ ਉਹਦੇ ਬੁੱਲਾਂ ਤੇ ਲੱਗੀ ਸੁਰਖੀ। ਮੈਂ ਵੇਖਿਆ, ਮੈਂ ਕਿਹਾ ਵੀ ਇਹਨਾਂ ਨੂੰ ਹੋਇਆ ਕੀ, ਚੰਗੇ ਭਲਿਆਂ ਨੂੰ ਜੜ ਵੱਡੀ ਨਿਕਲੀ ਪਈ ਆ। ਖੈਰ ਮੈਂ ਸਾਈਡ ਤੇ ਹੋ ਕੇ ਮੈਂ ਬੈਠਾ ਹੋਇਆ ਸੀ, ਮੈਂ ਵੇਖਦਾ ਸੀ, ਮੈਂ ਕਿਹਾ ਵੇਖੀਏ ਤੁਸੀਂ ਇਹ ਕਰਦੇ ਕੀ ਆ। ਇੱਕ ਨਾਲ ਉਸੇ ਵਰਗੀ ਕੁੜੀ ਹੋਰ ਸੀਗੀ ਖੜੀ, ਉਹ ਮੋਬਾਈਲ ਲੈ ਕੇ ਏਡਾ ਸਾਰਾ ਕਰਕੇ ਕੋਈ ਖੜੀ ਤੇ ਐਂਜ ਕਰਕੇ ਐਂਜ ਤੁਰੀ ਆ, ਵੀ ਉਹ ਹੋਰ ਹੀ ਲੱਗ ਜੇ ਮਰੋੜ ਕੇ ਭਾਈ, ਹੋਰ ਹੀ ਵੀਗੇ ਸਿੱਧਾ ਇਹ ਮੂੰਹ ਜਿਹਾ ਕਰਕੇ ਤੁਰੇ। ਤੇ ਮੈਨੂੰ ਮੇਰੇ ਹਿਰਦੇ ਵਿੱਚ ਖੁਦਾ ਨੇ ਗੱਲ ਪਾਈ, ਕਹਿੰਦਾ ਅਸਲ ਵਿੱਚ ਜਿਹੜੀ ਆਤਮਾ ਮੋਬਾਈਲ ਵਿੱਚ ਚੱਲ ਰਹੀ ਆ ਨਾ, ਉਹੀ ਆਤਮਾ ਇਸ ਕੁੜੀ ਦੇ ਅੰਦਰ ਆਈ ਪਈ ਆ। ਇਸੇ ਕਰਕੇ ਤਾਂ ਉਸੇ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਆ। ਤੁਹਾਨੂੰ ਪਤਾ ਇੱਥੋਂ ਆਪਾਂ ਕਿੰਨੇ ਵਾਰੀ ਦੁਸ਼ਟ ਆਤਮੇ ਕੱਢੇ ਚਰਚ ਦੇ ਅੰਦਰ, ਔਰ ਜਦੋਂ ਦੁਸ਼ਟ ਆਤਮੇ ਕੱਢਦੇ ਉਦੋਂ ਉਹ ਜਿਹਦੇ ਅੰਦਰ ਦੁਸ਼ਟ ਆਤਮਾ ਆਇਆ ਹੁੰਦਾ ਹੈਗਾ ਉਹ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈਗਾ। ਚੰਗਾ ਭਲਾ ਇੱਥੇ ਕੋਈ ਲੜਦਾ, ਬੋਲੋ ਮਾੜਾ ਜਿਹਾ, ਚੰਗਾ ਭਲਾ ਮੰਨ ਕੇ ਜਿਵੇਂ ਅਸੀਂ ਸਾਰੇ ਚੰਗੇ ਭਲੇ ਬੈਠੇ, ਚੰਗਾ ਭਲਾ ਕੋਈ ਲੜਦਾ ਨਹੀਂ ਨਾ ਲੜਦਾ। ਕਿਉਂ ਲੜਦਾ ਹੈਗਾ? ਕਿਉਂਕਿ ਉਹਦੇ ਅੰਦਰ ਇੱਕ ਆਤਮਾ। ਇਸ ਕਰਕੇ ਤੁਸੀਂ ਚੰਗੇ ਭਲੇ ਜਾ ਰਹੇ ਹੋ, ਚੰਗੇ ਭਲੇ ਜਾਂਦੇ ਤਾਂ ਨਹੀਂ ਲੱਕ ਲਾਓਗੇ। ਲੱਕ ਉਦੋਂ ਹਿਲੇਗਾ ਤੁਹਾਡਾ ਜਦੋਂ ਤੁਹਾਡੇ ਅੰਦਰ ਇੱਕ ਆਤਮਾ ਆ ਚੁੱਕੀ ਆ, ਔਰ ਉਹ ਤੁਹਾਨੂੰ ਲੈ ਕੇ ਕਿੱਥੇ ਜਾਵੇਗੀ ਮੇਰੇ ਭੈਣ ਭਰਾਵੋ? ਇਹ ਕਹਾਵਤਾਂ ਨੂੰ ਪੜ੍ਹ ਲਿਓ ਜੀ ਚੰਗੀ ਤਰ੍ਹਾਂ। ਆਮੇਨ। ਖਾਸ ਕਰਕੇ ਜਵਾਨਾਂ ਦੇ ਲਈ ਮੈਂ ਗੱਲ ਨੂੰ ਰੱਖ ਦਾਂਗਾ ਇਹ ਚੀਜ਼। ਇਸ ਤੋਂ ਪਹਿਲਾਂ ਮੂਸਾ, ਸਮਝ ਰਹੇ ਹੋ, ਮੂਸਾ ਦਾ ਜਨਮ ਇਸ ਐਸੀ ਜਗ੍ਹਾ ਦੇ ਵਿੱਚ ਹੋਇਆ ਜਿੱਥੇ ਲੋਕ ਬਰਬਾਦੀ ਦੇ ਉੱਤੇ ਖੜੇ ਹੋਏ ਸੀ। ਤੇ ਮੇਰੇ ਭੈਣ ਭਰਾਵੋ, ਜੇ ਤੁਹਾਡਾ ਜਨਮ ਵੀ ਅੱਜ ਐਸੀ ਪੀੜ੍ਹੀ ਦੇ ਵਿੱਚ ਹੋਇਆ ਜਿੱਥੇ ਸਾਰੀ ਦੁਨੀਆ ਮੋਬਾਈਲਾਂ ਦੇ ਨਾਲ ਬਰਬਾਦ ਹੋ ਰਹੀ ਆ, ਸਾਰੇ ਜਵਾਕਾਂ ਦੇ ਦਿਮਾਗ ਫਟੇ ਜਾ ਰਹੇ ਆ, ਔਰ ਜੇ ਤੁਸੀਂ ਵਚਨ ਨੂੰ ਸਮਝ ਰਹੇ ਹੋ ਤਾਂ ਮੈਂ ਕਹਿੰਦਾ ਹੁਣ ਇੱਕ ਮੂਸਾ ਦਾ ਕਰੈਕਟਰ ਆ ਰਿਹਾ ਹੈ। ਹਾਲੇਲੂਇਆ। ਮੂਸਾ ਦਾ ਕਰੈਕਟਰ ਤੁਹਾਡੇ ਅੰਦਰ ਹੈ। ਉਹ ਇਹ ਨਹੀਂ ਪਛਾਣੇਗਾ ਕਿ ਮੋਬਾਈਲ ਵਿੱਚ ਕੀ ਪਿਆ ਹੈ। ਮੂਸਾ ਨੇ ਆਪਣਾ ਕਰੈਕਟਰ ਪਛਾਣ ਲਿਆ ਕਿ ਮੇਰਾ ਜਨਮ ਕਿਉਂ ਹੋਇਆ ਹੈ। ਹਾਲੇਲੂਇਆ। ਜੇ ਤੁਸੀਂ ਖਾਸ ਹੋ ਮੇਰੇ ਭੈਣ ਭਰਾਵੋ ਤਾਂ ਤੁਸੀਂ ਆਪਣਾ ਜਨਮ ਦੇਖੋਗੇ ਕਿਉਂ ਹੋਇਆ ਇਸ ਸਮੇਂ ਵਿੱਚ। ਮੈਂ ਪਹਿਲਾਂ ਹੀ ਦੱਸ ਚੁੱਕਿਆਗਾ ਕਿ ਅਸੀਂ ਉੱਥੇ ਕਿਉਂ ਨਹੀਂ ਪੈਦਾ ਹੋਏ, ਅਸੀਂ ਇਸ ਯੁੱਗ ਵਿੱਚ ਕਿਉਂ ਪੈਦਾ ਹੋਏ ਆ। ਆਮੇਨ। ਤਾਂ ਇਹ ਇੱਕ ਆਤਮਾ ਦੇ, ਇਹ ਆਤਮਾ ਨਾਲ ਚੱਲਦੀ ਆ, ਸਮਝ ਰਹੇ ਹੋ? ਇਹ ਇੱਕੋ ਆਤਮਾ ਨਹੀਂ ਚੱਲ ਸਕਦੀ ਗੀ, ਇਹ ਦੋ ਆਤਮਾ ਜੋ ਇੱਕ ਬਰਬਾਦੀ ਵਿੱਚ ਸ਼ੁਰੂ ਤੋਂ ਚੱਲੇ, ਇੱਕ ਬਰਬਾਦ ਕਰਨ ਵਾਲੀ ਆਤਮਾ ਤੇ ਦੂਸਰੀ ਬਚਾਉਣ ਵਾਲੀ ਆਤਮਾ। ਇਹ ਦੋਨੇ ਆਤਮਾ ਇਕੱਠੀਆਂ ਚੱਲਦੀਆਂ ਨੇ। ਜੋ ਮੂਸਾ ਦੇ ਸਮੇਂ ਵਿੱਚ ਚੱਲ ਰਹੀ ਆ, ਉਸ ਸਮੇਂ ਕੀ ਕਰ ਰਹੇ ਆ? ਬੱਚਿਆਂ ਦਾ ਦਿਮਾਗ, ਬੱਚਿਆਂ ਦਾ ਸਿਰ ਕੰਧ ਨਾਲ ਮਾਰ ਰਹੇ ਆ, ਔਰ ਬੱਚੇ ਬਰਬਾਦ ਹੋ ਰਹੇ ਆ, ਮਰ ਰਹੇ ਆ। ਆਮੇਨ। ਉਸੇ ਤਰੀਕੇ ਨਾਲ ਅੱਜ ਦੇ ਬੱਚੇ ਮੋਬਾਈਲਾਂ ਵਿੱਚ ਸਿਰ ਮਾਰ ਰਹੇ ਆ, ਦਿਨ ਰਾਤ ਇੱਕ ਕਰੀ ਜਾਂਦੇ ਆ, ਔਰ ਕੀ ਕਰ ਰਹੇ ਆ। ਔਰ ਸਾਡੇ ਵੀ ਖਾਸ ਕਰਕੇ ਮੈਂ ਹੁਣ ਇਹਦਾ ਥੋੜਾ ਜਿਹਾ ਸ਼ਾਬਾਸ਼ ਦੇਣਾ ਚਾਹਾਂਗਾ ਮਾਂ ਪਿਓ ਨੂੰ, ਇਹ ਮੋਬਾਈਲਾਂ ਦੀ ਵਜ੍ਹਾ ਕਰਕੇ। ਹਾਂਜੀ, ਮਾਂ ਪਿਓ ਨੂੰ ਪੁੱਛਿਆ ਜਾਵੇ, ਉਹ ਭਾਈ ਜੀ ਇਹ ਕਹਿੰਦੇ ਆ ਵੀ ਹੁਣ ਤਾਂ ਕਲਾਸਾਂ ਲੱਗਦੀਆਂ ਕੋਈ ਇਹਨਾਂ ਦੀਆਂ, ਇਹਦੇ ਤੇ ਕਲਾਸਾਂ ਉਹਨਾਂ ਚਿਰ ਹੀ ਲੱਗਦੀਆਂ ਜਿੰਨਾ ਚਿਰ ਤੁਸੀਂ ਸਰਾਣੇ ਖੜੇ ਹੋ। ਉਹ ਤੋਂ ਬਾਅਦ ਵਿੱਚ ਕਿਹੜੀ ਕਲਾਸ ਲਾਉਂਦੇ ਆ? ਇਹ ਸਾਰਾ ਦਿਨ ਉਹਨਾਂ ਦਾ ਹੀ ਹੁੰਦਾ ਹੈਗਾ। ਤੇ ਕੱਲ ਨੂੰ ਜਦੋਂ ਬਰਬਾਦੀ ਤੇ ਪਹੁੰਚ ਗਿਆ ਤੁਹਾਡਾ ਬੱਚਾ, ਇਹ ਨਾ ਕਿਹੋ ਜੇ ਕਿ ਭਾਈ ਜੀ ਖੁਦਾ ਨੇ ਤੁਹਾਨੂੰ ਸਾਵਧਾਨ ਨਹੀਂ ਕੀਤਾ। ਆਮੇਨ। ਵਚਨ ਦੇ ਵਿੱਚ ਲਿਖਾਗਾ ਖੁਦਾ ਉਨੀ ਦੇਰ ਤੱਕ ਬਰਬਾਦੀ ਨਹੀਂ ਭੇਜਦਾ ਜਿੰਨੀ ਦੇਰ ਤੱਕ ਪਹਿਲਾਂ ਚੇਤਾਵਨੀ ਨਾ ਭੇਜੇ। ਆਮੇਨ। ਤਾਂ ਮੇਰੇ ਭੈਣ ਭਰਾਵੋ, ਇਸ ਲਈ ਜ਼ਰੂਰੀ ਆ ਆਪਣੇ ਬੱਚਿਆਂ ਦੇ ਉੱਤੇ ਗੌਰ ਕਰੋ। ਮੂਸਾ ਇੱਕ ਖਾਸ ਸਮੇਂ ਵਿੱਚ ਪੈਦਾ ਹੋਇਆ। ਤੁਸੀਂ ਆਪਣੇ ਆਪ ਨੂੰ ਵੇਖੋ, ਤੁਸੀਂ ਇੱਕ ਖਾਸ ਸਮੇਂ ਵਿੱਚ ਪੈਦਾ ਹੋਏ ਜਦੋਂ ਸਾਰੀ ਦੁਨੀਆ ਬਰਬਾਦੀ ਦੇ ਉੱਤੇ ਖੜੀ ਹੋਈ ਆ। ਸਾਰੀ ਦੁਨੀਆ, ਇੱਥੋਂ ਤੱਕ ਛੋਟੇ ਛੋਟੇ ਬੱਚੇ ਵੀ ਮੋਬਾਈਲਾਂ ਤੋਂ ਬਿਨਾਂ ਉਹਨਾਂ ਦਾ ਜੀ ਨਹੀਂ ਲੱਗਦਾਗਾ। ਆਮੇਨ। ਪਰ ਮੇਰੇ ਭੈਣ ਭਰਾਵੋ ਯਾਦ ਰੱਖੋ, ਐਸੇ ਸਮੇਂ ਵਿੱਚ ਮੂਸਾ ਦਾ ਜਨਮ ਹੋਇਆ। ਆਮੇਨ। ਮੈਂ ਕਹਾਂਗਾ ਮੂਸਾ ਦੇ ਮਾਂ ਪਿਓ ਦੇ ਬਾਰੇ ਵਿੱਚ ਜੇ ਧਿਆਨ ਕਰੋ ਤੁਸੀਂ।
ਆਮੇਨ। ਸਮਾਂ ਨਹੀਂ ਕਿ ਅਸੀਂ ਉਹ ਚੀਜ਼ਾਂ ਨੂੰ ਵੇਖ ਸਕੀਏ। ਤਾਂ ਸਟੋਰੀ ਕਿੱਥੋਂ ਸ਼ੁਰੂ ਕੀਤੀ ਸੀ ਨਬੀ ਨੇ? ਇਹ ਨਬੀ ਨੇ ਇੱਕ ਜਗ੍ਹਾ ਨੂੰ ਲਿਆ ਜਿਸ ਦਾ ਨਾਮ ਸ਼ਾਇਦ ਕਿਸੇ ਜਗ੍ਹਾ ਦੇ ਵਿੱਚ ਉਹ ਜਾ ਰਿਹਾ ਸੀਗਾ। ਅਮਰਾਮ ਸੀ ਉਸਦੇ ਪਿਤਾ ਦਾ ਨਾਮ ਭਾਈ ਜੀ, ਅਮਰਾਮ। ਹਾਂਜੀ, ਅਮਰਾਮ ਤੋਂ ਇੱਕ ਵਿਸ਼ਾ ਲਿਆ ਉਸਨੇ। ਅਮਰਾਮ ਸੁਬਾਹ ਦੇ ਸਮੇਂ ਵਿੱਚ ਉਹ ਕਹਿੰਦਾ ਜਾਂਦਾ, ਮੈਨੂੰ ਮਾਫ ਕਰਨਾ ਮੈਂ ਛੋਟਾ ਜਿਹਾ, ਜ਼ਿਆਦਾ ਨਹੀਂ ਲੰਬਾ ਨਹੀਂ ਕਰਾਂਗਾ ਸੰਦੇਸ਼ ਨੂੰ, ਛੋਟਾ ਜਿਹਾ ਮੈਂ ਦੱਸਣਾ ਚਾਹੁੰਦਾਗਾ, ਛੋਟਾ ਜਿਹਾ ਸਮਾਂ ਲੈਣਾ ਚਾਹੁੰਦਾ ਤੁਹਾਡੇ ਤੋਂ ਥੋੜਾ ਜਿਹਾ। ਤਾਂ ਅਮਰਾਮ ਜਦੋਂ ਆਪਣੇ ਕੰਮ ਜਾ ਰਿਹਾ ਸੀਗਾ, ਜਾਣੀ ਕਿ ਮੂਸਾ ਦਾ ਪਿਤਾ, ਆਮੇਨ, ਆਪਣੇ ਕੰਮ ਤੇ ਜਾ ਰਿਹਾ ਸੀ, ਤਾਂ ਉੱਥੇ ਉਸਨੇ 2 ਬੱਚੇ ਦੇਖੇ, ਜਾਂ 3 ਜਾਂ 4, ਜੋ ਵੀ ਤੁਸੀਂ ਗਿਣਤੀ ਲਾ ਸਕਦੇ ਹੋ, ਆਮੇਨ। 4-5 ਉਹ ਬੱਚੇ ਦੇਖੇ ਜਿਹੜੇ ਕਿ ਉਹਨਾਂ ਦੇ ਪਿੱਛੇ ਇੱਕ ਗੱਡੀ ਹੁੰਦੀ ਹੈ ਜਿਹੜੀ ਭਾਰ ਢੋਣ ਵਾਲੀ, ਉਹਦੇ ਉੱਤੇ ਕਾਫੀ ਡੱਬੇ ਰੱਖੇ ਹੋਏ ਸੀਗੇ, ਕਾਫੀ ਭਾਰ ਸੀ, ਆਮੇਨ। ਔਰ ਜਦੋਂ ਉਸ ਭਾਰ ਦੇ ਦੁਆਰਾ ਉਹ ਬੱਚਿਆਂ ਨੂੰ ਉਹ ਉੱਥੇ ਲੱਦੇ ਹੋਏ ਸੀਗੇ ਔਰ ਉਹ ਗੱਡੀ ਨੂੰ ਖਿੱਚ ਰਹੇ ਸੀ, ਔਰ ਗੱਡੀ ਦਾ ਟਈਆ ਸੀ ਜਿਹੜਾ ਉਹ ਕਿਸੇ ਖਾਸ ਜਗ੍ਹਾ ਵਿੱਚ ਖੁੱਭ ਗਿਆ। ਤਾਂ ਉਹ ਪੂਰਾ ਜ਼ੋਰ ਲਗਾ ਰਹੇ ਆ ਬੱਚੇ ਕਿ ਉਹ ਗੱਡੀ ਨਿਕਲੇ, ਪਰ ਉਹ ਗੱਡੀ ਨਿਕਲ ਨਹੀਂ ਰਹੇਗੀ, ਸਮਝ ਰਹੇ ਹੋ? ਔਰ ਜਦੋਂ ਨਿਕਲ ਨਹੀਂ ਰਹੇਗੀ ਔਰ ਪਿਛਲੇ ਪਾਸੇ ਜਿਹੜੇ ਕੰਮ ਲੈਣ ਵਾਲੇ ਆ ਉਹ ਬੱਚਿਆਂ ਨੂੰ ਮਾਰ ਰਹੇ ਆ ਸੂਟੀਆਂ ਨਾਲ ਕੁੱਟ ਕੇ, ਤਾਂ ਕਿ ਗੱਡੀ ਉਹ ਬਾਹਰ ਕੱਢਣ ਉੱਥੋਂ, ਉਸ ਨੂੰ ਕੁੱਟ ਰਹੇ ਆ, ਬੱਚਿਆਂ ਨੂੰ ਕੁੱਟ ਰਹੇ ਆ। ਔਰ ਅਮਰਾਮ ਜਦੋਂ ਇਹ ਹਾਲਤ, ਇਹ ਘਟਨਾ ਦੇਖ ਕੇ ਆਪਣੇ ਘਰ ਵਿੱਚ ਆਇਆ, ਇੱਥੋਂ ਤੱਕ ਉਸਨੇ ਰੋਟੀ ਵੀ ਨਹੀਂ ਖਾਧੀ। ਆਪਣੇ ਘਰ ਵਿੱਚ ਆਇਆ ਔਰ ਆਪਣੀ ਪਤਨੀ ਨੂੰ ਕਹਿੰਦਾ ਮੈਨੂੰ ਡਿਸਟਰਬ ਨਾ ਕਰਿਓ ਜੇ, ਮੈਂ ਇੱਕ ਬੜਾ ਦਰਦਨਾਕ ਉਹ ਦੇਖ ਕੇ ਆਇਆਗਾ, ਹਾਦਸਾ ਦੇਖ ਕੇ ਆਇਆਗਾ, ਮੈਂ ਕੋਈ ਘਟਨਾ ਦੇਖ ਕੇ ਆਇਆਗਾ। ਤੇ ਉਸਨੇ ਆਖਿਆ ਕੀ ਗੱਲ ਆ? ਉਸਨੇ ਜ਼ਿਆਦਾ ਪਰੇਸ਼ਾਨ ਨਹੀਂ ਕੀਤਾ। ਇਹ ਪਤਨੀਆਂ ਦੇ ਲਈ ਵੀ ਇੱਕ ਬਹੁਤ ਵੱਡਾ ਸਬਕ ਆ। ਕਈ ਵਾਰ ਹੁੰਦਾ ਕੀ ਆ, ਜਦੋਂ ਪਤੀ ਪਰੇਸ਼ਾਨ ਹੋਵੇ ਤੇ ਪਤਨੀਆਂ ਵਧੇਰੇ ਹੁਜਾ ਮਾਰਦੀਆਂ ਉਹਨਾਂ ਦੀਆਂ ਵੀ ਹੋਰ। ਮੈਨੂੰ ਮਾਫ ਕਰਨਾ, ਸ਼ਬਦ ਥੋੜੇ ਜਿਹੇ ਕਰੜੇ ਆ ਪਰ ਹੈ ਸੱਚੇ ਆ, ਆਮੇਨ। ਜਦੋਂ ਪਤੀ, ਭੈਣੋ ਇਸ ਗੱਲ ਦੇ ਉੱਤੇ ਗੌਰ ਰੱਖੋ, ਜੇ ਪਤੀ ਕਿਸੇ ਪਰੇਸ਼ਾਨੀ ਵਿੱਚ ਆ, ਉਸ ਵਕਤ ਤੁਹਾਡੀ ਬਹੁਤ ਜ਼ਰੂਰਤ ਹੁੰਦੀ ਹੈ ਉਸਨੂੰ, ਆਮੇਨ। ਕਿਸੇ ਪਰੇਸ਼ਾਨੀ ਦੇ ਵਿੱਚ, ਸਮਝ ਰਹੇ ਹੋ? ਕਾਰਨ ਕੀ ਆ? ਹੁਣ ਜਦੋਂ ਉਹ ਪਰੇਸ਼ਾਨੀ ਵਿੱਚ ਸੀ, ਤਾਂ ਮੈਂ ਕਹੂੰਗਾ ਜੇ ਇੱਥੇ ਜਿੰਨੀਆਂ ਵੀ ਭੈਣਾਂ ਬੈਠੀਆਂ ਔਰ ਜਿਹਨੇ ਵੀ ਭਾਈ ਬੈਠੇ ਆ, ਮੂਸਾ ਦਾ ਪਹਿਲਾ ਤੇ ਕੂਚ ਦੀ ਕਿਤਾਬ ਦਾ ਪਹਿਲਾ ਤੇ ਦੂਸਰਾ ਦਾ ਘਰ ਵਿੱਚ ਧਿਆਨ ਨਾਲ ਪੜ੍ਹਿਓ ਜੀ ਜਾ ਕੇ। ਔਰ ਜੇ ਕਿਸੇ ਕੋਲੇ ਸੰਦੇਸ਼ ਹੋਵੇ ਮੂਸਾ ਤੇ ਸਿੱਖਿਆ ਤੇ ਜਾ ਕੇ ਜ਼ਰੂਰ ਪੜ੍ਹਿਓ ਜੀ, ਆਮੇਨ। ਪੜ੍ਹਿਓ ਜੀ ਜਾ ਕੇ, ਤੁਹਾਨੂੰ ਪਤਾ ਲੱਗੇਗਾ। ਹੁਣ ਸੁਣੋ ਗੱਲ ਧਿਆਨ ਨਾਲ। ਅਮਰਾਮ ਨੇ ਆਖਿਆ ਮੇਰਾ ਦਿਮਾਗ ਬਹੁਤ ਪਰੇਸ਼ਾਨ ਹੋਇਆ ਪਿਆ ਹੈਗਾ, ਮੈਂ ਉੱਪਰ ਜਾ ਰਿਹਾ ਹੈਗਾ। ਉੱਪਰ ਗਿਆ, ਉੱਪਰ ਜਾ ਕੇ ਖੁਦਾ ਦੇ ਅੱਗੇ ਪ੍ਰਾਰਥਨਾ ਦੇ ਵਿੱਚ ਬੈਠਾ ਹੈਗਾ। ਕਹਿੰਦਾ ਬੜਾ ਹੀ ਮਨ ਭਰਿਆ ਹੋਇਆ ਹੈਗਾ ਬੱਚਿਆਂ ਨੂੰ ਦੇਖ ਕੇ। ਉਸਨੇ ਆਖਿਆ ਮੈਂ ਇੱਕ ਬੜੀ ਵੱਡੀ ਘਟਨਾ ਦੇਖੀ। ਉਸਦੀ ਪਤਨੀ ਆਈ, ਉਸਨੇ ਪੁੱਛਿਆ ਕਿ ਕੀ ਤੁਸੀਂ ਇਹੋ ਜਿਹਾ ਦੇਖਿਆ ਹੈਗਾ? ਉਹ ਕਹਿੰਦਾ ਵੀ ਮੈਂ ਇਸ ਤਰ੍ਹਾਂ ਦੇਖਿਆ, ਕਹਿੰਦਾ ਛੋਟੇ ਛੋਟੇ ਬੱਚੇ ਆ, ਉਹ ਭਾਰ ਢੋ ਰਹੇ ਆ ਔਰ ਉਹਨਾਂ ਤੋਂ ਗੱਡੀ ਖਿੱਚੀ ਨਹੀਂ ਜਾ ਰਹੀਗੀ, ਬੋਝ ਉਹਨਾਂ ਦੇ ਉੱਤੇ ਬਹੁਤ ਵੱਡਾ ਹੈਗਾ, ਗੱਡੀ ਖਿੱਚੀ ਨਹੀਂ ਜਾ ਰਹੀਗੀ ਔਰ ਲੋਕ ਜਿਨ੍ਹਾਂ ਨੇ ਉਸ ਤੋਂ ਕੰਮ ਲੈਣਾ ਹੈਗਾ ਉਸ ਨੂੰ ਮਾਰ ਰਹੇ ਆ, ਕੁੱਟ ਰਹੇ ਆ, ਸਮਝ ਰਹੇ ਹੋ? ਤਾਂ ਉਸਨੇ ਆਖਿਆ ਫਿਰ ਇਸ ਦਾ ਆਪਣੇ ਨਾਲ ਕੀ ਕਰੂਗਾ? ਗੌਰ ਨਾਲ ਸੁਣਿਆ ਜਿਸ ਗੱਲ ਨੂੰ। ਕਈ ਵਾਰ ਹੁੰਦਾ ਕੀ ਆ, ਜਦੋਂ ਕਿਸੇ ਦੀ ਘਰ ਦੀ ਤਸਵੀਰ ਦੇ ਬਾਰੇ ਵਿੱਚ ਕੋਈ ਸੇਵਕ ਜਾਂ ਕੋਈ ਭਾਈ ਵਿਚਾਰਾ ਸੋਹ ਕਰ ਰਿਹਾ ਹੁੰਦਾ ਨਾ, ਤਾਂ ਦੂਸਰਾ ਕਹਿੰਦਾ ਚੱਲ ਜਾ ਕਰੀ ਜਾਂਦਾ, ਆਪਦੀ ਭਰੀ ਜਾਂਦਾ ਹੈਗਾ। ਪਰ ਮੇਰੇ ਭੈਣ ਭਰਾਵੋ ਯਾਦ ਰੱਖੋ, ਰੱਬ ਨਾ ਕਰੇ ਅੱਜ ਉੱਥੇ ਬੀਤ ਰਹੀ ਆ, ਕੱਲ ਨੂੰ ਇਹ ਸਾਡੇ ਘਰ ਤੱਕ ਪਹੁੰਚ ਸਕਦੀ ਹੈ, ਆਮੇਨ। ਇੱਕ ਸੱਚੇ ਵਿਸ਼ਵਾਸੀ ਦਾ ਫਰਜ਼ ਆ, ਜਿਹੜਾ ਦੂਸਰੇ ਦੇ ਭਾਰ ਨੂੰ ਵੀ ਆਪਦਾ ਭਾਰ ਸਮਝਦਾ, ਉਹੀ ਹੀ ਵਿਸ਼ਵਾਸੀ ਆ। ਇਹ ਨਹੀਂ ਆਪਦੀ ਬਣੀ ਨਵੇੜੋ ਬਾਈ ਦੂਜੇ ਤੋਂ ਅਸੀਂ ਕੀ ਲੈਣਾ, ਇਹ ਕੰਮ ਨਹੀਂ ਗਾ ਮੇਰੇ ਭੈਣ ਭਰਾਵੋ। ਜੇ ਇਸ ਤਰ੍ਹਾਂ ਕਰੀਏ ਤਾਂ ਮੈਂ ਕਹਿੰਦਾ ਸੇਵਕਾਂ ਨੇ ਤੁਹਾਡੇ ਤੋਂ ਕੀ ਲੈਣਾ, ਉਹਦਾ ਫਿਰ ਆਪਦਾ ਵਚਨ ਸਮਝੀ ਖੜਿਆ, ਕੀ ਲੋੜ ਆ ਵੀ ਤੁਹਾਡੇ ਨਾਲ ਮੱਥਾ ਮਾਰਨ ਦੀ ਨਾ, ਆਮੇਨ। ਕਿਉਂਕਿ ਵਚਨ ਉਹੀ, ਬਾਈਬਲ ਤੁਹਾਡੇ ਹੱਥ ਵਿੱਚ, ਉਹੀ ਸੇਵਕ ਕੋਲੇ ਆ, ਉਹੀ ਸਾਰੇ ਭੈਣ ਭਰਾਵਾਂ ਦੇ ਕੋਲੇ ਹੈਗੀ ਆ। ਪੜੋ, ਬਣਾਓ ਆਪਣੇ ਵਿਸ਼ੇ, ਪੜੋ ਘਰਾਂ ਵਿੱਚ, ਠੀਕ ਆ। ਪਰ ਖੁਦਾ ਤੁਹਾਡੇ ਨਾਲ ਗੱਲ ਉਦੋਂ ਕਰੇਗਾ ਜਿਹੜੀ ਜਗ੍ਹਾ ਖੁਦਾ ਨੇ ਲਈ ਆ, ਖੁਦਾ ਨੇ ਉਸੇ ਜਗ੍ਹਾ ਵਿੱਚ ਆ ਕੇ ਤੁਹਾਡੇ ਨਾਲ ਗੱਲ ਕਰਨੀ ਆ। ਇਹ ਇੱਕ ਜ਼ਿੰਮੇਵਾਰੀ ਹੈ ਇਹ, ਆਮੇਨ। ਤਾਂ ਉਸਨੇ ਆ ਕਹਿੰਦਾ ਸਾਡੇ ਬੱਚਿਆਂ ਨਾਲ ਕੀ ਤਾਲੁਕ ਆ, ਉਹਨਾਂ ਦੀ ਘਟਨਾ ਹੈਗੀ ਆ, ਬਸ ਠੀਕ ਆ। ਉਹ ਕਹਿੰਦਾ ਨਹੀਂ, ਕਹਿੰਦਾ ਕੱਲ ਨੂੰ ਆਪਣੇ ਬੱਚਿਆਂ ਨੇ ਇਸੇ ਮਾਹੌਲ ਵਿੱਚ ਵਧਣਾ ਗਾ, ਇਸੇ ਮਾਹੌਲ ਵਿੱਚ ਵੱਡੇ ਹੋਣਾ ਗਾ, ਆਮੇਨ। ਫਿਰ ਉਹਦੇ ਘਰ ਵਾਲੀ ਦੇ ਦਿਮਾਗ ਵਿੱਚ ਵੱਜੀ ਵੀ ਇਹ ਅਸਲ ਤਾਂ ਬੱਚਿਆਂ ਤੱਕ ਵੀ ਆਵੇਗਾ। ਤਾਂ ਉਸਨੇ ਆਖਿਆ, ਕਹਿੰਦੀ ਚੱਲ ਠੀਕ ਆ, ਮੈਂ ਤੇਰੇ ਲਈ ਖਾਣਾ ਲੈ ਕੇ ਆਉਣੀ ਆ, ਰੋਟੀ ਲੈ ਕੇ ਆਉਣੀ ਆ। ਉਹ ਕਹਿੰਦਾ ਮੈਨੂੰ ਰੋਟੀ ਦੀ ਜ਼ਰੂਰਤ ਨਹੀਂ, ਮੈਂ ਦੁਆ ਕਰਨ ਜਾਵਾਂਗਾ, ਮਿਹਰਬਾਨੀ ਕਰਕੇ ਮੈਨੂੰ ਤੰਗ ਨਾ ਕਰੀ, ਬੱਚਿਆਂ ਨੂੰ ਥੱਲੇ ਰੱਖੀ, ਬੱਚਿਆਂ ਨੂੰ ਪਰਨਾਉਣ ਦੇ। ਔਰ ਉਹ ਦੁਆ ਦੇ ਵਿੱਚ ਬੈਠਾ। ਔਰ ਯਾਦ ਰੱਖੋ, ਜੇ ਬੱਚੇ ਥੋੜਾ ਜਿਹਾ ਵੀ ਉੱਥੇ ਹਰਕਤ ਕਰਦੇ ਸੀ, ਚੌੜ ਕਰਦੇ ਸੀ, ਨਬੀ ਨੇ ਸਮਝਾਇਆ
ਜੇ ਬੱਚੇ ਮਾੜੀ ਜਿਹੀ ਹਿਲਜੁਲ ਕਰਦੇ ਸੀ ਉਹਨਾਂ ਦੀ ਮਾਂ ਉਹਨੂੰ ਝਿੜਕਦੀ ਸੀ, ਚੁੱਪ ਕਰੋ, ਕਿਉਂਕਿ ਉੱਪਰ ਉਹ ਦਬਾਅ ਵਿੱਚ ਬੈਠਾ ਹੋਇਆ ਹੈਗਾ। ਅੱਜ ਕੱਲ੍ਹ ਹੁੰਦਾ ਕੀ ਆ, ਨੇੜੇ ਦਵਾ ਚੱਲ ਰਹੀ ਹੁੰਦੀ ਆ ਤੇ ਕੋਲੇ ਬਾਹਾਂ ਚੱਲੀ ਜਾਂਦੀ ਹੁੰਦੀ ਆ। ਮੈਨੂੰ ਮਾਫ ਕਰਨਾ, ਐਸੀਆਂ ਭੈਣਾਂ ਨੂੰ ਵੀ ਸ਼ਾਬਾਸ਼ ਏ ਜਿਹੜੀਆਂ ਵਚਨ ਨਹੀਂ ਪੜ੍ਹਦੀਆਂ। ਕਮ ਸੇ ਕਮ ਜੇ ਤੁਸੀਂ ਨਹੀਂ ਦਵਾ ਵਿੱਚ ਬੈਠ ਸਕਦੇ, ਜਾਂ ਮੈਂ ਕੱਲੀ ਭੈਣਾਂ ਦੀ ਗੱਲ ਨਹੀਂ, ਕਿ ਕਈ ਵਾਰ ਹੁੰਦਾ ਕਿ ਇਹ ਭੈਣਾਂ ਬੈਠੀਆਂ ਹੁੰਦੀਆਂ ਤੇ ਭਾਈ ਬਾਹਾਂ ਕਰੀ ਜਾਂਦੇ ਹੁੰਦੇ ਆ। ਜੇ ਕਮ ਸੇ ਕਮ ਤੁਸੀਂ ਨਹੀਂ ਬੈਠ ਸਕਦੇ ਮੇਰੇ ਭੈਣ ਭਰਾਵੋ, ਤਾਂ ਜਿਹੜਾ ਬੈਠਾ ਉਹਨੂੰ ਤਾਂ ਡਿਸਟਰਬ ਨਾ ਕਰੋ। ਹਾਲੇਲੂਇਆ, ਆਮੇਨ। ਤਾਂ ਹੁੰਦਾ ਕੀ ਆ ਫਿਰ, ਉਹ ਬੱਚਿਆਂ ਨੂੰ ਝਿੜਕ ਰਹੀ ਆ, ਤੁਹਾਡੀ ਆਵਾਜ਼ ਨਹੀਂ ਹੋਣੀ ਚਾਹੀਦੀ। ਇਹ ਮਾਂ ਦੀ ਰਿਸਪੌਂਸਿਬਿਲਿਟੀ ਆ, ਜਿੰਨੀ ਦੇਰ ਤੱਕ ਉਹਨਾਂ ਦਾ ਪਿਤਾ ਦੁਆ ਕਰ ਰਿਹਾ ਗਾ। ਖਾਸ ਕਰਕੇ ਇੱਕ ਸੇਵਕ ਦਾ ਕੰਮ ਤਾਂ ਇੱਕ ਖਾਸ ਕਰਕੇ ਹੁੰਦਾ ਹੈਗਾ। ਆਮੇਨ। ਕਿਉਂਕਿ ਉਹਦੀ ਜ਼ਿੰਮੇਵਾਰੀ ਇਕੱਲੀ ਆਪਦੇ ਬੱਚਿਆਂ ਦੀ ਨਹੀਂ ਗੀ। ਔਰ ਜੇ ਉਹ ਆਪਦੇ ਬੱਚਿਆਂ ਦੇ ਪਿੱਛੇ ਇਕੱਲਾ ਭੱਜੂਗਾ ਨਾ ਵੀ ਮੈਂ ਆਪਦੇ ਬੱਚਿਆਂ ਨੂੰ ਬਚਾਉਣਾ ਯਾਰ ਦੂਜਾ, ਤੇ ਯਾਦ ਰੱਖੋ ਉਦੋਂ ਪਹਿਲਾਂ ਕਿ ਕਲੀਸਿਆ ਬਰਬਾਦ ਹੋਵੇ, ਉਦੋਂ ਪਹਿਲਾਂ ਖੁਦਾ ਤੁਹਾਡੇ ਘਰ ਨੂੰ ਬਰਬਾਦ ਕਰੇਗਾ। ਇਹ ਸੱਚਾਈ ਆ। ਆਮੇਨ। ਇਹੀ ਗੱਲ ਹੁੰਦੀ ਆ। ਖੈਰ, ਇੱਕ ਸੇਵਕ ਦੀ ਜ਼ਿੰਮੇਵਾਰੀ ਆ ਕਿ ਉਹ ਆਪਣੇ ਬੱਚਿਆਂ ਨੂੰ ਤਾਂ ਦਵਾ ਦੇ ਨਾਲ ਉਹਨੇ ਬਚਾਉਣਾਗਾ, ਪਰ ਉਦੋਂ ਵੱਡਾ ਬੋਝ ਆ ਉਸ ਕਲੀਸਿਆ ਦਾ ਜੋ ਖੁਦਾ ਨੇ ਉਸ ਨੂੰ ਦਿੱਤੀ ਆ। ਵਚਨ ਵਿੱਚ ਲਿਖਿਆ, ਤੂੰ ਆਪਣੀ ਨਾਲੇ ਉਸ ਸਿੱਜਣ ਦੀ ਖਬਰਦਾਰੀ ਕਰ ਜਿਹਦੇ ਤੇ ਪਵਿੱਤਰ ਆਤਮਾ ਨੇ ਤੈਨੂੰ ਨਿਗਾਹਬਾਨ ਠਹਿਰਾਇਆ। ਨਿਗਾਹਬਾਨ, ਯਾਦ ਰੱਖੋ, ਨਿਗਾਹਬਾਨ ਖੁਦਾ ਨੇ ਠਹਿਰਾਇਆ। ਮੈਂ ਕਹਾਂਗਾ ਇੱਕ ਪਹਿਰੇਦਾਰ, ਸਮਝ ਰਹੇ ਹੋ? ਮੰਨ ਕੇ ਚਲੋ ਇੱਥੇ ਆਪਣੀ ਗਲੀ ਦੇ ਵਿੱਚ ਇੱਥੇ ਕੋਈ ਪਹਿਰੇਦਾਰ ਰੱਖੀਏ ਆਪਾਂ ਦੇ ਕੇ ਪੈਸੇ, ਵੀ ਭਾਈ ਇੱਥੇ ਕੋਈ ਚੋਰੀ ਨਹੀਂ ਹੋਣੀ ਚਾਹੀਦੀ, ਤੇ ਪਹਿਰੇਦਾਰ ਵੀ ਇੱਥੇ ਫਿਰਦਾ ਰਹੇ ਤੇ ਚੋਰੀ ਵੀ ਹੋ ਜਾਵੇ। ਸੁਣ ਰਹੇ ਹੋ? ਉਸ ਤੋਂ ਬਾਅਦ ਪਹਿਰੇਦਾਰ ਨਾਲ ਬਣੇਗਾ ਕੀ ਤੁਹਾਨੂੰ ਪਤਾ? ਕਿੰਨੇ ਜਣੇ ਜਾਣਦੇ ਇਸ ਗੱਲ ਨੂੰ? ਸਾਰੇ ਜਾਣਦੇ ਮੇਰੇ ਹਿਸਾਬ ਦੇ ਮੁਤਾਬਕ ਤਾਂ। ਜਿਹੜੀ ਚੋਰੀ ਹੋਈ ਆ ਉਹਦਾ ਹਰਜਾਨਾ ਭਰਨਾ ਪਵੇਗਾ ਉਸ ਨੂੰ। ਬਿਲਕੁਲ ਮੇਰੇ ਭੈਣ ਭਰਾਵੋ, ਜੇ ਇੱਕ ਸੇਵਕ ਦੀ ਜ਼ਿੰਮੇਵਾਰੀ ਆ, ਤੇ ਜੇ ਇੱਕ ਵੀ ਰੂਹ ਸ਼ੈਤਾਨ ਚੋਰੀ ਕਰਕੇ ਲਿਜਾਂਦਾ ਹੈਗਾ ਤੇ ਸੇਵਕ ਨੂੰ ਉਸਦਾ ਹਰਜਾਨਾ ਭਰਨਾ ਪਵੇਗਾ। ਬਾਈਬਲ ਇਸੇ ਤਰ੍ਹਾਂ ਬੋਲਦੀ ਹੈ। ਆਮੇਨ। ਸਮਝ ਰਹੇ ਹੋ ਕਿ ਨਹੀਂ ਇਸ ਗੱਲ ਨੂੰ? ਕਈ ਵਾਰ ਹੁੰਦਾ ਕਿ ਜਦੋਂ ਸੇਵਕ ਕਿਸੇ ਦੇ ਘਰ ਵਿੱਚ ਦੁਆ ਕਰਨ ਚਲੇ ਜਾਂਦਾ, ਯਾਰ ਵਿਹਲੇ ਤੁਰੇ ਫਿਰਦੇ ਆ, ਖੈਰ ਖੁਦਾ ਰਹਿਮ ਕਰੇ। ਪਰ ਮੇਰੇ ਭੈਣ ਭਰਾਵੋ ਯਾਦ ਰੱਖੋ, ਬੋਝ ਇੱਕ ਬੋਝ ਹੀ ਆ। ਆਮੇਨ। ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਤਾਂ ਆਓ ਥੋੜਾ ਜਿਹਾ ਅੱਗੇ ਚੱਲਦੇ ਹਾਂ। ਉਹਨੇ, ਉਸ ਦੀ ਪਤਨੀ ਨੇ ਬੱਚਿਆਂ ਨੂੰ ਝਿੜਕਿਆ। ਕਾਹਦੇ ਲਈ ਝਿੜਕਿਆ? ਕਿਉਂਕਿ ਉਸ ਨੂੰ ਪਤਾ ਸੀ ਕਿ ਉਸਦੇ ਮਨ ਉੱਤੇ ਇੱਕ ਬੋਝ ਆ, ਔਰ ਉਸ ਬੋਝ ਨੂੰ, ਉਹਦੇ ਬੋਝ ਨੂੰ ਮੈਂ ਹਲਕਾ ਨਹੀਂ ਕਰ ਸਕਦੀ, ਜਾਂ ਮੇਰੇ ਬੱਚੇ ਹਲਕਾ ਨਹੀਂ ਕਰ ਸਕਦੇ, ਪਰ ਜਿਹਦੇ ਅੱਗੇ ਉਹ ਬੈਠਾਗਾ ਉਹ ਜ਼ਰੂਰ ਉਸ ਨੂੰ ਹਲਕਾ ਕਰੇਗਾ। ਹਾਲੇਲੂਇਆ। ਉਹ ਦੁਆ ਵਿੱਚ ਬੈਠਾ ਹੋਇਆਗਾ, ਔਰ ਅਖੀਰ ਦੇ ਵਿੱਚ ਫਿਰ ਉਹੀ ਹੋਇਆ ਜੋ ਹੋਣਾ ਚਾਹੀਦਾ ਸੀ। ਹਾਂਜੀ, ਆਮੇਨ। ਆਮੇਨ। ਫਿਰ ਉੱਥੇ ਖੁਦਾ ਦਾ ਦੂਤ ਉਤਰਿਆ, ਖੁਦਾ ਖੁਦ ਉਤਰਿਆ, ਔਰ ਖੁਦਾ ਨੇ ਆਖਿਆ, ਕਹਿੰਦਾ ਦੇਖ ਤੇਰੀ ਦੁਆ ਮੈਂ ਸੁਣੀ ਆ, ਹੁਣ ਤੇਰੇ ਹੀ ਘਰ ਵਿੱਚ ਇੱਕ ਛੁਟਕਾਰਾ ਦੇਣ ਵਾਲਾ ਪੈਦਾ ਹੋਵੇਗਾ। ਹਾਲੇਲੂਇਆ। ਮੇਰੇ ਭੈਣ ਭਰਾਵੋ, ਅੱਜ ਬੇਸ਼ੱਕ ਬੱਚੇ ਵਚਨ ਨੂੰ ਨਹੀਂ ਸਮਝਦੇ, ਪਰ ਤੁਹਾਡੀਆਂ ਦੁਆਵਾਂ ਇੱਕ ਦਿਨ ਇਹਨਾਂ ਬੱਚਿਆਂ ਦੇ ਅੰਦਰ ਹੀ ਉਸ ਨੂੰ ਪੈਦਾ ਕਰਨਗੀਆਂ, ਜਿਸ ਨੇ ਤੁਹਾਡੇ ਘਰ ਦਾ ਛੁਟਕਾਰਾ ਕਰਨਾ ਹੈ। ਹਾਲੇਲੂਇਆ। ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਥੋੜਾ ਜਿਹਾ ਅੱਗੇ ਚੱਲਦੇ ਹਾਂ ਜੀ। ਜਦੋਂ ਉਸਨੇ ਦੇਖਿਆ ਕਿ ਉਹ ਸੋਹਣਾ ਹੈ, ਉਹ ਬੱਚਾ ਸੋਹਣਾ ਹੈ, ਤਾਂ ਉਸਨੇ 3 ਮਹੀਨੇ ਲੁਕਾ ਛੱਡਿਆ। ਕੀ ਕੀਤਾ ਉਸਨੇ? 3 ਮਹੀਨੇ ਉਸ ਬੱਚੇ ਨੂੰ ਲੁਕੋਇਆ। ਆਮੇਨ। ਮਾਂ ਪਿਓ ਪੂਰੀ ਵਾਹ ਲਾਵੇਗਾ ਭਾਈ ਲੁਕਾਉਣ ਵਾਸਤੇ, ਸਮਝ ਰਹੇ ਹੋ? ਮਾਂ ਪਿਓ ਲੁਕੋਵੇਗਾ ਬੱਚੇ ਨੂੰ, ਵੀ ਇਹਨੂੰ ਬਾਹਰੋਂ ਨਾ ਸੱਟ ਵੱਜ ਜੇ, ਇਧਰੋਂ ਨਾ ਵੱਜ, ਲੁਕੋਵੇ। ਲੁਕਾਉਂਦੇ ਆ, ਹਰੇਕ ਲੁਕਾਉਂਦਾ ਕਰਦੇ ਬੱਚਿਆਂ ਨੂੰ। ਆਮੇਨ। ਪਰ ਇਸ ਤੋਂ ਪਹਿਲਾਂ ਕਿ ਨਬੀ ਇਸ ਗੱਲ ਦਾ ਖੁਲਾਸਾ ਕਰੇ, ਇਸ ਤੋਂ ਪਹਿਲਾਂ ਕਿ ਇਸ ਗੱਲ ਦਾ ਵਚਨ ਵਿੱਚ ਨਬੀ ਬੋਲੇ, ਆਓ ਮੇਰੇ ਨਾਲ ਇੱਕ ਲਿਖਤ ਤੁਸੀਂ ਹੋਰ ਪੜੋ ਵਚਨ ਦਿਓ। ਇਹ ਜਗ੍ਹਾ ਹੱਥ ਰੱਖੋ ਜੀ। ਮਤੀ ਦੀ ਇੰਜੀਲ ਉਹਦੀ 37 ਐ ਪੜੀਏ। ਕਿੰਨੇ ਦੀ? 10 ਦੀ 36 ਤੋਂ ਪੜ੍ਹ ਲਓ। ਪਰ ਮਨੁੱਖ ਦੇ ਵੈਰੀ ਉਹਦੇ ਘਰ ਦੇ ਹੀ ਹੋਣਗੇ। ਸਮਝ ਰਹੇ ਹੋ? ਕਿਉਂਕਿ ਇੱਕ ਆਪਦੇ ਜੀਵਨ ਨੂੰ ਬਚਾਉਣਾ ਚਾਹੁੰਦਾ ਖੁਦਾ ਦੇ ਅੱਗੇ ਦੁਆ ਕਰਕੇ, ਉਹ ਦੁਆ ਵਿੱਚ ਬੈਠਾਗਾ, ਤੇ ਦੂਸਰੇ ਰੋਲਾ ਪਾਈ ਜਾਂਦੇ ਆ। ਤੇ ਕੀ ਇਹ ਵੈਰੀ ਨਹੀਂ? ਬਿਲਕੁਲ। ਸਮਝ ਰਹੇ ਹੋ ਕਿ ਨਹੀਂ ਇਸ ਗੱਲ ਨੂੰ? ਇਹ ਵੈਰੀ ਆ। ਤਾਂ ਅਸੀਂ ਜਿਸ ਨੂੰ ਬੜੇ ਸਾਦੇ ਦੁਨੀਆ ਵਾਲੇ ਅੱਖਰਾਂ ਦੇ ਵਿੱਚ ਕਹਿੰਦੇ ਆ ਵੀ ਇਹ ਪਿਆਰ ਆ। ਮੈਂ ਤਾਂ ਨਹੀਂ ਪਿਆਰ ਮੰਨਦਾ ਬਾਈ, ਤੁਸੀਂ ਮੰਨਦੇ ਹੋ ਮੰਨ ਲਓ, ਪਰ ਇਹ ਪਿਆਰ ਨਹੀਂ ਗਾ। ਪਿਆਰ ਤਾਂ ਪ੍ਰਾਣ ਬਚਾਉਂਦਾ ਹੈ, ਜੋ ਵਚਨ ਕਹਿੰਦਾ। ਮੈਂ ਤਾਂ ਉਸੇ ਚੀਜ਼ ਦਾ ਪ੍ਰਚਾਰ ਕਰ ਰਿਹਾ ਹਾਂ। ਆਮੇਨ। ਪਿਆਰਾ ਜਿਹੜਾ ਦਾ ਪ੍ਰੇਮ ਮਤਲਬ ਕਿ ਪ੍ਰਾਣਾਂ ਨੂੰ ਬਚਾਉਂਦਾ ਹੈਗਾ। ਸਮਝ ਰਹੇ ਹੋ? ਸੁਣੇ ਥੋੜਾ ਜਿਹਾ ਅੱਗੇ।
ਮਨੁੱਖ ਦੇ ਵੈਰੀ ਉਹਦੇ ਘਰ ਦੇ ਹੀ ਹੋਣਗੇ। ਮਨੁੱਖ ਦੇ ਵੈਰੀ ਹੁਣ ਉਹਦੇ ਕੀ ਹੋਣਗੇ ਬਈ? ਉਹਦੇ ਘਰ ਉਹਦੇ ਘਰ ਚੋਂ ਨਿਕਲਣਗੇ। ਹੁਣ ਵੈਰ ਕਿੱਥੋਂ ਸ਼ੁਰੂ ਹੋਣਾ? ਸੁਣ ਰਹੇ ਹੋ? ਭੈਣਾਂ ਵੀ ਸੁਣ, ਭਾਈ ਵੀ ਸੁਣ, ਤੇ ਜੇ ਕਮ ਸੇ ਕਮ ਬੱਚੇ ਬੈਠੇ ਉਹ ਵੀ ਧਿਆਨ ਨਾਲ ਸੁਣਨ। ਸਮਝ ਰਹੇ ਹੋ ਉਸ ਗੱਲ ਨੂੰ? ਵੈਰ ਕਿੱਥੋਂ ਸ਼ੁਰੂ ਹੁੰਦਾਗਾ? ਘਰ ਚੋਂ। ਜੀ ਪੜ੍ਹੀਏ। ਜੋ ਕੋਈ ਪਿਓ ਜਾਂ ਮਾਂ ਨੂੰ ਮੇਰੇ ਨਾਲ ਵੱਧ ਪਿਆਰ ਕਰਦਾ ਹੈ। ਜੇ ਕੋਈ, ਹੁਣ ਗੱਲ ਆ ਗਈ ਬੱਚਿਆਂ ਦੀ, ਸੁਣੋ ਗੱਲ ਧਿਆਨ ਨਾਲ। ਕਈ ਵਾਰ ਹੁੰਦਾ ਕਿ ਇਹ ਬੱਚੇ ਪ੍ਰਭੂ ਨੂੰ ਪਿਆਰ ਕਰਦੇ ਆ ਤੇ ਮਾਂ ਪਿਓ ਆਪਦੀ ਇੱਛਾ ਨੂੰ ਪਾਲਦਾ। ਜੇ ਕੋਈ ਆਪਣੇ ਮਾਂ ਨੂੰ ਜਾਂ ਪਿਓ ਨੂੰ, ਆਪਣੇ ਪਿਤਾ ਨੂੰ ਮੇਰੇ ਤੋਂ ਵੱਧ ਪਿਆਰ ਕਰਦਾਗਾ, ਪਿਆਰ ਕਰੋ, ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ, ਆਮੇਨ, ਹਾਂਜੀ, ਆਪਦੇ ਮਾਂ ਪਿਓ ਨੂੰ ਪਿਆਰ ਕਰੋ, ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ, ਔਰ ਨਾ ਹੀ ਬਾਈਬਲ ਵਿੱਚ ਇਸ ਤਰ੍ਹਾਂ ਦੀ ਕੋਈ ਸਿੱਖਿਆ। ਬਿਲਕੁਲ ਪਿਆਰ ਕਰੋ ਪਰ ਖੁਦਾ ਤੋਂ ਵੱਧ ਕੇ ਕਰੋ, ਇਹ ਤਾਂ ਨਹੀਂ ਚੱਲੇਗਾ। ਸਮਝ ਰਹੇ ਹੋ? ਬਿਲਕੁਲ ਇੱਥੇ ਫਰਕ ਮਿਲੇਗਾ ਤੁਹਾਨੂੰ, ਇੱਕ ਬਹੁਤ ਵੱਡਾ ਫਰਕ ਮਿਲੇਗਾ ਇੱਥੇ। ਪਿਆਰ ਤਾਂ ਕਰੋ, ਇਹ ਨਹੀਂ ਕਹਿੰਦੇ ਵੀ ਨਹੀਂ ਕਰੋ, ਨਹੀਂ ਕਰਨਾ ਚਾਹੀਦਾ। ਪਿਆਰ ਹੈ ਪਰ ਖੁਦਾ ਤੋਂ ਵੱਧ ਕੇ ਕੋਈ ਪਿਆਰ ਕਰੇ, ਆਹ ਚੀਜ਼ ਤਾਂ ਮਾਫਕ ਨਹੀਂ ਆਵੇਗੀ ਬਈ। ਇੱਥੇ ਪੜ੍ਹੀਏ ਥੋੜਾ ਜਿਹਾ ਅੱਗੇ। ਜੇ ਕੋਈ ਪਿਓ ਜਾਂ ਮਾਂ ਨੂੰ ਮੇਰੇ ਨਾਲ ਵੱਧ ਪਿਆਰ ਕਰੇ, ਜੇ ਕੋਈ ਆਦੇ ਮਾਂ ਨੂੰ ਜਾਂ ਪਿਓ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ, ਮੇਰੇ ਯੋਗ ਨਹੀਂ, ਤਾਂ ਯਾਦ ਰੱਖੋ ਫਿਰ ਉਹ ਮੇਰੇ ਯੋਗ ਨਹੀਂ ਹੈਗਾ। ਆਮੇਨ। ਇਹ ਗੱਲ ਤੁਸੀਂ ਮੰਨਦੇ ਹੋ? ਬਿਲਕੁਲ ਆਮੀਨ। ਮੰਨ ਕੇ ਚਲੋ, ਅਸੀਂ ਇਸ ਜਗ੍ਹਾ ਦੇ ਵਿੱਚੋਂ ਇਕੱਲੇ ਆਏ ਸੀ ਤੇ ਇਕੱਲੇ ਨੇ ਜਾਣਾ ਵੀ ਹੈ। ਬਿਲਕੁਲ ਆਮੀਨ। ਆਮੇਨ। ਮੈਂ ਇਹ ਵਿਸ਼ਾ ਉਲਟ ਨਹੀਂ ਪ੍ਰਚਾਰ ਕਰ ਰਿਹਾ ਵੀ ਆਪਦੇ ਮਾਪਿਓ ਦਾ ਆਦਰ ਕਰਨਾ ਛੱਡ ਦੋ, ਮੈਂ ਇਹ ਨਹੀਂ ਕਹਿ ਰਿਹਾਗਾ। ਆਮੇਨ। ਇਹ ਬਾਈਬਲ ਦਾ ਹੁਕਮ ਆ ਕਿ ਆਪਣੇ ਮਾਤਾ ਪਿਤਾ ਨੂੰ ਪਿਆਰ ਕਰੋ, ਉਹਦੀ ਆਗਿਆ ਨੂੰ ਮੰਨੋ, ਉਹਦੇ ਹੁਕਮਾਂ ਨੂੰ ਮੰਨੋ, ਉਹਦੀ ਆਗਿਆਕਾਰੀ ਕਰੋ, ਕਿਉਂਕਿ ਫੇਰ ਹੀ ਤੁਸੀਂ ਬਚਾਏ ਜਾਓਗੇ। ਇਹ ਗੱਲ ਸੱਚਾਈ ਆ। ਆਮੇਨ। ਪਰ ਗੱਲ ਇੱਥੇ ਕੁਝ ਫਰਕ ਦਿਖ ਰਿਹਾਗਾ ਕਿ ਮੇਰੇ ਨਾਲੋਂ ਵੱਧ, ਕਿਉਂਕਿ ਇੱਥੇ ਦੋ ਪਕਸ਼ ਖੜੇ ਹੋਣਗੇ। ਆਮੇਨ। ਸਹੀ ਗੱਲ ਹੈ। ਮੰਨ ਕੇ ਚਲੋ, ਜਦੋਂ ਤੋਂ ਮੈਂ ਪ੍ਰਭੂ ਨੂੰ ਕਬੂਲ ਕੀਤਾ, ਘਰ ਮੇਰੇ ਪਿਤਾ ਦਾ ਹੈ ਨਹੀਂ, ਮੇਰੀ ਮਾਂ ਨੇ ਅਜੇ ਤੱਕ ਪ੍ਰਭੂ ਨੂੰ ਚੰਗੀ ਤਰ੍ਹਾਂ ਕਬੂਲ ਨਹੀਂ ਕੀਤਾ ਜਾਂ ਨਹੀਂ ਸਮਝਿਆ ਉਸ ਚੀਜ਼ ਨੂੰ। ਆਮੇਨ। ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਨੂੰ ਆਪਦੀ ਮਾਤਾ ਨੂੰ ਪਿਆਰ ਨਹੀਂ ਕਰਦੇਗੇ, ਇਹ ਨਹੀਂ, ਇਹ ਅਸੀਂ ਇਸ ਤਰ੍ਹਾਂ ਨਹੀਂ ਕਰ ਰਹੇਗੇ। ਆਮੇਨ। ਸਮਝ ਰਹੇ ਹੋ? ਪਰ ਜੇ ਹੁਣ ਅਸੀਂ ਮੰਨ ਕੇ ਚਲੋ ਖੁਦਾ ਦੇ ਹੁਕਮਾਂ ਨੂੰ ਪਾਸੇ ਕਰਕੇ ਸਾਰਾ ਉਧਰਲੇ ਪਾਸੇ ਨੂੰ ਵੱਧ ਜਾਈਏ, ਇਹ ਗੱਲ ਗਲਤ ਹੋਵੇਗੀ। ਸਾਡੇ ਕੋਲੇ ਉਹ ਪ੍ਰਚਾਰ ਨਹੀਂ ਜਿਹਨੇ ਮਾਂ ਪਿਓ ਨੂੰ ਪੂਜਤਾ ਤੇ ਉਹਨੇ ਰੱਬ ਨੂੰ ਪੂਜਤਾ। ਸਾਡੇ ਕੋਲ ਇਹ ਪ੍ਰਚਾਰ ਨਹੀਂ ਹੈਗਾ, ਨਾ ਹੀ ਇਸ ਤਰ੍ਹਾਂ ਦੀ ਬਾਈਬਲ ਦੀ ਕੋਈ ਲਿਖਤਾ। ਆਮੇਨ। ਹਾਂ, ਇਹ ਜ਼ਰੂਰ ਆ ਕਿ ਖੁਦਾ ਜੀਵਨ ਬਦਲ ਦਿੰਦਾ ਹੈ। ਆਮੇਨ। ਇਹ ਜ਼ਰੂਰ ਆ। ਸਮਝ ਰਹੇ ਹੋ? ਤਾਂ ਬੜਾ ਕੁਝ ਤੁਹਾਨੂੰ ਮਿਲੇਗਾ, ਬੜਾ ਕੁਛ ਹੀ ਪਿਆ ਗਿਆ ਇੱਥੇ। ਚਲੋ ਭਾਈ ਅੱਗੇ ਚਲੋ। ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਤੁਰੇ, ਜੇ ਕੋਈ ਆਪਦੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਆਵੇ, ਮੇਰੇ ਯੋਗ ਨਹੀਂ, ਤੇ ਉਹ ਮੇਰੇ ਯੋਗ ਹੈ ਨਹੀਂਗਾ। ਉਹ ਸਲੀਬ ਇਹਦਾ ਬਾਈ ਜੀ ਆਪਦਾ ਪਰਸਨਲ ਮੈਟਰ ਆ। ਆਮੀਨ ਆਮੀਨ ਆਮੀਨ। ਸਮਝ ਰਹੇ ਹੋ? ਇਹ ਨਹੀਂ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਸਲੀਬ ਸੀ ਤੇ ਰਾਹ ਦੇ ਵਿੱਚ ਸ਼ਿਮੌਨ ਕਰੇਨੀ ਆਇਆ। ਆਮੇਨ। ਤੇ ਉਹਨੇ ਆਖਿਆ ਕਿ ਇਥੋਂ ਥੋੜੀ ਦੇਰ ਤੱਕ ਉਹਦੀ ਸਲੀਬ ਤੂੰ ਚੱਕ, ਪਰ ਪ੍ਰਭੂ ਨੇ ਆਖਿਆ ਤੇਰਾ ਕੰਮ ਨਹੀਂ ਹੈਗਾ। ਆਮੇਨ। ਬੇਸ਼ੱਕ ਦੀ ਤੁਸੀਂ ਟੀਵੀ ਵਿੱਚ ਦੇਖੋਗੇ ਤਾਂ ਉਹ ਫੜਾ ਦਿੰਦਾ, ਪਰ ਫੜਾਉਂਦਾ ਨਹੀਂਗਾ। ਗਲਤ ਹੈ, ਉਹ ਗਲਤ ਦਿਖਾਈ ਗਈ ਆ, ਉਹ ਇਸ ਤਰ੍ਹਾਂ ਨਹੀਂਗਾ। ਪ੍ਰਭੂ ਦੀ ਸਲੀਬ ਨੂੰ ਕੋਈ ਦੂਜਾ ਨਹੀਂ ਚੁੱਕ ਸਕਿਆ, ਸਿਰਫ ਪ੍ਰਭੂ ਹੀ ਚੁੱਕ ਕੇ ਤੁਰਿਆ। ਹਾਂਜੀ ਆਮੀਨ। ਆਮੇਨ। ਔਰ ਟੀਵੀ ਦੇ ਵਿੱਚ ਤਾਂ ਬਥੇਰੇ ਭਾਵਾਂ ਦੀ ਨਾਲ ਚਾਰ ਹੋਰ ਜੋੜ ਦੇਣ, ਉਹ ਤਾਂ ਉਹਨਾਂ ਦੀ ਮਰਜ਼ੀ ਆ, ਪਰ ਯਾਦ ਰੱਖੋ ਵਚਨ ਦੇ ਅਕੋਰਡਿੰਗ ਸਹੀ ਨਹੀਂ ਗਏ। ਆਮੇਨ। ਕਿਉਂਕਿ ਜੇ ਪ੍ਰਭੂ ਇੱਥੇ ਸਾਨੂੰ ਕਹਿ ਰਿਹਾ ਤੁਸੀਂ ਆਪਦੀ ਸਲੀਬ ਚੁੱਕੋ, ਤੇ ਆਪਦੀ ਥੋੜੀ ਉਹ ਕਿਸੇ ਤੋਂ ਚੁਕਵਾਵੇਗਾ, ਆਪਦੀ ਵੀ ਉਹ ਆਪ ਹੀ ਚੁੱਕ ਰਿਹਾਗਾ। ਇਸ ਕਰਕੇ ਕਹਿੰਦਾ ਜੇ ਤੁਸੀਂ ਵੀ ਆਪਦੀ ਸਲੀਬ ਨਾ ਚੁੱਕੋ ਅਤੇ ਮੇਰੇ ਪਿੱਛੇ ਨਾ ਚੱਲੋ ਤਾਂ ਫਿਰ ਮੇਰੇ ਯੋਗ ਨਹੀਂ। ਮੇਰੇ ਯੋਗ ਨਹੀਂ। ਪੜੋ ਭਾਈ ਥੋੜਾ ਅੱਗੇ ਚਲੋ। ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਹੁਣ ਇੱਥੇ ਆ, ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਉਹ ਉਸ ਨੂੰ ਗਵਾਵੇਗਾ। ਤੇ ਉਹ ਕੀ ਕਰੇਗਾ ਵੀ ਉਸ ਨੂੰ ਗਵਾਵੇਗਾ, ਉਸ ਨੂੰ ਗਵਾ ਦੇਵੇਗਾ। ਹੁਣ ਬੜੇ ਕਹਿੰਦੇ ਆ ਫਿਰਦੇ ਨਾਸ਼ ਦੇ ਵਿੱਚ ਆ, ਕਹਿੰਦੇ ਅਸੀਂ ਤਾਂ ਜਾਂਦੇ ਫਿਰਦੇ ਬਈ। ਜੇ ਕੋਈ ਭਾਈ ਆ ਕੇ ਕਹਿ ਦੇਣਾ, ਮੰਨ ਕੇ ਚਲੋ ਇੱਕ ਆਤਮਿਕ ਭਾਈ ਜਾ ਕੇ ਕਿਸੇ ਨੂੰ ਕਹੇ ਭਾਈ ਜੀ ਤੁਸੀਂ ਮਰ ਰਹੇ ਹੋ, ਨਹੀਂ ਭਾਈ ਜੀ ਮੈਂ ਤਾਂ ਵਧੀਆ, ਮੇਰੀ ਸਿਹਤ ਸੁਧ ਵੀ ਠੀਕ ਆ, ਮੈਨੂੰ ਕੁਛ ਨਹੀਂ, ਮੈਨੂੰ ਕੀ ਹੋਏਗਾ, ਮੈਂ ਤਾਂ ਜਮਾਂ ਸਹੀ ਆ। ਆਤਮਾ ਦੇ ਪੱਖ ਚ ਮਾਰ ਰਿਹਾ, ਪਰ ਉਹ ਕਹਿ ਰਿਹਾ ਕਿ ਤੂੰ ਮਰ ਰਿਹਾਗਾ। ਆਮੇਨ। ਮਰ ਰਹੇਗਾ, ਅੱਜ ਸਿਹਤ ਸਹੀ ਆ, ਪਰ ਇੱਕ ਦਿਨ ਆਵੇਗਾ ਇਹ ਸਿਹਤ ਵੀ ਨਹੀਂ ਰਹਿਣੀਗੀ, ਤੇ ਜਿਹੜਾ ਤੂੰ ਸਹੀ ਕਹਿਣਾ ਇਹ ਸਹੀ ਵੀ ਨਹੀਂ ਰਹਿਣਾਗਾ। ਸਮਝ ਰਹੇ ਹੋ? ਇੱਕ ਟਾਈਮ ਆ ਰਿਹਾਗਾ। ਚਲੋ ਅੱਗੇ।
ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗਵਾਈ ਜੇ ਕਿਸੇ ਨੇ ਮੇਰੇ ਲਈ ਆਪਦੀ ਜਾਨ ਗਵਾਈ ਉਸ ਨੂੰ ਲੱਭ ਲਵੇਗਾ। ਤੇ ਉਹ ਉਸ ਨੂੰ ਕੀ ਕਰੇਗਾ ਬਈ? ਲੱਭ ਲਵੇਗਾ। ਲੱਭ ਲਵੇਗਾ। ਹੁਣ ਮੇਰੇ ਭੈਣ ਭਰਾਵੋ, ਇੱਕ ਛੋਟਾ ਜਿਹਾ 3 ਮਹੀਨਿਆਂ ਦਾ ਬੱਚਾ ਮੂਸਾ, ਆਮੀਨ, ਤੇ ਨੀਲ ਨਦੀ ਆ, ਸਮਝ ਰਹੇ ਹੋ? ਤਾਂ ਹੁਣ ਖੁਦਾ ਉਤਰਿਆ ਇਸ ਲਈ ਕਿਉਂਕਿ ਵਚਨ ਵਿੱਚ ਲਿਖਿਆ 3 ਮਹੀਨਿਆਂ ਤੱਕ ਤਾਂ ਉਹਨੇ ਲੁਕੋ ਕੇ ਰੱਖਿਆ। ਬਿਲਕੁਲ, ਆਮੀਨ। ਬੱਚਿਆਂ ਨੂੰ ਆਪਦੇ ਉਸ ਬੱਚੇ ਨੂੰ 3 ਮਹੀਨਿਆਂ ਤੱਕ ਲੁਕੋ ਕੇ ਰੱਖਿਆ। ਪਰ 3 ਮਹੀਨਿਆਂ ਬਾਅਦ ਹੁਣ ਤੁਸੀਂ ਇੱਕ ਗੱਲ ਹੋਰ ਦੇਖੋ, ਖਾਸ ਲੋਕ ਹੁੰਦੇ ਨਾ ਜਿਹੜੇ, ਉਹਨਾਂ ਦੇ ਕੰਮ ਵੀ ਖਾਸ ਹੀ ਹੁੰਦੇ ਆ। ਹਾਂਜੀ, ਆਮੀਨ। 3 ਮਹੀਨਿਆਂ ਤੱਕ ਲੁਕਿਆ ਕਿਵੇਂ? ਕਿਉਂਕਿ ਦਾਈਆਂ 3 ਵਾਰੀ ਕੀੜਾ ਮਾਰਦੀਆਂ ਸੀ ਉਹਨਾਂ ਦੇ ਘਰ ਵਿੱਚ ਆ ਕੇ, ਸਮਝ ਰਹੇ ਹੋ? ਹੁਣ ਸੋਚੋ 3 ਮਹੀਨੇ ਹੀ ਨਾ ਵੇਖੋ ਤੁਸੀਂ, 3 ਮਹੀਨਿਆਂ ਨੂੰ ਛੱਡ ਕੇ ਤੁਸੀਂ ਮਗਰ ਲਿਓ 3 ਮਹੀਨੇ ਦੇਖੋ ਜਦੋਂ ਮੂਸਾ ਦਾ ਜਨਮ ਹੋਣ ਵਾਲਾ ਸੀ, ਮਗਰ ਲਿਓ 3 ਮਹੀਨੇ ਦੇਖੋ। ਆਮੀਨ। ਮੈਂ ਆਪਦੀਆਂ ਭੈਣਾਂ ਬੈਠੀਆਂ, ਤੁਸੀਂ ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਕਿ ਮੈਂ ਕੀ ਕਹਿਣ ਜਾ ਰਿਹਾ ਹਾਂ। ਆਮੀਨ। ਉਸ ਦੀ ਹਾਲਤ, ਮੂਸਾ ਦੀ ਮਾਤਾ ਦੀ ਹਾਲਤ ਜਦੋਂ ਉਹਨਾਂ ਦਾਈਆਂ ਨੇ ਦੇਖੀ, ਉਹਨਾਂ ਨੇ ਜ਼ਰੂਰ ਦੇਖਿਆ ਕਿ ਇਸਦੇ ਬੱਚਾ ਹੋਣ ਵਾਲਾਗਾ। ਹਾਂਜੀ। ਔਰ ਇਸ ਕਰਕੇ ਉਹ 3 ਵਾਰੀ ਉਹਨਾਂ ਦੇ ਘਰ ਵਿੱਚ ਕੀੜਾ ਮਾਰਦੇ ਸੀ। ਆਮੀਨ। 3 ਵਾਰੀ ਉਹਨਾਂ ਦੇ ਘਰ ਵਿੱਚ ਕੀੜਾ ਮਾਰਨਾ। ਔਰ ਸਭ ਤੋਂ ਵੱਡੀ ਗੱਲ ਇਹ, ਹੁਣ ਮੂਸਾ ਪੈਦਾ ਹੋ ਗਿਆ। ਆਮੀਨ। ਜਦੋਂ ਮੂਸਾ ਪੈਦਾ ਹੋ ਗਿਆ, ਹੁਣ ਦਾਈਆਂ ਨੂੰ ਪਤਾ ਲੱਗ ਗਿਆ ਵੀ ਮੂਸਾ ਤਾਂ ਪੈਦਾ ਹੋ ਚੁੱਕਿਆ। ਖੈਰ ਮੈਂ ਨਾਮ ਲੈ ਲਿਆ, ਪਰ ਕਹਿੰਦਾ ਮਤਲਬ ਬੱਚਾ ਤਾਂ ਪੈਦਾ ਹੋ ਚੁੱਕਿਆ। ਜੇ ਬੱਚਾ ਪੈਦਾ ਹੋ ਚੁੱਕਿਆ ਫਿਰ ਬੱਚਾ ਨੇ ਲੁਕੋਇਆ ਕਿੱਥੇ ਆ? ਸਮਝ ਰਹੇ ਹੋ? ਮਿਹਰਬਾਨੀ ਕਰਕੇ ਕਿਸ ਦਾ ਫੋਨ ਆ, ਪਹਿਲਾਂ ਤਾਂ ਫੋਨ ਬਾਹਰ ਕਰੋ। ਕਿਸੇ ਦੇ ਕੋਲੇ ਵੀ ਫੋਨ ਹੈ, ਇਹਨੂੰ ਬੰਦ ਕਰੋ, ਇਹਨੂੰ ਬਾਹਰ ਕੱਢੋ। ਸਮਝ ਰਹੇ ਹੋ? ਤਾਂ ਹੁਣ ਗੌਰ ਨਾਲ ਸੁਣਿਓ ਇਸ ਚੀਜ਼ ਨੂੰ। ਹੁਣ ਮੂਸਾ ਪੈਦਾ ਤਾਂ ਹੋਇਆ, ਹੁਣ ਉਹਨੂੰ ਲੁਕਾਉਣ ਕਿਵੇਂ? ਤੁਹਾਨੂੰ ਪਤਾ ਬੱਚਾ ਜਦੋਂ ਛੋਟਾ ਬਈ ਉਹ ਘਰ ਦੇ ਵਿੱਚ ਰੋਂਦਾ ਬਹੁਤ ਆ। ਜਦੋਂ ਦਾਈਆਂ ਆਉਂਦੀਆਂ ਹੋ ਸਕਦਾ ਮੂਸਾ ਉਦੋਂ ਰੋਵੇ, ਪਰ ਇਹ ਖਾਸ ਸੀ। ਆਮੀਨ। ਕਹਿ ਸਕਦੇ ਹੋ ਤੁਸੀਂ? ਹਾਂਜੀ, ਆਮੀਨ, ਹਾਲੇਲੂਇਆ। ਮੂਸਾ ਖਾਸ ਸੀ। ਦਾਈਆਂ ਜਦੋਂ ਆਉਂਦੀਆਂ ਸੀ ਮੂਸਾ ਚੁੱਪ ਹੁੰਦਾ ਸੀ, ਔਰ ਜਿਹੜੀ ਰੋਣ ਵਾਲੀ ਇੱਛਾ ਸੀ ਜਦੋਂ ਜਾ ਵੜਦੀਆਂ ਸੀ ਉਦੋਂ ਪੂਰੀ ਕਰ ਲੈਂਦਾ ਸੀ। ਆਮੀਨ, ਹਾਲੇਲੂਇਆ। ਖਾਸ ਸੀ ਉਹ। ਮੇਰੇ ਭੈਣ ਭਰਾਵੋ, ਜਿਹੜੇ ਪ੍ਰਭੂ ਦੇ ਖਾਸ ਲੋਕ ਆ, ਉਹ ਆਪਣੀ ਪਹਿਚਾਨ ਰੱਖਦੇ ਆ। ਆਮੀਨ। ਉਹਨਾਂ ਨੂੰ ਪਤਾ ਹੈ ਕਿ ਅਸੀਂ ਖਾਸ ਹਾਂ। ਬੇਸ਼ੱਕ ਉਹ ਇੱਕ ਛੋਟਾ ਬੱਚਾ ਸੀ, ਪਰ ਛੋਟੇ ਬੱਚੇ ਦੀ ਜ਼ਿੰਮੇਵਾਰੀ ਖੁਦਾ ਦੇ ਕੋਲੇ ਸੀ। ਆਮੀਨ। ਛੋਟੇ ਬੱਚੇ ਦੀ ਜ਼ਿੰਮੇਵਾਰੀ ਖੁਦਾ ਦੇ ਕੋਲੇ ਸੀ। ਔਰ ਜਦੋਂ ਹੀ ਬੱਚੇ ਸਮਝ ਦੇ ਵਿੱਚ ਆਉਂਦੇ ਆ, ਹੁਣ ਤੁਸੀਂ ਬਥੇਰੇ ਭੈਣ ਭਰਾ ਇੱਥੋਂ ਸਿੱਖ ਲੈਣ, 3 ਮਹੀਨਿਆਂ ਤੋਂ ਬਾਅਦ ਤੁਹਾਡਾ ਕੰਟਰੋਲ ਖਤਮ ਹੋ ਗਿਆ। ਸਮਝ ਰਹੇ ਹੋ ਕਿ ਨਹੀਂ? 3 ਮਹੀਨਿਆਂ ਤੋਂ ਅਗਲੇ ਪਾਸੇ ਵਾਲਾ ਮਾਂ ਪਿਓ ਦਾ ਕੰਟਰੋਲ ਖਤਮ। ਸਮਝ ਰਹੇ ਹੋ? ਉਸ ਤੋਂ ਅਗਲਾ ਕੰਮ ਆ ਜਿਹੜਾ, ਉਹ ਤਾਂ ਖੁਦਾ ਦੀ ਆਗਿਆ ਹੈ। ਅਗਲਾ ਕੰਮ ਖੁਦਾ ਦੀ ਆਗਿਆ ਨੂੰ ਮੰਨਣਾ। ਔਰ ਕੀ ਕੀਤਾ? ਖੁਦਾ ਦਾ ਦੂਤ ਉਸਦੇ ਕੋਲੇ ਉਤਰਿਆ, ਤਾਂ ਹੁਣ ਪਤਾ ਲੱਗਿਆ ਉਹਨਾਂ ਨੂੰ ਕਿ ਉਹ ਲੁਕੋ ਨਹੀਂ ਸਕਦੇ ਆਪਦੇ ਘਰ ਵਿੱਚ ਉਸਨੂੰ। ਆਮੀਨ। ਜਦੋਂ ਜ਼ਿਆਦਾ ਦੇਰ ਤੱਕ ਨਾ ਲੁਕੋ ਸਕੇ, ਉਸਨੇ ਆਖਿਆ ਵੀ ਹੁਣ ਕੀ ਹੋਵੇਗਾ? ਉਹਨਾਂ ਨੇ ਆਖਿਆ ਵੀ ਜਿਹੜੇ ਖੁਦਾ ਨੇ ਮੈਨੂੰ ਦਿੱਤਾ ਮੈਂ ਉਹੀ ਕੋਈ ਹੱਲ ਕਰੂਗਾ ਇਹਦਾ। ਤਾਂ ਹੁਣ ਕੀ ਹੋਇਆ? ਫਿਰ ਉਸਨੇ ਆਖਿਆ ਵੀ ਤੁਸੀਂ ਚੁੱਪ ਰਹੋ, ਮੈਂ ਦੁਆ ਦੇ ਲਈ ਜਾ ਰਿਹਾਗਾ। ਔਰ ਜਦੋਂ ਦੁਆ ਕਰਨ ਦੇ ਲਈ ਗਿਆ, ਖੁਦਾ ਦਾ ਇੱਕ ਦੂਤ ਉਤਰਿਆ, ਕਹਿੰਦਾ ਇਸ ਤਰ੍ਹਾਂ ਕਰ, ਹੁਣ ਇੱਕ ਟੋਕਰੀ ਲੈ, ਉਸ ਦੇ ਵਿੱਚ ਆਸੇ ਪਾਸੇ ਮਿੱਟੀ ਨਾਲ ਲਿਪ ਕੇ ਉਸਨੂੰ ਤੇ ਨੀਲ ਨਦੀ ਦੇ ਵਿੱਚ ਰੋੜ ਦੇ। ਜੀ ਆਮੀਨ। ਇਹ ਇਹ ਅਮਰਾਮ ਦਾ ਆਪਣਾ ਵਿਚਾਰ ਨਹੀਂ ਸੀ ਕਿ ਉਹ ਉਸ ਤਰ੍ਹਾਂ ਦਾ ਬਣਾਵੇ ਤੇ ਉਸ ਨੂੰ ਨੀਲ ਨਦੀ ਵਿੱਚ ਰੋੜੇ। ਨਾ 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 ਨਾ। ਇਹ ਮੂਸਾ ਦਾ ਕਈ ਵਾਰ ਨਾ ਨਾਮ ਬੋਲਣ ਦੇ ਵਿੱਚ ਨਾ ਥੋੜਾ ਜਿਹਾ ਉਲਝਣ ਪੈ ਜਾਂਦੀ ਆ। ਮਿਹਰਬਾਨੀ ਕਰਕੇ ਤੁਸੀਂ ਥੋੜਾ ਗੌਰ ਰੱਖਿਓ। ਇਹ ਅਮਰਾਮ ਦਾ ਵਿਚਾਰ ਨਹੀਂ ਸੀਗਾ ਕਿ ਉਸ ਨੂੰ ਹੁਣ ਨਹੀਂ ਲੁਕੋ ਸਕਦਾ, ਉਸ ਨੂੰ ਉਹ ਟੋਕਰੀ ਵਿੱਚ ਪਾਵੇ ਤੇ ਉਸ ਨੂੰ ਨੀਲ ਨਦੀ ਵਿੱਚ ਰੋੜ ਦੇ। ਨਹੀਂ, ਕੋਈ ਵੀ ਇਹਨਾਂ ਚਿਹਰਾ ਨਹੀਂ ਕਰ ਸਕਦਾ। ਆਮੀਨ। ਔਰ ਖਾਸ ਕਰਕੇ ਨੀਲ ਨਦੀ ਦਾ ਇਤਿਹਾਸ ਵੇਖੋ ਕੱਢ ਕੇ। ਆਮੀਨ। ਨੀਲ ਨਦੀ ਦੇ ਵਿੱਚ 28 ਫੁੱਟ ਦੇ ਦੱਸਿਆਗਾ। 28 ਫੁੱਟ ਦੇ ਮਗਰਮੱਛ ਸਭ ਤੋਂ ਵੱਡੇ। ਜੇ ਕਿਸੇ ਨਦੀ ਦੇ ਵਿੱਚ ਮਗਰਮੱਛ ਹੈ ਤਾਂ 2 ਨਦੀਆਂ ਦੱਸੀਆਂ, ਇੱਕ ਦਾ ਨਾਮ ਨਹੀਂ ਪਤਾਗਾ ਔਰ ਦੂਸਰੀ ਨੀਲ ਨਦੀ ਆ। ਆਮੀਨ। ਔਰ ਨੀਲ ਨਦੀ ਦੇ ਵਿੱਚ ਤਾਰਨਾ ਸੀਗਾ ਕਿਸ ਨੂੰ? ਹੁਣ ਬੋਲੋ ਸਾਰੇ ਜਣੇ ਥੋੜਾ ਜਿਹਾ, ਕਿਸ ਨੂੰ ਤਾਰਨ ਜਾ ਰਹੇ ਆ ਉਹ? ਦੇਖੋ, ਇੱਕ ਬੱਚੇ ਨੂੰ ਖੁਦਾ ਦੇ ਹੱਥ ਵਿੱਚ ਦੇਣਾ। ਸਮਝ ਰਹੇ ਹੋ? ਇਹ ਬੜਾ ਜ਼ਰੂਰੀ ਆ। ਤਾਂ ਹੁਣ ਨੀਲ ਨਦੀ ਦਾ ਨਾਮ ਸੁਣ ਕੇ ਵੀ ਲੋਕ ਡਰਦੇ ਸੀ ਉੱਥੇ। ਕਿਉਂ? ਕਿਉਂਕਿ ਮੈਂ ਕਹਿੰਦਾ ਬਈ ਬਾਹਰ ਵੀ ਬੈਠੇ ਹੁੰਦੇ ਸੀ ਤੇ ਅੰਦਰ ਤਾਂ ਹੋਣੇ ਹੀ ਹੋਣੇ ਆ। ਸਮਝ ਰਹੇ ਹੋ? ਖੈਰ, ਖੁਦਾ ਬਹੁਤ ਸਾਰੀ ਬਰਕਤ ਦੇਵੇ। ਉਹਨੇ ਖੁਦਾ ਦੇ ਵਚਨ ਦੇ ਅਨੁਸਾਰ ਕੀਤਾ। ਸੋਚੋ, ਦੀ ਮਾਂ ਨੇ ਵੀ ਨਹੀਂ ਰੋਕਿਆ ਗਿਆ ਸੀ।
ਕਿਉਂਕਿ ਖੁਦਾ ਨੇ ਆਖਿਆ, ਉਹਨੇ ਆਖਿਆ ਕਹਿੰਦਾ ਆਪਾਂ ਹੁਣ ਇਸ ਨੂੰ ਲੁਕੋ ਨਹੀਂ ਸਕਦੇ। ਅਮਰਾਮ ਨੇ ਮੂਸਾ ਦੀ ਮਾਤਾ ਨੂੰ ਸਮਝਾਇਆ, ਕਹਿੰਦਾ ਹੁਣ ਆਪਾਂ ਇਹਦੀ ਰਾਖੀ ਨਹੀਂ ਕਰ ਸਕਦੇ। ਆਹੀ ਤਾਂ ਸ਼ਬਦ ਹੈ ਜਿਹੜਾ ਪ੍ਰਭੂ ਬੋਲ ਰਿਹਾਗਾ। ਜੇ ਕੋਈ ਹੁਣ ਇਹਦੀ ਜਾਨ ਬਚਾਉਣੀ ਚਾਹੇਗਾ ਤੇ ਉਹ ਕੀ ਕਰੇਗਾ? ਜੇ ਉਸ ਨੂੰ ਲੁਕੋ ਕੇ ਰੱਖਦੇ, ਕਿੰਨਾ ਕੁ ਲੁਕੋ ਕੇ ਰੱਖਦੇ, ਇੱਕ ਦਿਨ ਦਾਈਆਂ ਨੇ ਆ ਜਾਣਾ ਸੀ, ਉਸ ਨੂੰ ਲੈ ਜਾਣਾ, ਮਾਰ ਦੇਣਾ ਸੀ। ਹੁਣ ਕੋਈ ਉਸ ਦੀ ਜਾਨ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ, ਇਸੇ ਕਰਕੇ ਕਹਿੰਦਾ ਹੁਣ ਤਾਂ ਉਹਦੀ ਜਾਨ ਦੇਣੀ ਪਵੇਗੀ। ਹੁਣ ਜਾਨ ਕਿਵੇਂ ਦੇਣੀ ਪਵੇਗੀ? ਖੁਦਾ ਦੇ ਵਚਨ ਦੇ ਲਈ। ਔਰ ਖੁਦਾ ਦਾ ਵਚਨ ਸੀ, ਹੁਣ ਇਸ ਨੂੰ ਇੱਕ ਟੋਕਰੀ ਦੇ ਵਿੱਚ ਪਾ ਕੇ ਤੇ ਇਸ ਨੂੰ ਨੀਲ ਨਦੀ ਵਿੱਚ ਰੋੜ ਦੇ ਜੀ। ਸਮਝ ਗਏ? ਤਾਂ ਇਹ ਸੀ ਖੁਦਾ ਦੇ ਲਈ ਆ ਗਿਆ। ਔਰ ਜਦੋਂ ਹੀ ਉਸ ਨੂੰ ਉਸ ਤਰੀਕੇ ਨਾਲ ਉਸ ਨੂੰ ਨੀਲ ਨਦੀ ਵਿੱਚ ਰੋੜਿਆ ਗਿਆ। ਆਮੇਨ। ਇਹ ਤੋਂ ਅਗਲਾ ਹਿੱਸਾ ਬਹੁਤ ਵੱਡਾ ਮੇਰੇ ਭੈਣ ਭਰਾ, ਪਰ ਮੈਂ ਸ਼ੇਅਰ ਨਹੀਂ ਕਰਦਾ ਕਿਉਂਕਿ ਮੈਂ ਥੋੜਾ ਅੱਗੇ ਚੱਲ ਰਿਹਾ ਸੀਗਾ। ਤਾਂ ਇਸ ਤੋਂ ਅਗਲਾ ਹਿੱਸਾ ਕਿਸ ਤਰ੍ਹਾਂ ਖੁਦਾ ਦੇ ਦੂਤ ਉਤਰਦੇ ਆ ਨੀਲ ਨਦੀ ਦੇ ਵਿੱਚ। ਆਮੇਨ। ਕਿਉਂਕਿ ਜਦੋਂ ਇੱਕ ਚੁਣਿਆ ਹੋਇਆ ਫੈਸਲਾ ਲੈਂਦਾਗਾ, ਹਾਂਜੀ, ਹਾਲੇਲੂਇਆ, ਆਵਾਜ਼ ਤੁਹਾਡੀ ਆਉਣੀ ਚਾਹੀਦੀ ਹੈ ਇਸ ਜਗ੍ਹਾ ਦੇ ਵਿੱਚ। ਜਦੋਂ ਇੱਕ ਚੁਣਿਆ ਹੋਇਆ ਖੁਦਾ ਦੇ ਲਈ ਫੈਸਲਾ ਲੈਂਦਾਗਾ, ਯਾਦ ਰੱਖੋ ਫਿਰ ਵਚਨ ਦੇ ਵਿੱਚ ਲਿਖਿਆਗਾ, ਜਦੋਂ ਕੋਈ ਖੁਦਾ ਦੇ ਪੱਖ ਵਿੱਚ ਖੜ ਜਾਂਦਾਗਾ ਫਿਰ ਖੁਦਾ ਵੀ ਉਸ ਦੇ ਲਈ ਗਲੋਰੀ, ਹਾਲੇਲੂਇਆ, ਖੁਦਾ ਪੱਕਾ ਜ਼ਿੰਮੇਵਾਰ ਹੈ। ਜੇ ਤੁਸੀਂ ਉਹਦੇ ਲਈ ਖੜ ਗਏ ਤਾਂ ਫਿਰ ਖੁਦਾ ਵੀ ਤੁਹਾਡੇ ਲਈ ਖੜੇਗਾ। ਤੇ ਜੇ ਤੁਸੀਂ ਕਸਾਈ ਮਾਰੋਗੇ ਭਾਈ, ਫਿਰ ਖੁਦਾ ਵੀ ਕਹੇਗਾ। ਸਮਝ ਰਹੇ ਹੋ? ਖੁਦਾ ਦੇ ਲਈ ਤੁਹਾਨੂੰ ਖੜਨਾ ਪਵੇਗਾ। ਵਿਸ਼ਵਾਸ ਇੱਕ ਬਹੁਤ ਵੱਡੀ ਚੀਜ਼ ਆ। ਨਬੀ ਨੇ ਸਮਝਾਇਆਗਾ। ਖੈਰ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਤੁਹਾਡੇ ਵਿੱਚ ਮੈਂ ਰੱਖ ਸਕਦਾਗਾ। ਇੱਕ ਭੈਣ ਸੀ, ਉਸਦਾ ਬੱਚਾ ਬਿਮਾਰ ਸੀ। ਆਮੇਨ। ਔਰ ਉਹ ਭੈਣ ਸੁਬਾਹ ਤੋਂ ਦੁਆ ਕਰ ਰਹੀ ਸੀ। ਉਸਨੇ ਇੱਕ ਵਿਧਵਾ ਸੀਗੀ, ਉਹ ਉਸਦਾ ਇੱਕ ਬੱਚਾ ਸੀਗਾ, ਜਵਾਨ ਮੁੰਡਾ ਸੀਗਾ, ਔਰ ਉਸਨੇ ਖੁਦਾ ਦੇ ਅੱਗੇ ਗੋਡੇ ਟੇਕੇ ਹੋਏ ਸਨ। ਉਸਨੇ ਦੁਆ ਦੇ ਵਿੱਚ ਉਸਨੂੰ ਯਾਦ ਕਰ ਰਹੀ ਸੀ ਖੁਦਾ ਨੂੰ। ਉਹ ਕਹਿੰਦੀ, ਹੇ ਖੁਦਾ, ਤੂੰ ਹੀ ਖੁਦਾ ਹੈ। ਆਮੇਨ। ਜੋ ਸਮੇਂ ਏਲੀਆ ਨੂੰ ਇੱਕ ਵਿਧਵਾ ਦੇ ਘਰ ਵਿੱਚ ਭੇਜਿਆ, ਜਦ ਕਿ ਉਹ ਤੇ ਉਹਦਾ ਬੱਚਾ ਮਰਨ ਜਾ ਰਹੇ ਸਨ, ਉਹ ਦੁਆ ਦੇ ਵਿੱਚ ਇਸ ਤਰ੍ਹਾਂ ਦੁਆ ਕਰ ਰਹੀ ਆ, ਕਹਿੰਦੀ, ਹੇ ਪ੍ਰਭੂ, ਕੀ ਕੋਈ ਹੋਰ ਏਲੀਆ ਹੈ ਆਮੇਨ, ਜੋ ਮੇਰੇ ਲਈ ਆ ਸਕੇ? ਆਮੇਨ, ਆਮੇਨ, ਹਾਲੇਲੂਇਆ, ਖੁਦਾ ਦਾ ਨਾਮ ਮੁਬਾਰਕ ਹੋਵੇ। ਜਿਸ ਰਾਤ ਉਹ ਦੁਆ ਕਰ ਰਹੀ ਆ, ਆਮੇਨ, ਜਿਸ ਦਿਨ ਉਹ ਦੁਆ ਕਰ ਰਹੀ ਆ, ਖੁਦਾ ਦੇ ਦੂਤ ਨੇ ਦੱਸਿਆ ਕਿ ਹੁਣ ਫਿਰ ਇੱਕ ਏਲੀਆ ਆ ਰਿਹਾ ਹੈ। ਆਮੇਨ, ਆਮੇਨ। ਮੇਰੇ ਭੈਣ ਪ੍ਰਭੂ, ਜਦੋਂ ਉਸ ਜਗ੍ਹਾ ਦੇ ਉੱਤੋਂ ਦੀ ਮੰਨ ਕੇ ਚਲੋ ਕੋਈ ਵੀ ਜਹਾਜ਼ ਆ ਜਿਹੜਾ ਜਿਸ ਜਗ੍ਹਾ ਵਿੱਚ ਉਤਰਨਾਗਾ, ਉਸ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਵਿੱਚ ਨਹੀਂ ਉਤਰਦਾਗਾ। ਆਮੇਨ। ਜਿੱਥੋਂ ਉਹ ਚੱਲ ਪਿਆ ਉਹਨੇ ਉੱਥੇ ਉਤਰਨਾ ਜਿੱਥੇ ਉਹਨੂੰ ਉਤਰਨਾ ਚਾਹੀਦਾਗਾ। ਪਰ ਇੱਕ ਦੁਆ ਦੇ ਵਿੱਚ ਇਹਨਾਂ ਅਸਰ ਸੀ। ਜਦੋਂ ਜਹਾਜ਼ ਆਪਣੀ ਜਗ੍ਹਾ ਤੋਂ ਉੱਡ ਰਿਹਾ ਸੀਗਾ ਔਰ ਵਿਚਾਲੇ ਇੱਕ ਔਰਤ ਦੁਆ ਕਰ ਰਹੀ ਸੀ, ਔਰ ਖੁਦਾ ਨੇ ਇੰਨਾ ਮਜਬੂਰ ਕਰ ਦਿੱਤਾ ਜਹਾਜ਼ ਨੂੰ ਉੱਥੇ ਉਤਰਨਾ ਪਿਆ। ਆਮੇਨ। ਇੱਕ ਦੁਆ ਦੇ ਵਿੱਚ ਇੰਨੀ ਸਾਮਰਥ ਆ, ਦੁਆ ਦੇ ਵਿੱਚ ਇੰਨੀ ਪਾਵਰ ਆ ਮੇਰੇ ਭੈਣ ਭਰਾਵੋ। ਐਸਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਸੀਂ ਖੁਦਾ ਤੋਂ ਕੁਝ ਮੰਗੋ ਤੇ ਤੁਹਾਡੇ ਲਈ ਹੋਵੇ ਨਾ। ਆਮੇਨ। ਚਾਹੇ ਬੱਚਿਆਂ ਨਾਲ ਆਗਿਆਕਾਰ ਆ, ਚਾਹੇ ਜੋ ਮਰਜ਼ੀ ਆ, ਪਰ ਖੁਦਾ ਤੋਂ ਮੰਗੋਗੇ ਤਾਂ ਖੁਦਾ ਜ਼ਰੂਰ ਕਰੇਗਾ। ਆਮੇਨ। ਸਾਡੀ ਦੌੜ ਬਹੁਤ ਵੱਡੀ ਆ। ਹੁਣ ਮੈਂ ਖਾਸ ਹਿੱਸਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਤਾਂ ਇਹ ਇੱਕ ਖਾਸ ਹਿੱਸਾ ਸੀ। ਮੂਸਾ ਇੱਕ ਖਾਸ ਸਮੇਂ ਦੇ ਵਿੱਚ ਪੈਦਾ ਹੋਇਆ। ਆਮੇਨ। ਉਹ ਇੱਕ ਛੁਟਕਾਰਾ ਦੇਣ ਵਾਲੇ ਦੇ ਰੂਪ ਵਿੱਚ ਪੈਦਾ ਹੋਇਆ। ਆਓ ਇੱਕ ਆਖਰੀ ਲਿਖਤ ਮੈਂ ਪੜ੍ਹ ਕੇ ਮੈਂ ਵਚਨ ਬੰਦ ਕਰਨ ਲੱਗਿਆਗਾ। ਮੇਰੇ ਕੋਲ ਹੋਰ ਬਹੁਤ ਕੁਝ ਸੀ ਦੱਸਣ ਦੇ ਲਈ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇੱਥੇ ਇਸ ਨੂੰ ਮੈਂ ਰੋਕਾਂ। दूसरा राजा की किताब पंजमा है, पहली आयत पढ़िए थोड़ी देर दे। ਆਰਾਮ ਦੇ ਰਾਜਾ ਦਾ ਸੈਨਾਪਤੀ ਨਮਾਨ ਆਪਣੇ ਸਵਾਮੀ ਦੇ ਅੱਗੇ ਵੱਡਾ ਆਦਮੀ ਸੀ। ਆਰਾਮ ਦੇ ਰਾਜਾ ਦਾ ਸੈਨਾਪਤੀ ਨਮਾਨ ਆਪਣੇ ਸਵਾਮੀ ਦੇ ਅੱਗੇ ਵੱਡਾ ਆਦਮੀ ਸੀ। ਉਹ ਬਹੁਤ ਵੱਡਾ ਸੀ, ਚੰਗਾ ਸੂਰਬੀਰ ਸੀਗਾ। ਤਾਂ ਉਹਦਾ ਆਦਰਮਾਨ ਹੁੰਦਾ ਸੀ। ਉਹਦਾ ਬਹੁਤ ਆਦਰਮਾਨ ਹੁੰਦਾ ਸੀਗਾ। ਕਿਉਂ ਜੋ ਉਹਦੇ ਰਾਹੀਂ ਯਹੋਵਾ ਨੇ ਆਰਾਮ ਨੂੰ ਫਤਿਹ ਦਿੱਤੀ ਸੀ। ਉਸ ਮਨੁੱਖ ਦੇ ਜ਼ਰੀਏ ਬਹੁਤ ਸਾਰੇ ਰਾਜ ਜਿੱਤੇ ਗਏ ਸੀਗੇ। ਹਾਂਜੀ, ਸਮਝ ਰਹੇ ਹੋ ਤੁਸੀਂ? ਆਮੇਨ। ਥੋੜਾ ਬਸ ਹੁਣ ਧਿਆਨ ਖੋਲ ਕੇ ਬੈਠਿਓ ਜੀ। ਉਸ ਦੇ ਜ਼ਰੀਏ ਬਹੁਤ ਸਾਰੇ ਰਾਜ ਜਿੱਤੇ ਗਏ ਸੀ। ਹਾਂਜੀ। ਉਹ ਮਨੁੱਖ ਯੋਧਾ ਸੂਰਮਾ ਸੀ ਪਰ ਕੋੜੀ ਸੀ। ਉਹ ਮਨੁੱਖ ਯੋਧਾ ਸੀਗਾ, ਸੂਰਮਾ ਸੀਗਾ, ਪਰ ਕੋੜੀ ਸੀ। ਇੱਕ ਪ੍ਰੋਬਲਮ ਸੀ ਉਸ ਦੇ ਅੰਦਰ, ਔਰ ਉਹ ਪ੍ਰੋਬਲਮ ਸੀ ਕਿ ਉਹਨੂੰ ਕੋੜ ਸੀ। ਹਾਂਜੀ, ਆਮੇਨ। ਉਸ ਨੂੰ ਕੀ ਸੀ? ਕੋੜ ਦੀ ਬਿਮਾਰੀ। ਉਸ ਨੂੰ ਕੋੜ ਦੀ ਬਿਮਾਰੀ ਸੀਗੀ, ਕੋੜ ਦਾ ਰੋਗ ਸੀਗਾ। ਸੁਣੀਏ ਥੋੜਾ ਜਿਹਾ ਅੱਗੇ। ਹਾਂਜੀ। ਆਰਾਮੀ ਜੱਥੇ ਬਣ ਕੇ ਨਿਕਲੇ। ਆਰਾਮੀ ਸੀ ਜਿਹੜੇ ਉਹ ਜਥੇ ਬਣ ਕੇ ਨਿਕਲੇ ਤੇ ਇਸਰਾਇਲ ਦੇ ਦੇਸ਼ ਵਿੱਚ ਇੱਕ ਨਿੱਕੀ ਕੁੜੀ ਨੂੰ ਫੜ ਕੇ
ਨਾਲ ਲੈ ਆਏ ਸਨ। ਤਾਂ ਕੀ ਕੀਤਾ ਜਦੋਂ ਜਥੇ ਬਣ ਕੇ ਗਏ, ਇਜ਼ਰਾਈਲੀਆਂ ਦੇ ਵਿੱਚੋਂ ਇੱਕ ਨਿੱਕੀ ਜਿਹੀ ਕੁੜੀ, ਸੁਣ ਰਹੇ ਹੋ ਕਿ ਤੁਸੀਂ ਆਮੀਨ ਕਹੋਗੇ ਉਸ ਕੁੜੀ ਦੇ ਲਈ? ਹਾਲੇਲੂਇਆ। ਉਹ ਕੁੜੀ ਇੱਕ ਖਾਸ ਕੁੜੀ ਸੀ, ਐਵੇਂ ਨਹੀਂ ਸੀ। ਆਮੀਨ। ਮੇਰੇ ਭੈਣ ਭਰਾਵੋ, ਛੋਟੇ ਤੋਂ ਛੋਟਾ ਵੀ ਉਹਦਾ ਇੱਕ ਖਾਸ ਆ। ਆਮੀਨ। ਔਰ ਇਸ ਖਾਸ ਦੇ ਉੱਤੇ ਗੌਰ ਰੱਖਿਓ ਜੇ ਤੁਸੀਂ। ਆਮੀਨ। ਤਾਂ ਕੀ ਹੋਇਆ, ਉਹ ਇੱਕ ਛੋਟੀ ਜਿਹੀ ਕੁੜੀ ਸੀਗੀ, ਉਹਨੂੰ ਫੜ ਕੇ ਉਹ ਲੈ ਗਏ। ਸੁਣ ਰਹੇ ਹੋ? ਅੱਜ ਕੱਲ ਹੁੰਦਾ ਕੀ ਆ, ਵੱਡੇ ਜਾਂਦੇ ਵੱਡਿਆਂ ਦੇ ਮੂੰਹ ਨਹੀਂ ਖੁੱਲਦੇ, ਤੇ ਛੋਟਿਆਂ ਦੀ ਗੱਲ ਬੜੀ ਦੂਰ ਦੀ ਆ। ਵੱਡਿਆਂ ਦੇ ਮੂੰਹ ਨਹੀਂ ਖੁੱਲਦੇਗੇ ਕਿ ਉਹ ਇੰਨੀ ਹਿੰਮਤ ਰੱਖ ਸਕਣ ਕਿ ਆਪਦੇ ਖੁਦਾ ਬਾਰੇ ਉਹਨਾਂ ਨੂੰ ਦੱਸ ਸਕਣ। ਪਰ ਨਾ ਜੀ, ਇਹ ਉਹ ਨਹੀਂ, ਇਹ ਖਾਸ ਲੋਕਾਂ ਦਾ ਝੁੰਡ ਨਹੀਂ ਹੈਗਾ। ਜੇ ਉਹ ਇਸ ਤਰੀਕੇ ਨਾਲ ਨਹੀਂ ਕਰਦਾ, ਖਾਸ ਲੋਕਾਂ ਦਾ ਕੰਮ ਤਾਂ ਖੁਦਾ ਨੂੰ ਪ੍ਰਗਟ ਕਰਨਾ ਹੈ। ਖਾਸ ਲੋਕ ਆ ਜਿਹੜੇ, ਉਹ ਖੁਦਾ ਨੂੰ ਕੀ ਕਰਦੇ ਆ? ਲੋਕਾਂ ਦੇ ਅੱਗੇ ਰੱਖਦੇ ਆ। ਉਹ ਦੱਸਦੇ ਆ ਕਿ ਸਾਡਾ ਖੁਦਾ ਖੁਦਾ ਹੈ। ਹਾਲੇਲੂਇਆ। ਪੜਾਂਗੇ ਥੋੜਾ ਜਾ ਕੇ। ਜੋ ਨਮਾਨ ਦੀ ਇਸਤਰੀ ਦੀ ਗੋਲੀ ਬਣ ਗਈ ਸੀ। ਕੀ ਹੋਇਆ ਸੀ? ਉਹ ਨਮਾਨ ਦੀ ਇਸਤਰੀ ਦੀ ਗੋਲੀ ਬਣ ਗਈ ਸੀ। ਉਸੇ ਬੰਦੇ ਦੇ ਘਰ ਵਾਲੀ ਦੀ ਜਿਹਨੂੰ ਕੋੜ ਸੀਗਾ, ਉਹਦੀ ਗੋਲੀ ਬਣ ਗਈ ਸੀ ਉਹ ਕੁੜੀ। ਸੁਣੀਏ। ਉਸਨੇ ਆਪਣੇ ਬੀਬੀ ਨੂੰ ਆਖਿਆ, ਉਸਨੇ ਆਪਣੀ ਬੀਬੀ ਨੂੰ ਆਖਿਆ, ਜੇ ਕਿਤੇ ਮੇਰਾ ਸਵਾਮੀ ਉਸ ਨਬੀ ਦੇ ਕੋਲ ਹੁੰਦਾ। ਕਿੱਡੀ ਗੜਕ ਐ ਇਸ ਦੇ ਅੰਦਰ। ਆਵਾਜ਼ ਬੜੀ ਪਿਆਰ ਭਰੀ ਆ। ਆਮੀਨ। ਬੜੇ ਥੋੜੇ ਜਣਾਂ ਦੀ ਨਿਕਲ ਰਹੀ ਆ। ਹਾਲੇਲੂਇਆ। ਇਹ ਹਰ ਇੱਕ ਜ਼ਰੂਰਤ ਨਹੀਂ ਕਰਦਾ, ਪਰ ਖਾਸ ਜ਼ਰੂਰਤ ਕਰਦਾ ਹੈ। ਸਮਝ ਰਹੇ ਹੋ? ਹੁਣ ਸੋਚੋ, ਇੱਕ ਵੱਡੇ ਬੰਦੇ ਦੇ ਕੋਲੇ ਜਾ ਕੇ ਖੁਦਾ ਦੀ ਗਵਾਹੀ ਦੱਸਣੀ, ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ। ਮੰਨ ਕੇ ਚਲੋ, ਮੈਂ ਸਿੱਧੀ ਸਿੱਧੀ ਭਾਸ਼ਾ ਵਿੱਚ ਕਹਿ ਦੇਵਾਂ, ਮੰਨ ਕੇ ਚਲੋ ਤੁਹਾਨੂੰ ਕਿਸੇ ਚੰਗੇ ਲੀਡਰ ਦੇ ਕੋਲੇ ਜਾ ਕੇ ਗਵਾਹੀ ਦੇਣੀ ਪਵੇ। ਸਮਝ ਰਹੇ ਹੋ? ਚੰਗੇ ਲੀਡਰ ਦੇ ਕੋਲੇ, ਕਿਸੇ ਤਗੜੇ ਲੀਡਰ ਦੇ ਕੋਲੇ ਜਾ ਕੇ ਤੁਹਾਨੂੰ ਦੱਸਣਾ ਪਵੇ ਕਿ ਸਾਡਾ ਖੁਦਾ ਖੁਦਾ ਹੈ। ਹਾਂਜੀ। ਸਮਝ ਰਹੇ ਹੋ? ਕੋਈ ਹਿੰਮਤ ਨਹੀਂ ਸੀ ਕਰਦਾ ਉਸ ਦੇ ਨਾਲ ਗੱਲ ਕਰਦਿਆਂ। ਪਰ ਇੱਥੇ ਇੱਕ ਗੱਲ ਹੋ ਰਹੀ ਆ, ਇੱਕ ਬੱਚੀ ਆ ਜਿਹੜੀ ਖੁਦਾ ਨੂੰ ਜਾਣਦੀ ਆ। ਗਵਾਹੀ ਕੌਣ ਦਿੰਦੇ ਆ? ਬੋਲੋ ਹੁਣ ਤੁਸੀਂ। ਗਵਾਹੀ ਕੌਣ ਦਿੰਦੇ ਆ? ਜਿਹੜੇ ਬੋਲੋ 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 ਛੇਤੀ ਉੱਚੀ। ਜਿਹੜੇ ਖਾਸ ਲੋਕ ਹੁੰਦੇ ਆ। ਗਵਾਹੀ ਜਿਹੜੇ ਖੁਦਾ ਨੂੰ ਜਾਣਦੇ ਆ, ਉਹ ਖਾਸ ਲੋਕ ਹੁੰਦੇ ਆ ਜਿਹੜੇ ਗਵਾਹੀ ਦਿੰਦੇ ਆ। ਆਮੀਨ। ਗਵਾਹੀ ਉਹ ਦਿੰਦੇ ਆ ਜਿਹੜੇ ਖੁਦਾ ਨੂੰ ਜਾਣਦੇ ਆ। ਜਿਨ੍ਹਾਂ ਦੇ ਉੱਤੇ ਆਪ ਹੀ ਨਹੀਂ ਹਜੇ ਖੁਦਾ ਪ੍ਰਗਟ ਹੋਇਆ, ਉਹ ਕੀ ਗਵਾਹੀ ਦੇਣਗੇ? ਉਹ ਆਪ ਡਰਨਗੇ ਵੀ ਉਹਨਾਂ ਨੇ ਕਹਿਣਾ ਫਿਰ ਆਏ ਆ, ਉਹਨਾਂ ਨੇ ਕਹਿਣਾ ਫਿਰ ਆਏ ਆ। ਮੇਰੇ ਭੈਣ ਭਰਾਵੋ, ਇਸੇ ਕਰਕੇ ਮੈਂ ਕਹਿੰਦਾ ਪਹਿਲਾਂ ਰਸੀਦ ਆਪਦੇ ਕੋਲੇ ਰੱਖੋ। ਬਿਲਕੁਲ। ਤਾਂ ਕਿ ਜਦੋਂ ਕਿਸੇ ਦੇ ਕੋਲੇ ਤੁਸੀਂ ਗਵਾਹੀ ਦੇਣ ਜਾਓ ਤਾਂ ਪਹਿਲਾਂ ਰਸੀਦ ਨੂੰ ਦੇਖੋ, ਆ ਖੁਦਾ, ਮੇਰਾ ਖੁਦਾ ਮੇਰੇ ਨਾਲ ਆ। ਹਾਂਜੀ। ਆਮੀਨ। ਮੈਂ ਇਕੱਲਾ ਨਹੀਂ ਤੇਰੇ ਘਰ ਵਿੱਚ ਆਇਆ, ਪਰ ਇੱਥੇ ਕੋਈ ਹੋਰ ਆਇਆਗਾ। ਹਾਂਜੀ। ਆਮੀਨ। ਆਮੀਨ। ਸਮਝ ਰਹੇ ਹੋ ਤੁਸੀਂ ਇਸ ਗੱਲ ਨੂੰ? ਇਹ ਇੱਕ ਖਾਸ ਸਬੂਤ ਆ। ਔਰ ਖਾਸ ਸਬੂਤ ਦੇ ਨਾਲ ਮੇਰੇ ਭੈਣ ਭਰਾਵੋ, ਜਦੋਂ ਇਹ ਲੜਕੀ, ਛੋਟੀ ਬੱਚੀ ਜਦੋਂ ਉਸ ਜਗ੍ਹਾ ਦੇ ਵਿੱਚ ਗਈ, ਉਸਨੇ ਜਿਗਰਾ ਕੀਤਾ ਇਹ ਗੱਲ ਕਹਿਣ ਦਾ। ਪੜ੍ਹੀਏ। ਉਸਨੇ ਆਖਿਆ, ਜੇ ਕਿਤੇ ਮੇਰਾ ਸਵਾਮੀ ਉਸ ਨਬੀ ਕੋਲ ਦੇ ਹੁੰਦਾ। ਉਸਨੇ ਆਖਿਆ, ਜੇ ਇਹ ਮੇਰਾ ਸਵਾਮੀ ਕਿਤੇ ਉਸ ਨਬੀ ਦੇ ਕੋਲ ਹੁੰਦਾ। ਕਿੱਥੇ ਹੁੰਦਾ ਬਈ? ਉੱਥੇ ਹੁੰਦਾ, ਮੇਰੇ ਦੇਸ਼ ਵਿੱਚ ਹੁੰਦਾ, ਜਿੱਥੇ ਜੋ ਸਾਮਰੀਆ ਵਿੱਚ ਹੈ। ਆਮੀਨ। ਜੇ ਮੇਰਾ ਸਵਾਮੀ, ਇਸ ਨੂੰ ਮਾੜਾ ਜਿਹਾ ਦੁਬਾਰਾ ਰਿਪੀਟ ਕਰਕੇ ਪੜ੍ਹੀਓ ਥੋੜਾ। ਜੇ ਕਿਤੇ ਮੇਰਾ ਸਵਾਮੀ ਉਸ ਨਬੀ ਦੇ ਕੋਲ ਹੁੰਦਾ। ਜੇ ਕਿਤੇ ਮੇਰਾ ਸਵਾਮੀ ਉਸ ਨਬੀ ਦੇ ਕੋਲੇ ਹੁੰਦਾ। ਰੁਕ ਗਏ? ਆਮੀਨ। ਬੜੀ ਜ਼ਬਰਦਸਤ ਗੱਲ ਆ। ਜੇ ਕਿਤੇ ਮੇਰਾ ਸਵਾਮੀ ਉੱਥੇ ਉਸ ਨਬੀ ਦੇ ਕੋਲ ਹੁੰਦਾ। ਨਬੀ ਦੇ ਕੋਲੇ ਹੁੰਦਾ। ਸਮਝ ਰਹੇ ਹੋ? ਮੈਂ ਕਿਉਂ ਵਾਰ-ਵਾਰ ਦੁਹਰਾ ਰਿਹਾ ਇਸ ਗੱਲ ਨੂੰ? ਆਮੀਨ। ਕਿਉਂਕਿ ਇਹ ਔਰਤ, ਇਹ ਛੋਟੀ ਬੱਚੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਨਬੀ ਇਕੱਲਾ ਨਹੀਂ ਹੁੰਦਾ। ਹਾਂਜੀ। ਨਬੀ ਦੇ ਨਾਲ ਖੁਦਾ ਹੈ। ਹਾਂਜੀ। ਆਮੀਨ। ਉਹ ਇਸ ਕਰਕੇ ਨਬੀ ਦੇ ਸੰਦੇਸ਼ ਦਾ ਹਵਾਲਾ ਦੇ ਰਹੀ ਆ। ਜੇ ਉੱਥੇ ਹੁੰਦਾ। ਹਾਂਜੀ। ਆਮੀਨ। ਦੇਸ਼ ਦਾ ਕੋੜ ਰਹਿ ਜਾਂਦਾ। ਬਿਲਕੁਲ। ਮੇਰੇ ਭੈਣ ਭਰਾਵੋ, ਅੱਜ ਤੁਸੀਂ ਵੀ ਇੱਥੇ ਸ਼ੱਕ ਨਾ ਕਰੋ। ਇੱਕ ਬੱਚਾ ਛੋਟਾ ਇਹ ਜਗ੍ਹਾ ਦੇ ਵਿੱਚ ਅੱਜ ਤੋਂ ਤੁਰਿਆ ਨਹੀਂ ਜਾਂਦਾ ਚੰਗੀ ਤਰ੍ਹਾਂ, ਪਰ ਯਕੀਨ ਮੰਨੋ, ਇੱਕ ਦਿਨ ਮੈਂ ਥੋੜੇ ਦਿਨਾਂ ਦੀ ਗੱਲ ਆ, ਮੈਂ ਪ੍ਰਾਰਥਨਾ ਕਰ ਰਿਹਾ ਸੀ ਔਰ ਮੈਂ ਖੁਦ ਦੇਖਿਆ ਇਹ ਚੀਜ਼ ਨੂੰ, ਉਸ ਬੱਚੇ ਦੇ ਵਿੱਚ ਇੱਕ ਦੁਸ਼ਟ ਆਤਮਾ ਨਿਕਲ ਰਹੀ ਹੈ। ਔਰ ਮੈਂ ਵਿਸ਼ਵਾਸ ਕਰਦਾਗਾ ਕਿ ਖੁਦਾ ਜ਼ਰੂਰ ਕੁਝ ਕਰਨ ਜਾ ਰਿਹਾ ਹੈ। ਆਮੀਨ। ਆਮੀਨ। ਯੈਸ। ਆਮੀਨ। ਗਲੋਰੀ। ਬਸ ਅਸੀਂ ਇਹ ਚੀਜ਼ ਉੱਤੇ ਆਮੀਨ ਰੱਖਣੀ ਆ। ਅਸੀਂ ਖੁਦਾ ਦਾ ਇਸ ਗੱਲ ਦੇ ਲਈ ਧੰਨਵਾਦ ਕਰਨਾ, ਕਿਉਂਕਿ ਵਚਨ ਵਿੱਚ ਲਿਖਿਆ ਸਭ ਕੁਝ ਸੰਭਵ ਹੈ ਕੇਵਲ ਵਿਸ਼ਵਾਸ ਕਰ। ਆਮੀਨ। ਤਾਂ ਮੈਂ ਪੂਰੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿਣਾਗਾ, ਯਾਦ ਰੱਖੋ, ਅਸੀਂ ਵੀ ਉਸੇ ਖੁਦਾ ਦੀ ਸੇਵਾ ਕਰਦੇ ਹਾਂ।
ਉਹ ਬੱਚੀ ਨੇ ਉਸ ਖੁਦਾ ਦੀ ਗਵਾਹੀ ਦਿੱਤੀ, ਕਹਿੰਦੀ ਜੇ ਮੇਰਾ ਸੁਆਮੀ ਉੱਥੇ ਹੁੰਦਾ। ਆਮੀਨ। ਉਸ ਨਬੀ ਦੇ ਕੋਲ। ਤੇ ਯਾਦ ਰੱਖੋ ਅਸੀਂ ਕਹਿੰਦੇ ਆ ਕਿ ਬੇਸ਼ੱਕ ਇਸ ਪਰਿਵਾਰ ਨੂੰ ਭਾਈ ਦੀਪਕ ਦੇ ਪਰਿਵਾਰ ਨੇ ਜਾਂ ਕਿਸੇ ਨੇ ਵੀ ਗਵਾਹੀ ਦਿੱਤੀ ਆ, ਤਾਂ ਉਸਨੇ ਨਹੀਂ ਗਵਾਹੀ ਦਿੱਤੀ, ਉਸਨੇ ਵੀ ਇੱਕ ਨਬੀ ਦੇ ਬਾਰੇ ਇਸ਼ਾਰਾ ਕਰਕੇ ਗਵਾਹੀ ਦਿੱਤੀ। ਆਮੀਨ। ਕਿਉਂਕਿ ਜਿੱਥੇ ਨਬੀ ਹੈ ਮੇਰੇ ਭੈਣ ਪ੍ਰਭੂ ਯਾਦ ਰੱਖੋ ਤੇ ਖੁਦਾ ਪੱਕਾ ਹੈ। ਆਮੀਨ। ਨਬੀ ਦੇ ਨਾਲ ਖੁਦਾ ਨੇ ਕੰਮ ਕਰਨਾ ਹੀ ਕਰਨਾ ਹੈ। ਆਮੀਨ। ਔਰ ਹੁਣ ਅਸੀਂ ਇਹ ਨਹੀਂ ਕਹਾਂਗੇ ਕਿ ਨਬੀ ਨਾਲ ਕੰਮ ਕਰਨਾਗਾ। ਆਮੀਨ। ਹੁਣ ਤਾਂ ਨਬੀ ਦੇ ਸੰਦੇਸ਼ ਦੇ ਅੰਦਰ ਕੰਮ ਕਰਨਾ ਹੈ। ਆਮੀਨ। ਔਰ ਨਬੀ ਦੇ ਸੰਦੇਸ਼ ਦੇ ਅੰਦਰ ਤੁਸੀਂ ਤੇ ਮੈਂ ਪਾਈ ਜਾਣਾ। ਆਮੀਨ। ਇੱਥੇ ਕੰਮ ਹੋਣੇ ਹੀ ਹੋਣੇ ਆ, ਇਹ ਗੱਲ ਪੱਕੀ ਆ। ਤਾਂ ਖੁਦਾ ਬੜੀ ਬਰਕਤ ਦੇਵੇ। ਸੁਣੀਏ ਥੋੜਾ ਜਿਹਾ ਬੱਚੇ। ਜੋ ਸਾਮਰੀਆ ਵਿੱਚ ਹੈ, ਜੋ ਸਾਮਰੀਆ ਦੇ ਵਿੱਚ ਆ, ਤਾਂ ਉਹ ਉਹਨੂੰ ਉਹਦੇ ਕੋਟ ਤੋਂ ਚੰਗਿਆ ਕਰ ਦਿੰਦਾ। ਕਹਿੰਦੀ ਜੇ ਮੇਰਾ ਸੁਆਮੀ ਉੱਥੇ ਹੁੰਦਾ ਤੇ ਇਹਦਾ ਕੋੜ ਰਹਿ ਜਾਂਦਾ। ਆਮੀਨ। ਆਮੀਨ। ਮੇਰੇ ਭੈਣ ਪ੍ਰਭੂ ਉਸ ਦੀ ਆਵਾਜ਼ ਨੂੰ ਫੜੋ ਤਾਂ ਸੁਣੋ ਕੀ ਕਹਿ ਰਹੀ ਹੋ ਬੱਚੀ। ਜੇ ਮੇਰਾ ਸੁਆਮੀ ਇੱਥੇ ਹੁੰਦਾ ਤੇ ਕੀ ਉਸ ਦਾ ਕੋੜ ਰਹਿ ਜਾਂਦਾ। ਇਹਨੂੰ ਇੱਕ ਵਾਰੀ ਉੱਥੇ ਭੇਜ। ਆਮੀਨ। ਰਾਜੇ ਦੇ ਕੋਲੇ ਸੁਨੇਹਾ ਪਹੁੰਚਿਆ, ਮੈਂ ਛੋੜ ਕਰ ਰਿਹਾਗਾ। ਰਾਜੇ ਦੇ ਕੋਲੇ ਗੱਲ ਪਹੁੰਚੀ, ਚਿੱਠੀਆਂ ਭੇਜੀਆਂ ਗਈਆਂ ਕਿ ਮੇਰਾ ਇੱਕ ਬੰਦਾ ਜਿਸ ਦਾ ਨਾਮ ਨੁਮਾਨ ਹੈ ਉਹ ਤੇਰੇ ਕੋਲੇ ਆ ਰਿਹਾਗਾ। ਉਸ ਦੇ ਕੋੜ ਤੋਂ ਉਹਨੂੰ ਸ਼ੁੱਧ ਕਰ ਦੇ, ਉਸ ਨੂੰ ਠੀਕ ਕਰ ਦੇ। ਰਾਜਾ ਆਪਣੇ ਲੀੜੇ ਪਾੜ ਲੈ ਪਿਆ। ਕਿਉਂ ਲੀੜੇ ਪਾੜ ਰਿਹਾ ਪਤਾ? ਕਿਉਂਕਿ ਉਸਦੇ ਕੋਲ ਰਸੀਦ ਨਹੀਂ। ਸਮਝ ਰਹੇ ਹੋ? ਇਸ ਲਈ ਉਹ ਲੀੜੇ ਆਪਣੇ ਪਾੜ ਰਿਹਾਗਾ। ਔਰ ਜਿਸ ਦੇ ਕੋਲੇ ਰਸੀਦ ਹੈ, ਹਾਲੇਲੂਇਆ, ਉਸ ਨੇ ਆਖਿਆ ਤੂੰ ਆਪਣੇ ਲੀੜੇ ਕਿਉਂ ਪਾੜੇ? ਗਲੋਰੀ। ਉਸ ਨੂੰ ਕਹਿ ਆਉਂਦੇ। ਹਾਂਜੀ। ਹਾਲੇਲੂਇਆ। ਔਰ ਮੇਰੇ ਭੈਣ ਪ੍ਰਭੂ ਜਦ ਹੀ ਉਹ ਨਮਾਨ ਕੋਲੀ ਉਹ ਜਗ੍ਹਾ ਦੇ ਵਿੱਚ ਗਿਆ। ਆਮੀਨ। ਖੁਦਾ ਦਾ ਇੱਕ ਤਰੀਕਾ ਹੈ ਮੇਰੇ ਭਰਾਵੋ। ਖੁਦਾ ਦਾ ਇੱਕ ਵੱਖਰਾ ਤਰੀਕਾ ਹੈ ਆਪਣੇ ਕੰਮ ਕਰਨ ਦਾ। ਜੇ ਕੋਈ ਘਮੰਡੀ ਹੈ, ਹਾਲੇਲੂਇਆ, ਤੇ ਪਹਿਲਾਂ ਖੁਦਾ ਘਮੰਡ ਦੂਰ ਕਰੇਗਾ। ਗਲੋਰੀ ਗਲੋਰੀ। ਹਾਲੇਲੂਇਆ। ਔਰ ਉਸ ਦੇ ਅੰਦਰ ਕੁਛ ਸੀ ਹਾਂਜੀ, ਇਸ ਤਰ੍ਹਾਂ ਦਾ। ਸਮਝ ਰਹੇ ਹੋ? ਉਸ ਦੇ ਅੰਦਰ ਕੁਛ ਇਸੇ ਤਰ੍ਹਾਂ ਦਾ ਸੀ, ਕਮਾਂਡ ਸੀ ਉਸ ਦੇ ਅੰਦਰ। ਕਿਸ ਚੀਜ਼ ਦਾ ਕਮਾਂਡ ਸੀ ਬਈ? ਮੈਂ ਚੰਗੇ ਰਾਜਾ ਨੂੰ ਥੱਲੇ ਦੇ ਗਿਆਗਾ। ਹਾਂਜੀ। ਮੈਂ ਚੰਗੇ ਰਾਜ ਜਿੱਤੇ ਆ। ਜਿੱਥੇ ਵੀ ਮੈਂ ਜਾਣਾ ਲੋਕ ਅਗੇ ਗੋਡੇ ਟੇਕ ਲੈਂਦੇ ਆ। ਬਿਲਕੁਲ। ਮੇਰਾ ਚੰਗਾ ਆਦਰ ਹੁੰਦਾਗਾ। ਹਾਂਜੀ। ਤੇ ਹੁਣ ਮੈਂ ਚੱਲਿਆਗਾ ਸਾਮਰੀਆ ਦੇ ਵਿੱਚ, ਇਸਰਾਇਲ ਵਿੱਚ। ਤੇ ਉੱਥੇ ਮੇਰਾ ਕਿਉਂ ਨਾ ਆਦਰ ਹੋਵੇਗਾ? ਪਰ ਉੱਥੇ ਮਨੁੱਖਾਂ ਦੇ ਆਦਰ ਨਾਲੋਂ ਵੀ ਵੱਡਾ ਕੋਈ ਹੈ। ਆਮੀਨ। ਮਨੁੱਖ ਆਦਰ ਦੇ ਯੋਗ ਨਹੀਂ। ਪਰ ਜਿੱਥੇ ਸਾਮਰੀਆ ਦੇ ਵਿੱਚ ਜਿਸ ਚੀਜ਼ ਦਾ ਆਦਰ ਹੁੰਦਾਗਾ, ਜਿਸ ਦੀ ਰਿਸਪੈਕਟ ਕੀਤੀ ਜਾਂਦੀ ਆ, ਉਹ ਤਾਂ ਖੁਦ ਸਾਰੇ ਜਹਾਨ ਦਾ ਰਚਣ ਵਾਲਾ ਖੁਦਾ ਹੈ। ਹਾਲੇਲੂਇਆ। ਤਾਂ ਹੁਣ ਉਸ ਜਗ੍ਹਾ ਦੇ ਵਿੱਚ ਆਇਆ। ਔਰ ਜਦ ਉਸ ਜਗ੍ਹਾ ਦੇ ਵਿੱਚ ਆਇਆ, ਤੁਸੀਂ ਸਾਰੇ ਸਟੋਰੀ ਨੂੰ ਜਾਣਦੇ ਹੋ। ਆਮੀਨ। ਤੇ ਸਾਰਿਆਂ ਤੋਂ ਪਹਿਲਾ ਕੰਮ ਕੀ ਹੋਇਆ ਮੇਰੇ ਭੈਣ ਭਰਾਵੋ? ਉਹ ਆਪਣੇ ਗਧੇ ਤੋਂ ਥੱਲੇ ਵੀ ਨਹੀਂ ਉਤਰਿਆ, ਜੋ ਵੀ ਘੋੜਾ ਹੈ, ਜੋ ਕੁਛ ਵੀ ਉਹਦੇ ਕੋਲੇ ਹੈ। ਸਮਝ ਰਹੇ ਹੋ? ਉਹ ਥੱਲੇ ਵੀ ਨਹੀਂ ਉਤਰਿਆ ਘੋੜੇ ਤੋਂ। ਤੇ ਉਸਦੇ ਚੇਲੇ ਨੂੰ ਆਖਿਆ, ਅਲੀਸ਼ਾ ਦੇ ਚੇਲੇ ਨੂੰ ਆਖਿਆ, ਕਹਿੰਦਾ ਜਾ ਉਸ ਨੂੰ ਕਹਿੰਦੇ ਬਾਹਰ ਸੁਆਮੀ ਆਇਆਗਾ। ਹਾਲੇਲੂਇਆ। ਤੇ ਸਾਡੀ ਭਾਸ਼ਾ ਵਿੱਚ ਇੱਕ ਉਦਾਹਰਨ ਹੁੰਦੀ ਆ। ਅਸੀਂ ਐਗਜ਼ਾਮਪਲ ਦੇ ਤੌਰ ਤੇ ਉਹ ਗੱਲ ਕਹਿੰਦੇ, ਜਿਹੋ ਜੀ ਫਿਰ ਭੂਤ ਤੇ ਹੋ ਜਾ ਢਾਲਾ। ਹਾਂਜੀ। ਅਸੀਂ ਇਸੇ ਤਰ੍ਹਾਂ ਹੀ ਕਹਿੰਦੇ ਹੁੰਦੇ ਆ। ਤੁਹਾਡਾ ਨਹੀਂ ਮੈਨੂੰ ਪਤਾ ਤੁਸੀਂ ਕਿਵੇਂ ਵਰਤਦੇ ਅਸੀਂ ਇਹਨੂੰ। ਉਹਨੇ ਆਖਿਆ ਜਾ, ਕਹਿੰਦਾ ਜਾ ਕੇ ਆਪਦੇ ਸੁਆਮੀ ਨੂੰ ਕਹਿ ਦੇ। ਸਮਝ ਗਏ ਕਿ ਬਾਹਰ ਨੁਮਾਨ ਆਇਆ ਹੈ। ਹੁਣ ਉਸਦਾ ਸੁਆਮੀ ਐਡਾ ਵੀ ਵੇਲਾ ਨਹੀਂ ਹੈਗਾ ਵੀ ਅਰੇ ਗੇਰੇ ਦੀਆਂ ਸੁਣੇ ਜੀ। ਸਮਝ ਰਹੇ ਹੋ? ਐਡਾ ਵੀ ਵੇਲਾ ਨਹੀਂਗਾ। ਹੁਣ ਉਹ ਕੀ ਕਰ ਰਿਹਾ? ਉਹ ਬੈਠਾ ਹੈਗਾ, ਖੁਦਾ ਦੇ ਨਾਲ ਗੱਲ ਕਰ ਰਿਹਾ ਹੈਗਾ ਜੀ, ਬੈਠਾ ਹੋਇਆ ਹੈਗਾ। ਉਸਨੇ ਆਵਾਜ਼ ਦਿੱਤੀ, ਕਹਿੰਦੇ ਸੁਆਮੀ ਜੀ ਬਾਹਰ ਨੁਮਾਨ ਆਇਆ ਹੈਗਾ। ਉਹ ਕਹਿੰਦਾ ਜਾ ਉਹਨੂੰ ਕੇ ਸਾਹਮਣੇ ਉਹ ਯਰਦਨ ਨਦੀ ਆ, ਤੇ ਜਾ ਕੇ ਉੱਥੇ 7 ਚੁਬੀਆਂ ਮਾਰ ਲਾ। ਸਮਝ ਰਹੇ ਹੋ? ਯਰਦਨ ਦੇ ਵਿੱਚ ਜਾ ਕੇ 7 ਚੁਬੀਆਂ ਮਾਰ ਲਾ। ਔਰ ਯਰਦਨ ਦਾ ਪਾਣੀ ਬੜਾ ਖਰਾਬ ਸੀਗਾ। ਸਮਝ ਰਹੇ ਹੋ? ਬੜਾ ਪਾਣੀ ਬੇਕਾਰ ਪਾਣੀ ਸੀਗਾ, ਭੱਦਾ ਸੀਗਾ ਪਾਣੀ। ਯਰਦਨ ਦਾ ਮਤਲਬ ਮੌਤ ਹੁੰਦੀ ਹੈ ਪਹਿਲੇ ਨੰਬਰ ਤੇ, ਸਮਝੋ ਇਸ ਗੱਲ ਨੂੰ। ਆਮੀਨ। ਤੇ ਬੜਾ ਬੇਕਾਰ ਪਾਣੀ ਸੀਗਾ। ਹੁਣ ਉਸ ਜਗ੍ਹਾ ਦੇ ਵਿੱਚ ਜਾ ਕੇ ਉਸਨੇ ਹਜੇ ਗਿਆ ਨਹੀਂ ਗਾ। ਉਹ ਕਹਿੰਦਾ ਵੀ ਜੇ ਮੈਂ ਨਹਾਉਣਾ ਹੀ ਸੀ ਤੇ ਆਪਣੇ ਦੇਸ਼ 'ਚ ਨਹਾ ਲੈਂਦਾ। ਤੇ ਮੇਰੇ ਉੱਥੇ ਏਡੀਆਂ ਸੋਹਣੀਆਂ ਸੋਹਣੀਆਂ ਨਦੀਆਂ ਵਗਦੀਆਂ ਜੀ, ਤੇ ਜੇ ਚੁੱਭੀ ਮਾਰਨੀ ਸੀ ਤੇ ਉਹ ਮੈਨੂੰ ਕਹਿ ਦਿੰਦਾ, ਮੈਂ ਉੱਥੇ ਜਾ ਕੇ ਮਾਰ ਲੈਂਦਾ। ਸਮਝ ਰਹੇ ਹੋ? ਬਿਲਕੁਲ ਠੀਕ ਹੈ ਜੀ। ਮੇਰੇ ਭੈਣ ਭਰਾਵੋ, ਚੁੱਭੀ ਤਾਂ ਉੱਥੇ ਹੀ ਮਾਰਨੀ ਪਵੇਗੀ ਜਿੱਥੇ ਨਬੀ ਕਹਿ ਰਿਹਾ। ਮੈਂ ਇੱਥੋਂ ਦੀ ਕਲੀਸਿਆ ਨਾਲ ਵੀ ਕੋਈ ਗੱਲ ਕਰ ਰਿਹਾ। ਹਾਂਜੀ ਹਾਂਜੀ। ਕਈ ਵਾਰ ਸਾਡੇ ਵਿੱਚੋਂ ਹੀ ਬੜੇ ਆਪਦੇ ਘਮੰਡ ਵਿੱਚ ਫਿਰਦੇ ਹੁੰਦੇ ਵੀ ਸਾਡੇ ਨਾਲ ਤਾਂ ਖੁਦਾ ਗਾ। ਹਾਂਜੀ।
ਸਮਝ ਰਹੇ ਹੋ ਮੇਰੇ ਭਰਾਵੋ ਖੁਦਾ ਤੁਹਾਡੇ ਤੇ ਪ੍ਰਗਟ ਉਦੋਂ ਹੋਵੇਗਾ ਸਮਝ ਰਹੇ ਹੋ ਕੱਲੇ ਇਹਨੂੰ ਕਬੂਲ ਕਰਾਂਗੇ ਹਾਲੇਲੂਇਆ ਇਹ ਚੁੱਭੀ ਤੁਹਾਡੀ ਪਹਿਲਾਂ ਮਾਰਨੀ ਉੱਥੇ ਪਵੇਗੀ ਹਾਂਜੀ ਜਿੱਥੇ ਨਬੀ ਕਹਿ ਰਿਹਾ ਹੈ ਗਲੋਰੀ ਹਾਲੇਲੂਇਆ ਤਾਂ ਹੁਣ ਉਸ ਨੂੰ ਆਖਿਆ ਕਹਿੰਦਾ ਜਾ ਕੇ ਉਹਦੇ ਸਭ ਚੁੱਭੀਆਂ ਮਾਰ ਲਾ ਹਾਂਜੀ ਮੱਥੇ ਵੀ ਨਹੀਂ ਲੱਗਿਆ ਕਿ ਉਹਨੂੰ ਪਤਾ ਹੀ ਲੱਗੇ ਕਿ ਏਲੀਸ਼ਾ ਹੈ ਕਿਸ ਤਰ੍ਹਾਂ ਦਾ ਦਿਖਣ ਵਿੱਚ ਲੱਗਦਾ ਭਾਈ ਆਮੇਨ ਚਿਹਰਾ ਸੋਹਣਾ ਹੈ ਜਾਂ ਨਹੀਂ ਹੈ ਕਿਸ ਤਰ੍ਹਾਂ ਦਾ ਦੇਖਣ ਵਿੱਚ ਲੱਗਦਾ ਕਿਸ ਤਰ੍ਹਾਂ ਦੀ ਦਾੜੀ ਮੋਚਾ ਉਸਦੀ ਕੀ ਆ ਸਾਨੂੰ ਪਤਾ ਲੱਗੇ ਕਿ ਦੇਖੀਏ ਤਾਂ ਸਹੀ ਅਸੀਂ ਉਹ ਕੌਣ ਹੈ ਜਿਹਾ ਵਿਅਕਤੀ ਅੱਗੇ ਵਿਅਕਤੀ ਵੀ ਕਿਹੜਾ ਵੇਲਾ ਭਾਈ ਉਹ ਆਪਣੇ ਖੁਦਾ ਵਿੱਚ ਬਿਜ਼ੀ ਆ ਹਾਲੇਲੂਇਆ ਮੇਰੇ ਭੈਣ ਭਰਾਵੋ ਸਭ ਤੋਂ ਪਹਿਲੀ ਗੱਲ ਉਸ ਬੱਚੀ ਨੇ ਗਵਾਹੀ ਕਿਉਂ ਦਿੱਤੀ ਇਹਦਾ ਮਤਲਬ ਇਹ ਆ ਇਹਦਾ ਕਾਰਨ ਇਹ ਆ ਕਿਉਂਕਿ ਉਸ ਬੱਚੀ ਨੂੰ ਇੱਕ ਗੱਲ ਦਾ ਪਤਾ ਗਾ ਜਿਹੜਾ ਵਿਅਕਤੀ ਖੁਦਾ ਦੇ ਮਾਹੌਲ ਵਿੱਚ ਰਹਿੰਦਾਗਾ ਹਾਂਜੀ ਸਦਾ ਹੀ ਖੁਦਾ ਉਹਦੇ ਨਾਲ ਰਹਿੰਦਾ ਆਮੀਨ ਆਮੀਨ ਜੇ ਤੁਸੀਂ ਖੁਦਾ ਦੇ ਮਾਹੌਲ ਵਿੱਚ ਰਹਿੰਦੇ ਹੋ ਤਾਂ ਤੁਸੀਂ ਬੇਧੜਕ ਜਿੱਥੇ ਵੀ ਜਾਓਗੇ ਉੱਥੇ ਗੱਲ ਕਰੋਗੇ ਗਲੋਰੀ ਜੇ ਖੁਦਾ ਦੇ ਮਾਹੌਲ ਵਿੱਚ ਹੀ ਤੁਸੀਂ ਨਹੀਂ ਤਾਂ ਫਿਰ ਤੁਸੀਂ ਡਰ ਕੇ ਗੱਲ ਕਰੋਗੇ ਹੁਣ ਉਹ ਬੱਚੀ ਬੇਸ਼ੱਕ ਦੀ ਉੱਥੇ ਗੁਲਾਮ ਬਣ ਕੇ ਤਾਂ ਉਧਰ ਚਲੀ ਗਈ ਸੀ ਗੁਲਾਮ ਬਣਾ ਕੇ ਉਸ ਨੂੰ ਲੈ ਗਏ ਸੀ ਪਰ ਜਿਸ ਮਾਹੌਲ ਵਿੱਚੋਂ ਉਹ ਗਈ ਸੀ ਜੀ ਆਮੀਨ ਜਿਹੜੇ ਮਾਹੌਲ ਵਿੱਚ ਉਹ ਬੱਚੀ ਗਈ ਸੀਗੀ ਯਾਦ ਰੱਖੋ ਉੱਥੋਂ ਦਾ ਵਾਤਾਵਰਨ ਸੀ ਜਿਹੜਾ ਉਹ ਖੁਦਾ ਵਿੱਚ ਚੰਗਾ ਬਣਿਆ ਹੋਇਆ ਸੀ ਆਮੀਨ ਆਮੀਨ ਉਹ ਮਾਹੌਲ ਇੱਕ ਖੁਦਾ ਦੇ ਲਈ ਤਿਆਰ ਸੀ ਇਸੇ ਕਰਕੇ ਜਾਨ ਸਾਰੂ ਤੇ ਫੜਕ ਉਸਨੇ ਆਖਿਆ ਜੇ ਮੇਰਾ ਸੁਆਮੀ ਉੱਥੇ ਹੁੰਦਾ ਆਮੀਨ ਕਿਉਂਕਿ ਪਤਾ ਲੱਗ ਜਾਂਦਾ ਕਿ ਇਜ਼ਰਾਈਲ ਦਾ ਖੁਦਾ ਜਿਉਂਦਾ ਆਮੀਨ ਕਰੇ ਹਾਲੇਲੂਇਆ ਔਰ ਮੇਰੇ ਭਰਾਵੋ ਜਦੋਂ ਇਹ ਗਵਾਹੀ ਉਸ ਜਗ੍ਹਾ ਦੇ ਵਿੱਚ ਪਹੁੰਚੀ ਇਸ ਤਰੀਕੇ ਨਾਲ ਗਵਾਹੀ ਪਹੁੰਚੀ ਆ ਕਿ ਪਹਿਲਾਂ ਆਪਦੇ ਆਪ ਨੂੰ ਮਾਹੌਲ ਦੇ ਵਿੱਚ ਲੈ ਕੇ ਆਉਣਾਗਾ ਆਮੀਨ ਪਹਿਲਾਂ ਮਾਹੌਲ ਬਣਾਉਣਾ ਜ਼ਰੂਰੀ ਆ ਮਾਹੌਲ ਤੋਂ ਬਿਨਾ ਨਹੀਂ ਜੀ ਜੀ ਜੇ ਅਸੀਂ ਆਪ ਹੀ ਨਹੀਂ ਤਕੜੇ ਹੋਏ ਤਾਂ ਸਾਡਾ ਕਿਸੇ ਹੱਥ ਕਰਨ ਨੂੰ ਜੀ ਨਹੀਂ ਕਰੇਗਾ ਬਿਲਕੁਲ ਜੇ ਸਾਡਾ ਮਾਹੌਲ ਆਪਦਾ ਹੀ ਨਹੀਂ ਖੁਦਾ ਦੇ ਵਿੱਚ ਤੇ ਅਸੀਂ ਕਾਹਨੂੰ ਕਿਸ ਦੇ ਉੱਤੇ ਦਵਾ ਕਰਾਂਗੇ ਪਹਿਲਾਂ ਆਪਦਾ ਮਾਹੌਲ ਹੋਣਾ ਚਾਹੀਦਾ ਹੈ ਔਰ ਮਾਹੌਲ ਦੇ ਲਈ ਮੇਰੇ ਭਰਾਵੋ ਬਾਗੇ ਏਦਨ ਦੇ ਵਿੱਚੋਂ ਕੁਝ ਸਿੱਖ ਕੇ ਆਓ ਹਾਂਜੀ ਬਾਗੇ ਏਦਨ ਦੇ ਵਿੱਚ ਇੱਕ ਪਰਿਵਾਰ ਸੀ ਮੈਂ ਕਹੂੰਗਾ ਇੱਥੇ ਕਿੰਨੇ ਪਰਿਵਾਰ ਬੈਠੇ ਆ ਬਿਲਕੁਲ ਆਮੀਨ ਬਾਗੇ ਏਦਨ ਦੇ ਵਿੱਚ ਇੱਕ ਪਰਿਵਾਰ ਸੀਗਾ ਜਿਹੜਾ ਆਦਮ ਅਤੇ ਹਵਾ ਦਾ ਪਰਿਵਾਰ ਸੀ ਉਸ ਆਦਮ ਅਤੇ ਹਵਾ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਕਿ ਉਹ ਹਰ ਸ਼ਾਮ ਖੁਦਾ ਦੇ ਨਾਲ ਸੰਗਤੀ ਕਰਦੇ ਸੀ ਆਮੀਨ ਸਾਡੀ ਸੰਗਤੀ ਕਦੋਂ ਹੁੰਦੀ ਹੈ ਬਈ ਸਾਨੂੰ ਆਪ ਨੂੰ ਨਹੀਂ ਪਤਾ ਜੀ ਸੰਡੇ ਹੁੰਦੀ ਹੈ ਸਾਡੀ ਸੰਗਤੀ ਸੰਡੇ ਦਾ ਵੀ ਕਿਹੜਾ ਪੱਕਾ ਪਤਾ ਵੀ ਹੋਊਗੀ ਇੱਥੇ ਤਾਂ ਪੱਕਾ ਹੀ ਹੋਊਗੀ ਸਮਝ ਗਏ ਪਰ ਅਗਲੇ ਪਾਸੇ ਦਾ ਨਹੀਂ ਪਤਾ ਮੇਰੇ ਭਰਾਵੋ ਪਹਿਲਾਂ ਮਾਹੌਲ ਤਿਆਰ ਕਰੋ ਹਾਂਜੀ ਇਹ ਤੁਸੀਂ ਦਾਅਵੇ ਨਾਲ ਕਹਿ ਸਕੋਗੇ ਕਿ ਹਾਂ ਸਾਡਾ ਖੁਦਾ ਸਾਡੇ ਨਾਲ ਆ ਅਸੀਂ ਇਹ ਕੰਮ ਕਰ ਸਕਦੇ ਹਾਂ ਆਮੀਨ ਖੁਦਾ ਨੇ ਇੱਕ ਮਾਹੌਲ ਨੂੰ ਦੇਖਣਾ ਹੈਗਾ ਇੱਕ ਮਾਹੌਲ ਦੇ ਦੁਆਰਾ ਹੀ ਖੁਦਾ ਨੇ ਕੰਮ ਕਰਨਾ ਉਹ ਬੱਚੀ ਜਾਣਦੀ ਸੀ ਕਿ ਏਲੀਆ ਸਦਾ ਹੀ ਉਸ ਮਾਹੌਲ ਵਿੱਚ ਬਣਿਆ ਰਹਿੰਦਾ ਹੈ ਆਮੀਨ ਸੌਰੀ ਅਲੀਸ਼ਾ ਹਮੇਸ਼ਾ ਆਮੀਨ ਹਾਂਜੀ ਉਹੀ ਗੱਲ ਹੋਈ ਜਦੋਂ ਨਮਾਨ ਉੱਥੇ ਗਿਆ ਉਹ ਬਿਜ਼ੀ ਆਪਣੇ ਖੁਦਾ ਦੇ ਵਿੱਚ ਆਮੀਨ ਉਹ ਬਿਜ਼ੀ ਆਪਣੇ ਖੁਦਾ ਦੇ ਨਾਲ ਔਰ ਜਦੋਂ ਖੁਦਾ ਦੇ ਨਾਲ ਬਿਜ਼ੀ ਆ ਤਾਂ ਫਿਰ ਹੋਇਆ ਕੀ ਉਸ ਜਗ੍ਹਾ ਦੇ ਵਿੱਚ ਉਹ ਪਹੁੰਚਿਆ ਜੀ ਉਸ ਨੂੰ ਆਖਿਆ ਕਹਿੰਦਾ ਜਾ ਕੇ 7 ਚੁੰਨੀਆਂ ਮਾਰ ਲਾ ਹਾਂਜੀ ਆਮੀਨ ਅਗਲੀ ਸਟੋਰੀ ਤੁਸੀਂ ਜਾਣਦੇ ਹੋ ਪਹਿਲੀ ਮਾਰੀ ਨਹੀਂ ਗਿਆ ਪਹਿਲੇ ਨੰਬਰ ਤੇ ਸ਼੍ਰੀ ਮੰਨਿਆ ਨਹੀਂ ਇੱਕ ਬੰਦਾ ਸੀ ਸਮਝਦਾਰ ਜਿਹੜੇ ਨੇ ਉਸ ਨੂੰ ਮਨਾਇਆ ਕਹਿੰਦਾ ਜੇ ਉਹ ਕੋਈ ਹੋਰ ਹੁਕਮ ਕਹਿ ਦਿੰਦਾ ਵੀ ਉਹ ਕਰ ਤੇ ਫਿਰ ਵੀ ਤਾਂ ਕਰਨਾ ਹੀ ਸੀ ਨਾ ਤੇ ਤੂੰ ਚੰਗਾ ਜੇ ਚੁੱਭੀਆਂ ਕਹਿੰਦਾ ਮਾਰਨ ਵਾਸਤੇ ਤੇ ਚੁੱਭੀਆਂ ਮਾਰ ਲਾ ਸਭ ਸਹੀ ਗੱਲ ਜੇ ਕੋੜ ਜਾਂਦਾਗਾ ਤੇ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਉਹਨੇ ਦਿਮਾਗ ਦੇ ਵਿੱਚ ਉਸਦੇ ਪਾਣੀ ਕਈ ਵਾਰ ਕੀ ਹੁੰਦਾਗਾ ਜਿਹੜੇ ਜ਼ਿਆਦਾ ਬਲਵਾਨ ਹੁੰਦੇ ਆ ਉਹਨਾਂ ਦੇ ਖਾਣੇ 'ਚ ਕੁਝ ਨਹੀਂ ਹੁੰਦਾਗਾ ਜੀ ਜੀ ਇਹ ਵੀ ਬਹੁਤ ਵੱਡੀਆਂ ਗੱਲਾਂ ਕਿਉਂਕਿ ਘਮੰਡ ਦੇ ਕਾਰਨ ਹੀ ਇਹ ਕੰਮ ਹੁੰਦਾਗਾ ਘਮੰਡ ਬੰਦੇ ਨੂੰ ਇਹ ਚੀਜ਼ਾਂ ਵਾਸਤੇ ਅੰਨੇ ਕਰ ਦਿੰਦਾ ਕਿ ਕੀ ਖੁਦਾ ਜੋ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਸਮਝਣ ਤੋਂ ਫੇਲ ਹੋ ਜਾਂਦੇ ਆ ਉਹ ਆਮੀਨ ਖੁਦਾ ਇਹਨਾਂ ਚੀਜ਼ਾਂ ਤੋਂ ਬਹੁਤ ਪਾਸੇ ਹੋ ਕੇ ਕੰਮ ਕਰਦਾਗਾ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਤਾਂ ਖੁਦਾ ਬੜੀ ਬਰਕਤ ਦੇਵੇ ਤਾਂ ਉਸਨੇ ਪਹਿਲੀ ਚੁੱਭੀ ਮਾਰੀ ਨਹੀਂ ਗਿਆ ਉਸਨੇ ਆਪਣੇ ਹੱਥਾਂ ਵਾਲੀ ਦੇਖਿਆ ਕੁਛ ਨਹੀਂ ਫਰਕ ਪਿਆ ਦੂਸਰੀ ਮਾਰੀ ਤੀਸਰੀ ਮਾਰੀ ਚੌਥੀ ਪੰਜਵੀਂ ਛੇਵੀਂ ਨਹੀਂ ਛੇਵੀਂ ਤੱਕ ਉਸ ਨੂੰ ਕੁਛ ਨਹੀਂ ਦਿਸਿਆ ਗਿਆ ਤੇ ਹੁਣ ਜਦੋਂ ਛੇਵੀਂ ਤੱਕ ਪਹੁੰਚਿਆ ਜ਼ਰੂਰ ਉਹਦਾ ਦਿਲ ਡਰ ਗਿਆ ਹੋਵੇਗਾ ਇਹ ਕੀ ਹੈ ਚੁੱਭੀ ਰਹਿ ਗਈ ਇੱਕ ਹੀ ਤੇ ਜੇ ਇੱਕ ਚੁੱਭੀ ਮਾਰਦੇ ਜਾਂ ਤਾਂ ਥੋੜਾ ਬਹੁਤਾ ਹੀ ਫਰਕ ਪੈਂਦਾ ਤਾਂ ਮੈਂ ਕਹਿੰਦਾ ਹਾਂ ਭਾਈ ਥੋੜਾ ਬਹੁਤਾ ਫਰਕ ਪੈ ਗਿਆ ਤੇ ਹੁਣ ਅਗਲੀਆਂ ਵੀ ਜਲਦੀ ਮਾਰਨੀਆਂ ਸੀ ਹੁਣ ਪਹਿਲੀ ਚੁੱਭੀ ਮਾਰੀ ਤੇ ਦੇਖਿਆ ਕੋਈ ਫਰਕ ਨਹੀਂ ਦੂਜੀ ਤੀਜੀ ਦੇ ਉੱਤੇ ਆ ਕੇ ਥੋੜਾ ਸਲੋ ਹੋ ਗਿਆ ਹੋਵੇ ਚੌਥੀ ਦੇ ਉੱਤੇ ਆ ਕੇ ਥੋੜਾ ਸਲੋ ਹੋ ਗਿਆ ਹੋਣਾਗਾ ਉਹ
ਸਮਝ ਗਏ ਬਈ ਇਹ ਤਾਂ ਲੱਗਦਾ ਕੰਮ ਖਰਾਬ ਹੀ ਆ ਵੀ ਕਾਹਦਾ ਕੋਡ ਠੀਕ ਹੋਣਾ ਹੈਗਾ ਸੋਚੀ ਤੇ 6ਵੀਂ ਚੁਬੀ ਦੇ ਵੇਲੇ ਤਾਂ ਜਮਾਂ ਬ੍ਰੇਕ ਲੱਗਣ ਵਾਲਾ ਕੰਮ ਹੀ ਹੋ ਗਿਆ ਸੀ ਆਮੀਨ ਪਰ ਮੇਰੇ ਭਰਾਵੋ ਜੋ ਨਬੀ ਕਹਿੰਦਾ ਹੈ ਉਹੀ ਕਰੋ ਫਿਰ ਹੀ ਤੁਹਾਨੂੰ ਕੁਝ ਮਿਲੇਗਾ ਜੇ ਨਬੀ ਨੇ ਤੁਹਾਨੂੰ ਬੁਲਾਇਆ ਹੈ ਕਿਸੇ ਕੰਮ ਦੇ ਲਈ ਜੇ ਨਬੀ ਨੇ ਤੁਹਾਨੂੰ ਕੋਈ ਹੁਕਮ ਦਿੱਤਾਗਾ ਮੈਂ ਉਸ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਡੇ ਦਿਨਾਂ ਦੇ ਨਬੀ ਦੀ ਗੱਲ ਕਰ ਰਿਹਾ ਆਮੀਨ ਜਿਸ ਕੰਮ ਦੇ ਲਈ ਨਬੀ ਤੁਹਾਨੂੰ ਬੁਲਾਉਂਦਾ ਹੈ ਉਨੀ ਦੇਰ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਨਬੀ ਦੇ ਉਸ ਕਹਿਣੇ ਦੇ ਉੱਤੇ ਨਹੀਂ ਚੱਲਦੇ ਆਮੀਨ ਤਾਂ ਮੇਰੇ ਭਰਾਵੋ ਜਦੋਂ ਹੀ ਉਸਨੇ 7ਵੀਂ ਚੁਬੀ ਮਾਰੀ ਔਰ ਬਾਹਰ ਨਿਕਲਿਆ ਤੇ ਉਸ ਦਾ ਕੋਡ ਜਾਂਦਾ ਰਿਹਾ ਆਮੀਨ खुदा बहुत सारी बरकत देवे तो याद रखो एक खास व्यक्ति दे द्वारा काम होता है बिल्कुल और तुसी भी मेरे भैन भरावो जो इस नबी दे संदेश दे नाल खड़े हुए हैं तुसी खास हां आमीन मैं कहांगा आज बच्ची दे विच दी आपदी तस्वीर देखो हाँ जी हाँ जी आमीन तुसी किसे दे कोल भी जाने तुसी किसे दे नाल भी गल करना तुसी ये कह सकते हो कि एक बारी उस संगति विच आके देखो एक बारी खुदा दे संदेश विच आके देखो ਤਾਂ ਜ਼ਰੂਰ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਜ਼ਰੂਰ ਖੁਦਾ ਤੁਹਾਡੇ ਜੀਵਨ ਵਿੱਚ ਕੰਮ ਕਰੇਗਾ ਜ਼ਰੂਰ ਖੁਦਾ ਤੁਹਾਨੂੰ ਜੀਵਨ ਦੇਵੇਗਾ ਖੁਦਾ ਬਹੁਤ ਸਾਰੀ ਬਰਕਤ ਦੇਵੇ ਅੱਜ ਉਸ ਬੱਚੀ ਦੇ ਅੰਦਰ ਆਪਣੀ ਤਸਵੀਰ ਨੂੰ ਦੇਖੋ ਉਸ ਬੱਚੀ ਨੇ ਗਵਾਹੀ ਦਿੱਤੀ ਕਿਉਂਕਿ ਉਹ ਮਾਹੌਲ ਨੂੰ ਜਾਣਦੀ ਸੀ ਆਮੀਨ ਉਸੇ ਤਰੀਕੇ ਨਾਲ ਮੇਰੇ ਭਰਾਵੋ ਮੇਰੇ ਭਾਈ ਤੁਸੀਂ ਇੱਕ ਮਾਹੌਲ ਨੂੰ ਦੇਖੋ ਆਪਣੇ ਘਰ ਦੇ ਅੰਦਰ ਉਹ ਮਾਹੌਲ ਬਣਾਓ ਤਾਂ ਕਿ ਖੁਦਾ ਤੁਹਾਡੇ ਜੀਵਨਾਂ ਵਿੱਚ ਆ ਕੇ ਕੰਮ ਕਰ ਸਕੇ ਖੁਦਾ ਬਹੁਤ ਸਾਰੀ ਬਰਕਤ ਦੇਵੇ ਆਓ ਸਿਰਾਂ ਨੂੰ ਝੁਕਾਵਾਂਗੇ ਔਰ